एक तो लेके पूरा, एक तो लेके लास्ट तक। हालेलुया। दाऊद ਅਤੇ ਗੋਲੀਅਤ। ਹੁਣ ਫਿਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾ ਦੇ ਸ਼ਹਿਰ ਸਕੋ ਵਿੱਚ ਇਕੱਠੇ ਹੋਏ ਅਤੇ ਸਕੋ ਅਤੇ ਅਜ਼ੇਕਾ ਦੇ ਵਿਚਕਾਰ ਅਫਸਨ ਦੀ ਮੀਮ ਵਿੱਚ ਡੇਰੇ ਲਾਏ। ਸ਼ਾਉਲ ਅਤੇ ਇਜ਼ਰਾਈਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਇਲਾ ਦੀ ਦੂਨ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫਿਲਿਸਤੀਆਂ ਦੇ ਸਾਹਮਣੇ ਪਾਲਾਂ ਬੰਨੀਆਂ। ਇੱਕ ਪਾਸੇ ਦੇ ਪਹਾੜ ਉੱਤੇ ਫਿਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਜ਼ਰਾਈਲੀ ਖਲੋਤੇ ਸਨ ਅਤੇ ਉਹਨਾਂ ਦੋਹਾਂ ਦੇ ਵਿਚਾਲੇ ਇੱਕ ਖੱਡ ਸੀ। ਬਸ ਹਾਲੇਲੂਇਆ, ਹਾਲੇਲੂਇਆ। ਇੱਥੇ ਇੱਕ ਲੜਾਈ ਹੋਈ ਹੈ। ਹਾਲੇਲੂਇਆ। ਇੱਥੇ ਇੱਕ ਲੜਾਈ ਹੋਈ ਹੈ। ਕੀ ਹੋਈ ਆ? ਇੱਕ ਲੜਾਈ ਹੋਈ। ਇਜ਼ਰਾਈਲੀਆਂ ਇੱਥੇ ਇੱਕ ਕੀ ਹੋਈ ਆ? ਇੱਥੇ ਕੀ ਹੋਇਆ? ਇੱਥੇ ਇੱਕ ਲੜਾਈ ਹੋਈ ਆ। ਕਿਹਦੇ ਵਿੱਚ? ਮਸੀਹ ਲੋਕਾਂ 'ਚ ਤੇ ਦੁਸ਼ਟ ਆਤਮਾ 'ਚ। ਹਾਲੇਲੂਇਆ, ਹਾਲੇਲੂਇਆ। ਬਿਨਾਂ ਅੱਗੇ ਵੱਧ ਲੈਣਾ। ਉਸ ਵੇਲੇ ਫਿਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲੀਅਤ ਨਾਮੇ ਇੱਕ ਸੂਰਮਾ ਮਨੁੱਖ ਨਿਕਲਿਆ। ਉਹਦਾ ਕੱਦ 6 ਹੱਥ ਅਤੇ 1 ਗਿੱਠ ਉੱਚਾ ਸੀ ਅਤੇ ਉਹਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ 1.5 ਮਣ ਪਿੱਤਲ ਦੀ ਸੀ ਅਤੇ ਉਹਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਵਰਸ਼ੀ ਸੀ। 7 ਤੱਕ ਪੜ੍ਹਨਾ। ਅਤੇ ਉਹਦੇ ਵਰਸ਼ੇ ਦਾ ਡੰਡਾ ਜੁਲਾਹੇ ਦੀ ਤੁਰੀ ਵਰਗਾ ਸੀ ਅਤੇ ਉਹਦੇ ਵਰਸ਼ੇ ਦਾ ਫਲ 7.5 ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹਦੇ ਅੱਗੇ ਤੁਰਦਾ ਸੀ। 7 ਪੂਰਾ ਹੋ ਗਿਆ। ਹਾਂ, ਹਾਲੇਲੂਇਆ। ਇੱਥੇ ਤੁਸੀਂ ਸੁਣਿਆ ਦਾਊਦ ਤੇ ਗੋਲੀਅਤ शुरुआत जो टाइटल पढ़ते तुसीं। हालेलुया। इत्थे लड़ाई हुई जो इजरायली लोग लड़न लगे उन्हां नाल फिलिस्तीआं नाल। की होया इत्थे? ओ बंदे दा 10 फुट कद सी, 6 फुट उच्चा। मैं पूरी स्टडी करके आया, ठीक है, पूरी स्टडी करके आया इस बाइबल च, ठीक है। 6 फुट 6 हाथ लिखा, ठीक है। कि दोबारा फड़ो इसने, फिर तुने इन्हू समझावा पहला। उस वेले फिलिस्तीआं 6 हाथ 1 गिठ लिखा। हुण इहनू की बनाओगे तुसीं? 6 हाथ 1 गिठ लिखा इत्थे। हालेलुया। क्योंकि मैं पूरी स्टडी पहला कीती है। हाँ, की बनाओगे? 6 हाथ किन्ने हुंदे आ? ते 1 गिठ बनाओ। 10 फुट आ कितनी दीवार? हाँ, अब हाँ, अब बच्चे ने क्यों? हालेलुया। चल साजन आ गया। हालेलुया। साजन हो रहा। हालेलुया, हालेलुया। इस बंदे का कद 10 फुट सीगा। इत्थे खड़ जा, इत्थे खड़ा रह। हालेलुया। गोलियत दा कद 10 फुट सीगा। अगे हाँ, ओदे सिर ते की सी? ਉਹਦਾ ਕੱਦ 6 ਹੱਥ ਅਤੇ 1 ਗਿੱਠ ਉੱਚਾ ਸੀ ਅਤੇ ਉਹਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ। ਪਿੱਤਲ ਦਾ ਟੋਪ, ਪਿੱਤਲ ਦਾ ਟੋਪ ਪਤਾ ਕਿੰਨੀ ਵਜਨ ਦਾ ਸੀਗਾ? 57 ਕਿਲੋ ਦਾ ਸੀਗਾ। यानी कि 60 किलो भार का ਉਹਦੇ ਸਿਰ ਤੇ ਸੀਗਾ। ਤੇ ਬੰਦਾ ਵੇਖੋ ਕਿ ਕੀ ਜਾਊਗਾ ਜਿਹਦੇ ਨਾਲ ਲੜਾਈ ਹੋਣੀ। ਸਮਝ ਗਏ? ਪਹਿਲਾਂ ਤਾਂ ਉਹਦਾ ਕੱਦ ਕਿੰਨਾ ਸੀ? 10 ਫੁੱਟ। ਠੀਕ ਹੈ, ਨੋਟ ਕਰੀ ਜਾਣੀਆਂ ਗੱਲਾਂ। 10 ਫੁੱਟ ਜਿਹੜਾ ਸਿਰ ਤੇ ਉਹਦੇ ਪਿੱਤਲ ਦਾ ਟੋਪ ਪਾਇਆ ਸੀ, ਕਾਹਦੇ ਵਾਸਤੇ? ਵੀ ਕੁਛ ਸਿਰ 'ਚ ਵੱਜੇ ਨਾ। ਉਹ ਕਿੰਨਾ ਸੀ? 60 ਕਿਲੋ ਦਾ, 57 ਕਿਲੋ ਦਾ। हालेलुया,
ਹਾਂ ਅੱਗੇ ਮਹੀਨਾ ਨੋਟ ਕਰੀ ਜਾਣੀ ਗੱਲਾਂ। ਹਾਂ ਉਹਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਤੇ ਇੱਕ ਸੰਜੋ ਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ 1.5 ਮਣ ਪਿੱਤਲ ਦੀ ਸੀ ਅਤੇ ਉਹਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਸ਼ੀ ਸੀ ਅਤੇ ਉਹਦੇ ਬਰਸ਼ੇ ਦਾ ਡੰਡਾ ਜੁਲਾਹੇ ਦੀ ਤੁਰੀ ਵਰਗਾ ਸੀ ਅਤੇ ਉਹਦੇ ਬਰਸ਼ੇ ਦਾ ਫਲ 7.5 ਸੇਰ ਲੋਹੇ ਦਾ ਸੀ। ਹਾਲੇਲੂਇਆ। 7 ਕਿਲੋ ਦਾ ਵਰਸ਼ਾ ਸੀ ਉਹਦਾ। ਠੀਕ ਹੈ, ਜਦੋਂ ਤੁਸੀਂ ਅੱਗੇ ਵਚਨ ਚ ਜਾਓਗੇ ਨਾ ਫਿਰ ਸਮਝ ਜਾਓਗੇ। ਠੀਕ ਹੈ, ਪਹਿਲਾਂ ਤਾਂ ਟੋਪ ਕਿੰਨਾ ਸੀ ਉਹਦਾ ਸਮਝੀ ਜਾਣਾ। ਹਾਂ 57 ਕਿਲੋ ਦਾ, ਜਾਨੀ ਕਿ ਕਣਕ ਦਾ ਗੱਟਾ ਕਿੰਨੇ ਦਾ ਹੁੰਦਾ? 50 ਕਿਲੋ ਦਾ ਹੁੰਦਾ। 10 ਕਿਲੋ ਉਹਦੇ ਨਾਲੋਂ 7 ਕਿਲੋ ਵੱਧ ਸੀ, ਇੰਨਾ ਭਾਰ ਸਿਰ ਤੇ। ਠੀਕ ਹੈ, ਉਤੋਂ 7 ਕਿਲੋ ਦਾ ਉਹਦਾ ਵਰਸ਼ਾ ਜਿਹਦੇ ਨਾਲ ਉਹਨੇ ਲੜਾਈ ਕਰਨੀ ਹੈ। ਠੀਕ ਹੈ, ਤੇ ਕੱਦ ਕਿੰਨਾ ਉਹਦਾ? 10 ਫੁੱਟ। ਇੰਨੀਆਂ ਗੱਲਾਂ ਸਿੱਖ ਲਈਆਂ ਨਾ, ਅੱਗੇ ਚੱਲ ਗਈਆਂ ਹੁਣ। ਉਹਦੇ ਬਰਸ਼ੇ ਦਾ ਫਲ 7.5 ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹਦੇ ਅੱਗੇ ਤੁਰਦਾ ਸੀ। ਉਹ ਵਰਸ਼ਾ ਆਪ ਨਹੀਂ ਚੁੱਕਦਾ ਸੀ, ਇੱਕ ਬੰਦਾ ਹੀ ਚੱਕ ਕੇ ਜਾਂਦਾ ਸੀ, ਪਰ ਜਦੋਂ ਲੜਨਾ ਸੀ ਉਦੋਂ ਉਹਨੂੰ ਬੰਦਾ ਫੜਾ ਦਿੰਦਾ ਸੀ ਤੇ ਉਹ ਮਾਰ ਦਿੰਦਾ ਸੀ। ਇੰਨਾ ਯੋਧਾ ਤੇ ਤਗੜਾ ਬੰਦਾ ਸੀ। ਹਾਂ ਅੱਗੇ। ਸੋ ਉਹ ਨਿਕਲ ਕੇ ਖਲੋਤਾ ਅਤੇ ਇਜ਼ਰਾਈਲ ਦੇ ਦਲਾਂ ਵੱਲ ਉਹਨੇ ਪੁਕਾਰ ਕੇ ਆਖਿਆ, ਤੁਸਾਂ ਲੜਾਈ ਦੇ ਲਈ ਕਾਹਨੂੰ ਪਾਲ ਬੰਨੀ ਹੈ? ਭਲਾ ਮੈਂ ਫਿਲਿਸਤੀ ਨਹੀਂ ਅਤੇ ਤੁਸੀਂ ਸ਼ਾਉਲ ਦੇ ਟਹਿਲੂ ਨਹੀਂ। ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਆਵੇ। ਜੇ ਕਦੀ ਉਹ ਮੇਰੇ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣਾਂਗੇ, ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਤੇ ਉਹਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗੁਲਾਮ ਹੋਵੋਗੇ ਅਤੇ ਸਾਡੀ ਗੁਲਾਮੀ ਕਰੋਗੇ। ਫਿਰ ਉਹ ਫਿਲਿਸਤੀ ਬੋਲਿਆ, ਅੱਜ ਮੈਂ ਇਜ਼ਰਾਈਲ ਦੇ ਦਲਾਂ ਨੂੰ ਸ਼ਰਮਿੰਦਾ ਕਰਨਾ ਹਾਂ। ਬਸ ਹਾਲੇਲੂਇਆ, ਹਾਲੇਲੂਇਆ। ਸ਼ੈਤਾਨ ਵੀ ਐਵੇਂ ਹੀ ਕਹਿੰਦਾ। ਇੱਥੇ ਲਿਖਿਆ ਜੇ। ਸ਼ੈਤਾਨ ਕਹਿੰਦਾ ਜੇ ਮੈਂ ਇਸ ਬੰਦੇ ਨੂੰ ਜਿੱਤ ਲਿਆ ਨਾ, ਜੇ ਇਸ ਬੰਦੇ ਨੂੰ, ਹਾਲੇਲੂਇਆ, ਜੇ। ਇਹ ਫਿਲਿਸਤੀ ਗੋਲੀਅਤ ਵੀ ਪਤਾ ਕੀ ਕਹਿੰਦਾ? ਕਹਿੰਦਾ ਜੇ ਤੁਹਾਨੂੰ ਜਿੱਤ ਲਿਆ ਤਾਂ ਤੁਸੀਂ ਮੇਰੇ, ਜੇ ਨੂੰ ਸਮਝਦੇ ਨਾ ਤੁਸੀਂ, ਜੇ ਤੁਸੀਂ ਪਰਮੇਸ਼ਰ ਦੀ ਆਗਿਆ ਮੰਨੋਗੇ ਤਾਂ ਆਸ਼ੀਸ਼ ਹੈ, ਜੇ ਤੁਸੀਂ ਨਹੀਂ ਮੰਨੋਗੇ ਤਾਂ ਨਹੀਂ ਆਸ਼ੀਸ਼ ਹੈ। ਜੇ ਸ਼ਬਦ, ਜੇ ਭਾਈ ਜੱਸੇ ਤੂੰ ਆਹ ਕੰਮ ਕਰ ਲੈ, ਜੇ ਭੈਣੇ ਤੂੰ ਆਹ ਕੰਮ ਕਰ ਲੈ ਤਾਂ ਤੇਰਾ ਆਹ ਫਾਇਦਾ। ਜੇ ਸ਼ਬਦ ਆ ਨਾ ਜਿਹੜਾ, ਇਹ ਫਿਲਿਸਤੀ ਗੋਲੀਅਤ ਵੀ ਇਹੀ ਕਹਿੰਦਾ। ਕਹਿੰਦਾ ਜੇ ਮੈਂ ਤੈਨੂੰ ਜਿੱਤ ਲਿਆ ਤਾਂ, ਉਹਨੂੰ ਪਤਾ ਸੀਗਾ ਕਿਉਂਕਿ ਡਰਾ ਰਿਹਾ ਸੀ ਵੀ ਮੈਂ ਬਹੁਤ ਤਗੜਾ ਤੇ ਬਹੁਤ ਵੱਡੀ ਚੀਜ਼ ਆ ਮੈਂ। ਕਿਹਨੂੰ? ਇਜ਼ਰਾਈਲ ਨੂੰ। ਡਰਾ ਕਾ ਤੋਂ ਰਿਹਾ ਸੀ? ਉਧਰ ਇਜ਼ਰਾਈਲ ਪਾਪ ਚ ਸੀ। ਕਾਹਦੇ ਚ ਸੀ? ਪਾਪ ਚ, ਗੁਨਾਹਾਂ ਚ। ਇਸੇ ਕਰਕੇ ਕਿਉਂਕਿ ਸ਼ੌਲ ਦੇ ਉੱਤੋਂ ਪਰਮੇਸ਼ਰ ਦਾ ਆਤਮਾ ਜਾ ਚੁੱਕਾ ਸੀਗਾ। ਉਦੋਂ ਹੀ ਡਰ ਲੱਗਦਾ ਜਦੋਂ ਪਰਮੇਸ਼ਰ ਆਪਣੇ ਨਾਲ ਨਹੀਂ। ਜਦੋਂ ਪਰਮੇਸ਼ਰ ਆਪਣੇ ਨਾਲ ਆ ਉਦੋਂ ਡਰ। ਹਾਲੇਲੂਇਆ। ਹਾਂ ਅੱਗੇ ਮੀਨਾ। ਫਿਰ ਉਹ ਫਿਲਿਸਤੀ ਬੋਲਿਆ, ਉਹਨੇ ਆਖਿਆ ਹਾਂ ਅੱਜ ਮੈਂ ਇਜ਼ਰਾਈਲ ਦੇ ਦਲਾਂ ਨੂੰ ਸ਼ਰਮਿੰਦਾ ਕਰਾਂਗਾ। ਕਈ ਵਾਰੀ ਆਪਾਂ ਇਹੋ ਜੀ ਮੁਸੀਬਤ ਚ ਆ ਜਾਂਦੇ ਆ, ਇਹੋ ਜੀ ਮੁਸੀਬਤ ਚ ਹੁੰਦੀ ਹੈ, ਇਹੋ ਜੀ ਲੱਗਦਾ ਯਾਰ ਇੱਥੇ ਤਾਂ ਕੋਈ ਵੀ ਰਾਹ ਨਹੀਂ, ਇੱਥੇ ਤਾਂ ਕੋਈ ਵੀ ਰਸਤਾ, ਇੱਥੇ ਤਾਂ ਕੋਈ ਵੀ ਰਾਹ ਹੈ ਨਹੀਂਗਾ। ਹਾਲੇਲੂਇਆ। ਜਦੋਂ ਸ਼ੈਤਾਨ ਕਹਿੰਦਾ ਦੱਸ ਕੇ ਪਰਮੇਸ਼ਰ ਕਿੱਥੇ ਹੈ? ਹਾਲੇਲੂਇਆ। ਉਦੋਂ ਕਮੀ ਆਪਣੇ ਚ ਹੁੰਦੀ ਹੈ। ਉਦੋਂ ਕਮੀ ਸ਼ੌਲ ਚ ਸੀਗੀ। ਜਿਹੜੇ ਗੋਲੀਅਤ ਧੋਕੇ ਮਾਰ ਰਿਹਾ ਸੀ ਨਾ, ਉਹਨੂੰ ਧੋਕੇ ਮਾਰ ਰਿਹਾ ਸੀ, ਮੈਂ ਇਜ਼ਰਾਈਲ ਨੂੰ ਸ਼ਰਮਿੰਦਾ ਕਰ ਦੂੰਗਾ, ਮੈਂ ਮਸੀਹ ਲੋਕਾਂ ਨੂੰ ਸ਼ਰਮਿੰਦਾ ਕਰ ਦੂੰਗਾ, ਐ ਕਹਿ ਰਿਹਾ ਸੀਗਾ। ਕਮੀ ਕੀ ਸੀ? ਉਦੋਂ ਪਰਮੇਸ਼ਰ ਦਾ ਆਤਮਾ ਸ਼ੌਲ ਦੇ ਤੋਂ ਉੱਠ ਚੁੱਕਾ ਸੀਗਾ। ਉਦੋਂ ਪਰਮੇਸ਼ਰ ਉਹਨਾਂ ਦੇ ਨਾਲ ਹੈ ਨਹੀਂ ਸੀ, ਤਾਂ ਇਹ ਡਰ ਲੱਗ ਰਿਹਾ ਸੀ ਉਸੇ ਬੰਦੇ ਤੋਂ, ਕਿਉਂਕਿ ਪਹਿਲਾਂ ਸ਼ੌਲ ਨੇ ਇਸ ਤੱਕ ਦੇ ਵਾਧੂ ਮਾਰੇ ਸੀਗੇ। ਹਾਂ ਅੱਗੇ। ਫਿਰ ਉਹ ਫਿਲਿਸਤੀ ਬੋਲਿਆ, ਅੱਜ ਮੈਂ ਇਜ਼ਰਾਈਲ ਦੇ ਦਲਾਂ ਨੂੰ ਸ਼ਰਮਿੰਦਾ ਕਰਨਾ ਹਾਂ। ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪੋ ਵਿੱਚ ਯੁੱਧ ਕਰੀਏ। ਜਿਸ ਵੇਲੇ ਸ਼ਾਉਲ ਅਤੇ ਸਾਰੇ ਇਜ਼ਰਾਈਲ ਨੇ ਉਸ ਫਿਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਾਬਰੇ ਅਤੇ ਬਹੁਤ ਡਰ ਗਏ। ਹਾਲੇਲੂਇਆ। ਜਦੋਂ ਆਪਾਂ ਕਈ ਵਾਰੀ ਦੇਖਦੇ ਆ ਆਪਣੇ ਵਾਸਤੇ ਅੱਜ, ਠੀਕ ਉਹਨਾਂ ਵਾਸਤੇ ਉਦੋਂ ਉਹ ਚੀਜ਼ ਗੋਲੀਅਤ ਬਹੁਤ ਵੱਡੀ ਚੀਜ਼ ਸੀ।
ਬਹੁਤ ਵੱਡੀ ਚੀਜ਼ ਇਜ਼ਰਾਈਲੀਆਂ ਵਾਸਤੇ। ਹਾਲੇਲੂਇਆ। ਅੱਜ ਆਪਣੇ ਵਾਸਤੇ ਕੋਈ ਵੀ ਮੁਸੀਬਤ ਹੋ ਸਕਦੀ ਹੈ, ਕੋਈ ਵੀ ਦਿੱਕਤ ਹੋ ਸਕਦੀ ਹੈ, ਜਿਹੜੀ ਆਪਾਂ ਨੂੰ ਲੱਗਦੀ ਵੀ ਆਹ ਬੰਦਾ ਤਾਂ ਨਾ ਨਸ਼ਾ ਛੱਡ ਹੀ ਨਹੀਂ ਸਕਦਾ, ਆਹ ਬੰਦਾ ਯਾਰ ਸੁਧਰ ਹੀ ਨਹੀਂ ਸਕਦਾ, ਆਹ ਭੈਣ ਆਹ ਭਾਈ ਸੁਧਰ ਹੀ ਨਹੀਂ ਸਕਦਾ। ਆਪਾਂ ਨੂੰ ਉਹ ਚੀਜ਼ ਐ ਲੱਗਦੀ ਵੀ ਇੱਥੇ ਤਾਂ ਰਸਤਾ ਹੋ ਹੀ ਨਹੀਂ ਸਕਦਾ, ਗਰੀਬੀ ਨਿਕਲ ਹੀ ਨਹੀਂ ਸਕਦੀ। ਆਪਾਂ ਨੂੰ ਇਹ ਬਹੁਤ ਵੱਡੀ ਮੁਸੀਬਤ ਲੱਗਦੀ ਹੈ, ਪਰ ਪਰਮੇਸ਼ਰ ਵਾਸਤੇ ਕੁਝ ਵੀ ਅਸੰਭਵ ਨਹੀਂ। ਸੋ ਸਭ ਕੁਝ ਕਰ ਸਕਦਾ, ਉਹ ਸਾਰਾ ਕੁਝ ਕਰ ਸਕਦਾ ਜਿੱਥੇ ਕੋਈ ਵੀ ਰਸਤਾ ਨਹੀਂ। ਆਹ ਭਾਈ ਦੱਸ ਰਹੇ ਆ, ਕਹਿੰਦਾ 20 ਸਾਲ ਲੱਗਦੇ ਆ, ਆਪਣੇ ਧਰੇ ਹੁੰਦੀ ਨਹੀਂ ਜ਼ਮਾਨਤ। ਹਾਲੇਲੂਇਆ, ਹਾਲੇਲੂਇਆ। ਇੱਕ ਕੇਸ ਤੁਹਾਨੂੰ ਦੱਸ ਚੁੱਕਾ, ਫੈਮਿਲੀ ਅੱਜ ਆਈ ਨਹੀਂ। ਦੇਸ਼ ਵਿਰੋਧ ਦਾ ਕੇਸ ਹੁੰਦਾ, ਜਿਹੜਾ ਬੰਦਾ ਨਿਕਲਦਾ ਨਹੀਂ ਉਹਦੇ ਚ, ਪਰ ਪਰਮੇਸ਼ਰ ਕੱਢ ਸਕਦਾ। ਹਾਲੇਲੂਇਆ। ਹਾਂ, ਅੱਗੇ ਨਹੀਂ ਨਾ, ਉਹ ਬਹੁਤ ਡਰ ਗਏ। ਦਾਊਦ ਯੱਸੇ ਨਾਮੇ ਬੈਤਲਮ ਯਹੂਦਾ ਦੇ ਅਫਰਾਤੀ ਮਨੁੱਖ ਦਾ ਪੁੱਤਰ ਸੀ। ਅੱਗੇ ਪੜਦੇ 20 ਤੋਂ ਪੜਦੇ, ਪਰ ਜਲਦੀ ਜਾਣਾ। ਦਾਊਦ ਨੇ ਪ੍ਰਭਾਤ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੀ ਦੇ ਕੋਲ ਰੱਖਿਆ ਅਤੇ ਜਿਕਰ ਯੱਸੀ ਨੇ ਉਹਨੂੰ ਆਖਿਆ ਸੀ, ਵਸਤਾਂ ਲੈ ਕੇ ਤੁਰ ਪਿਆ। ਤੇ ਜਿਸ ਵੇਲੇ ਦਲ ਲੜਨ ਲਈ ਨਿਕਲਦਾ ਤੇ ਲੜਾਈ ਦੇ ਲਈ ਵੰਗਾਰਦਾ ਸੀ, ਮੋਰਚੇ ਵਿੱਚ ਅੱਪੜ ਪਿਆ ਅਤੇ ਇਜ਼ਰਾਈਲ ਔਰ ਫਿਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਮੋ ਸਾਹਮਣੇ ਪਾਣਾ ਬੰਨੀਆਂ ਸਨ। ਸੋ ਦਾਊਦ ਨੇ ਆਪਣੀਆਂ ਵਸਤਾਂ ਉਹਦੇ ਕੋਲ ਧਰੀਆਂ ਜੋ ਪਾਰੂ ਰਾਖੀ ਕਰਦਾ ਸੀ। ਬਸ ਹਾਲੇਲੂਇਆ। ਇਹਨਾਂ ਮੈਂ ਤੁਹਾਨੂੰ ਦੱਸਦਾ, ਦਾਊਦ ਇੱਕ ਛੋਟਾ ਮੁੰਡਾ ਸੀ, ਕਿੱਧਰ ਗਿਆ ਸਾਜਨ। ਹਾਲੇਲੂਇਆ, ਹਾਲੇਲੂਇਆ। ਦਾਊਦ ਇੱਕ ਛੋਟਾ ਜਿਹਾ ਬੱਚਾ ਸੀ, ਕਿੱਡਾ ਕ 17 ਕੁ ਸਾਲ ਦਾ, 17 ਕੁ ਸਾਲ ਦਾ। ਹਾਲੇਲੂਇਆ। ਕਾਸ਼ ਤੇਰੀ ਉਮਰ ਕਿੰਨੀ ਹੈ? 15 ਸਾਲ। ਖੜਾ ਹੋ ਜਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਿੱਛੇ ਖੜੇ ਹੋ। ਹਾਲੇਲੂਇਆ। ਦਾਊਦ ਇੱਕ 17 ਸਾਲ ਦਾ ਬੱਚਾ ਸੀ, ਜਾਨੀ ਕਿ ਬੱਚੇ ਜੀ ਦੇ 17 ਸਾਲ ਦੀ ਵੀ ਉਮਰ ਹੁੰਦੀ, ਕਿਉਂਕਿ ਕੱਦ ਵੱਧ ਤੋਂ ਵੱਧ 2 ਇੰਚ 3 ਇੰਚ ਹੋਰ ਵੱਧ ਜਾਣਾ ਸੀਗਾ। ਜਾਨੀ ਕਿ ਤੁਸੀਂ 17 ਸਾਲ ਦੇ ਇਸ ਬੱਚੇ ਨੂੰ ਸਮਝ ਲੈਣਾ। ਹਾਲੇਲੂਇਆ, ਹਾਲੇਲੂਇਆ। ਅੱਗੇ ਬੜੀ ਸੋ ਦਾਊਦ ਨੇ ਆਪਣੀਆਂ ਵਸਤਾਂ ਉਹਦੇ ਕੋਲ ਧਰੀਆਂ ਜੋ ਪਾਰੂ ਰਾਖੀ ਕਰਦਾ ਸੀ ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖਬਰ ਸੁਰਤ ਪੁੱਛੀ। ਉਹ ਉਹਨਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ, ਜੋ ਵੇਖੋ ਉਹ ਪਹਿਲਵਾਨ ਗਾਥੀ ਫਿਲਿਸਤੀ ਗੋਲੀਅਤ ਨਾਮੇ ਫਿਲਿਸਤੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਨੇ ਅੱਗੇ ਵਾਂਗੂ ਫੇਰ ਗੱਲਾਂ ਕੀਤੀਆਂ ਤੇ ਦਾਊਦ ਨੇ ਸੁਣੀਆਂ। ਹਾਲੇਲੂਇਆ। ਅੱਗੇ ਉਹਨੂੰ ਫੇਰ ਫਿਲਿਸਤੀਆਂ ਨੂੰ, ਇਜ਼ਰਾਈਲੀਆਂ ਨੂੰ ਕਹਿੰਦਾ ਆਓ ਮੇਰੇ ਨਾਲ ਇੱਕ ਬੰਦਾ ਠਹਿਰਾ ਲਓ। ਕਹਿੰਦਾ ਇੱਕ ਬੰਦਾ ਮੇਰੇ ਨਾਲ ਠਹਿਰਾ ਲਓ। ਕਹਿੰਦਾ ਜਿਹਨੇ ਮੈਨੂੰ ਹਰਾਤਾ, ਠੀਕ ਹੈ, ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਾਂਗੇ। ਜੇ ਮੈਂ ਉਹਨੂੰ ਹਰਾਤਾ ਤਾਂ ਤੁਹਾਨੂੰ ਗੁਲਾਮੀ ਕਰਨੀ ਪਊਗੀ। ਹਾਲੇਲੂਇਆ। ਜਾਂ ਤਾਂ ਬਿਮਾਰੀ ਜਾਏਗੀ, ਜਾਂ ਉਹ ਸ਼ਰਮਿੰਦਗੀ ਜਾਏਗੀ, ਤੇ ਜਾਂ ਆਪਾਂ ਜਾਵਾਂਗੇ। ਜੇ ਅੜੇ ਔਰ ਖੜੇ ਰਹੇ, ਬਿਮਾਰੀ ਨੇ ਜਾਣਾ ਹੀ ਹੈ। ਕਿਉਂਕਿ ਯਿਸੂ ਮਸੀਹ ਨੇ ਖੁਦ ਆਖਿਆ, ਕਹਿੰਦੇ ਇਸ ਪਹਾੜ ਨੂੰ ਕਹਿੰਦੇ ਨਹੀਂ ਨਾ ਵੀ ਇਹ ਸ਼ਰਮਿੰਦਗੀ ਹੈ, ਗੰਦਗੀ ਹੈ, ਪਾਪ ਹੈ, ਲੜਾਈ ਹੈ, ਝਗੜਾ ਹੈ, ਬਿਮਾਰੀ ਹੈ, ਕੈਂਸਰ, ਚੱਲ ਨਿਕਲ ਜਾ। ਜਦ ਤੱਕ ਉਹਦੇ ਨਾਲ ਤੁਸੀਂ ਫਾਈਟ ਨਹੀਂ, ਯੁੱਧ ਨਹੀਂ ਕਰਦੇ, ਉਦੋਂ ਤੱਕ ਕੋਈ ਹੱਲ ਨਹੀਂ ਹੈ। ਹਾਲੇਲੂਇਆ। ਜਿਹੜੀਆਂ ਗੱਲਾਂ ਫੇਰ ਉਹਨੇ ਗੋਲੀਅਤ ਨੇ ਦਾਊਦ ਨੂੰ ਆਖੀਆਂ ਸੀ, ਫੇਰ ਦਾਊਦ ਨੇ ਸੁਣ ਲਈਆਂ। ਕਿਉਂਕਿ ਦਾਊਦ ਪਤਾ ਕੀ ਸੀ, ਉਹਦੇ ਪਾਪਾ ਨੇ ਆਖਿਆ ਸੀ, ਕਹਿੰਦਾ ਜਾ, ਉਹਦੇ 3 ਭਰਾ ਸੀਗੇ, ਉੱਥੇ 3 ਭਰਾ ਲੜਾਈ ਸੀਗੇ। ਕਹਿੰਦਾ ਉਹ ਪੁੱਛ ਕੇ ਆ, ਯਾਰ 40 ਦਿਨ ਹੋ ਗਏ, ਇੰਨੇ ਦਿਨ ਹੋ ਗਏ ਲੜਾਈ ਕਰ ਰਹੇ, ਪੁੱਛ ਉਹਨਾਂ ਦੀ ਖਬਰ ਵੀ ਠੀਕ ਆ ਜਾਂ ਕਿਵੇਂ ਆ। ਪਿੱਛੇ ਮੈਂ ਤਾਂ ਨਹੀਂ ਜ਼ਿਆਦਾ ਪੜਿਆ, ਕਿਉਂਕਿ ਟਾਈਮ ਵੱਧ ਲੱਗੀ ਜਾਂਦਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਂ, ਅੱਗੇ ਪੜ ਮੀਨਾ। ਦਾਊਦ ਇਜ਼ਰਾਈਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਦਾਊਦ ਨੇ ਸੁਣਿਆ। ਹਾਂ, ਉਹ ਉਹਨਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ, ਜੋ ਵੇਖੋ ਉਹ ਪਹਿਲਵਾਨ ਗਾਥੀ ਫਿਲਿਸਤੀ ਗੋਲੀਅਤ ਨਾਮੇ ਫਿਲਿਸਤੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਨੇ ਅੱਗੇ ਵਾਂਗੂ ਫੇਰ ਗੱਲਾਂ ਕੀਤੀਆਂ ਤੇ ਦਾਊਦ ਨੇ ਸੁਣੀਆਂ। ਇਜ਼ਰਾਈਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ। ਬਸ ਹਾਲੇਲੂਇਆ, ਹਾਲੇਲੂਇਆ। ਬਾਈਬਲ 'ਚ ਲਿਖਿਆ, ਸ਼ੈਤਾਨ ਦਾ ਕੀ ਕਰਨਾ? ਸਾਹਮਣਾ ਕਰਨਾ। ਪਰਮੇਸ਼ਰ ਕਹਿੰਦਾ ਮੇਰੇ ਅਧੀਨ ਹੋ ਕੇ ਸ਼ੈਤਾਨ ਦਾ ਸਾਹਮਣਾ ਕਰਨਾ ਤੇ ਭੱਜਣਾ ਕਿਹੜੀ ਚੀਜ਼ ਤੋਂ? ਪਾਪ ਤੋਂ। ਕਹਿੰਦਾ ਭੱਜਣਾ। ਪਾਪ ਆਏਗਾ ਜ਼ਰੂਰ, ਸ਼ੈਤਾਨ ਬੜੀਆਂ ਚੀਜ਼ਾਂ ਸਾਹਮਣੇ ਕਰੇਗਾ,
ਬੜੀਆਂ ਸਾਹਮਣੇ ਕਰੇਗਾ, ਪਰ ਭੱਜਣਾ ਪਾਪ ਤੋਂ, ਨਸ਼ੇ ਤੋਂ, ਬੇਵਿਚਾਰ ਤੋਂ, ਗੰਦਗੀ ਤੋਂ। ਤੁਸੀਂ ਸਭ ਜਾਣਦੇ ਆ ਕਿਹੜੀ ਚੀਜ਼ ਤੋਂ ਆਪਾਂ ਭੱਜਣਾ, ਤੇ ਸਾਹਮਣਾ ਕਿਹਦਾ ਕਰਨਾ ਹੈ। ਤੇ ਇਜ਼ਰਾਈਲੀ ਲੋਕ ਭੱਜ ਕਾਹਤੋਂ ਗਏ ਹੈ? ਹਾਲੇ ਕਾਰਨ ਇੱਥੇ ਪਤਾ ਕੀ ਸੀਗਾ? ਸ਼ਾਉਲ ਦੇ ਉੱਤੋਂ ਪਰਮੇਸ਼ਰ ਦਾ ਆਤਮਾ ਉੱਠ ਚੁੱਕਾ ਸੀ, ਉਹਨੇ ਆਗਿਆ ਨਹੀਂ ਮੰਨੀ, ਕਿਉਂਕਿ ਸੈਮੂਅਲ ਨੂੰ ਉਹਨੂੰ ਆਖਿਆ ਸੀਗਾ ਜਾ ਅਮਾਲੇਕੀਆਂ ਨੂੰ ਮਾਰ ਦੇ, ਅਮਾਲੇਕੀਆਂ ਨੂੰ ਮਾਰ ਦੇ, ਉਹਨਾਂ ਦਾ ਕੱਖ ਵੀ ਨਹੀਂ ਛੱਡਣਾਗਾ, ਕੁਛ ਵੀ ਨਹੀਂ, ਮਾਲ ਡੰਗਰ ਸਭ ਕੁਝ ਖਤਮ ਕਰ ਦੇਣਾ। ਪਰ ਸ਼ਾਉਲ ਨੇ ਨਹੀਂ ਆਖੇ ਲੱਗਿਆ, ਉਹਨੇ ਕੀ ਕੀਤਾ? ਸਭ ਨੂੰ ਮਾਰ ਦਿੱਤਾ। ਉਹ ਚੰਗੀਆਂ ਚੰਗੀਆਂ ਭੇਡਾਂ, ਜੋ ਮਨ ਤੁਹਾਨੂੰ ਕੁਝ ਮਨ ਜਾਓ ਬਾਕੀ ਇਸ ਤਰ੍ਹਾਂ ਕਰੋ, ਜਾਓ ਉਸ ਤੋਂ ਫਲਾਣੇ ਦੇਸ਼ 'ਚ ਜਾਓ, ਸਭ ਚੀਜ਼ਾਂ ਤਬਾਹ ਕਰ ਦਿਓ। ਯਾਰ ਆਹ ਤਾਂ ਸੋਨੇ ਦੀ ਚੀਜ਼ ਹੈ ਯਾਰ, ਆਹ ਰੱਖ ਨਾ ਲੱਗੀ। ਐਸੇ ਤੱਕ ਸ਼ਾਉਲ ਨੇ ਕੀਤਾ ਉਸ ਟਾਈਮ 'ਚ। ਕੀ ਕੀਤਾ? ਚੰਗੀਆਂ ਚੰਗੀਆਂ ਚੀਜ਼ਾਂ ਰੱਖ ਲਈਆਂ। ਤੇ ਜਦੋਂ ਪਰਮੇਸ਼ਰ ਦਾ ਦਾਸ ਜਾ ਕੇ ਪੁੱਛਦਾ, ਕਹਿੰਦਾ ਹਾਂ ਵੀ ਤੂੰ ਜਿਹੜੇ ਕੰਮ ਨੂੰ ਤੈਨੂੰ ਘੱਲਿਆ ਸੀ ਕਰ ਦਿੱਤਾ? ਕਹਿੰਦਾ ਹਾਂ ਜੀ ਕਰਤਾ। ਕਹਿੰਦਾ ਯਾਰ ਮਿਆਂ ਦੀ ਆਵਾਜ਼ ਕਿੱਥੋਂ ਆਉਂਦੀ ਹੈ? ਭੇਡਾਂ ਗਾਈਆਂ ਦੀ ਆਵਾਜ਼। ਆਂਦਾ ਮੈਂ ਤੇਰੇ ਪਰਮੇਸ਼ਰ ਵਾਸਤੇ ਰੱਖ ਲਿਆ, ਵੀ ਉਹਨਾਂ ਨੂੰ ਭੇਟ ਕਰ ਦੇਣਾ। ਫਿਰ ਸ਼ਾਉਲ, ਸੈਮੂਅਲ ਪਤਾ ਕੀ ਕਹਿੰਦਾ ਸ਼ਾਉਲ ਨੂੰ? ਕਹਿੰਦਾ ਪਰਮੇਸ਼ਰ ਹੁਕਮ ਨੂੰ ਜ਼ਿਆਦਾ ਪਸੰਦ ਕਰਦਾ ਕਿ ਭੇਟਾਂ ਨੂੰ? ਹੁਕਮ ਮੰਨਣਾ, ਜੇ ਤੁਸੀਂ ਗਲਤ ਕਮਾਈ ਕਰਕੇ ਲੱਖ ਰੁਪਇਆ ਚੜਾ ਦੋਗੇ ਉਹਦੇ ਨਾਲ ਪਰਮੇਸ਼ਰ ਪਸੰਦ ਨਹੀਂ ਹੋਏਗਾ। ਜਦੋਂ ਹੁਕਮ ਮੰਨੋਗਾ ਉਹਦੇ ਨਾਲ ਖੁਸ਼ ਹੈ। ਹੁਕਮ ਮੰਨਣਾ ਜ਼ਰੂਰੀ ਆ। ਹੁਕਮ ਜਿਨ੍ਹਾਂ ਨੇ ਮੰਨਣ ਉਹਨੇ ਆਸ਼ੀਸ਼ ਪਾਈ ਆ। ਹਾਂ ਅੱਗੇ ਇਜ਼ਰਾਈਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ। ਤਦ ਇਜ਼ਰਾਈਲ ਦੇ ਲੋਕਾਂ ਨੇ ਆਖਿਆ, ਤੁਸਾਂ ਇਸ ਮਨੁੱਖ ਨੂੰ ਡਿੱਠਾ ਜੋ ਨਿਕਲਿਆ ਹੈ, ਸੱਚਮੁੱਚ ਇਹ ਤਾਂ ਇਜ਼ਰਾਈਲ ਨੂੰ ਲੱਜਾਵਾਨ ਹੀ ਕਰਨ ਆਇਆ ਹੈ। ਬਸ ਹਾਲੇਲੂਇਆ। ਕਈ ਵਾਰੀ ਐਂ ਲੱਗਦਾ ਯਾਰ ਬਾਸਾ ਤਾਂ ਨਾ ਬਿਮਾਰੀ ਨਾਲ ਹੀ ਆ। ਹਾਲੇਲੂਇਆ। ਇਹਨਾਂ ਨੇ ਅੰਗੀਕਾਰ ਕਰ ਲਿਆ ਮੂੰਹ ਤੋਂ, ਕਹਿੰਦਾ ਆਹ ਤਾਂ ਨਾ ਬੰਦਾ ਜਿਹੜਾ ਆਪਣੇ ਸਾਹਮਣੇ ਨਿਕਲ ਗਿਆ, ਐਡਾ ਬੰਦਾ ਤਗੜਾ ਹੈ, ਇਹਦੇ ਨਾਲ ਤਾਂ ਯੁੱਧ ਕਰਨਾ ਮੁਸ਼ਕਲ ਹੀ ਹੈ। ਕਿਉਂਕਿ 10-20 ਕਿਲੋ ਤੋਂ ਉਹ ਸਾਰਾ ਕੁਝ ਭਾਰ ਹੀ ਪਾਈ ਬੈਠਾ ਸੀਗਾ। ਹਾਲੇਲੂਇਆ। ਤੇ ਲੱਗਦਾ ਸੀ ਵੀ ਇਹ ਮੁਸੀਬਤ ਮੁਸ਼ਕਲ ਹੀ ਹਟੇ, ਇਹ ਮੁਸੀਬਤ ਮੁਸ਼ਕਲ ਹੀ ਹਟੇ। ਸਮਝ ਆਉਂਦੀ ਹੈ ਬੇਟਾ? ਦੱਸੋ। ਕਿਉਂਕਿ ਦੋ ਐਡੇ ਵੱਡੇ ਕੱਦ ਦਾ ਸੀ, 10 ਫੁੱਟ। ਪੁੱਤ ਕੱਦ ਕਿੰਨਾ ਤੇਰਾ? 5 ਫੁੱਟ। 5 ਫੁੱਟ ਹੋਰ ਮੈਨੂੰ ਲੱਗਦਾ 10 ਫੁੱਟ ਤੇ ਛੱਤ ਹੋ ਗਈ ਇਹਦੀ। ਹਾਂ 11 ਦੀ। ਹਾਲੇਲੂਇਆ। ਉੱਤੇ ਅਕਸਰ ਟੋਪ ਵੀ ਸੀਗਾ। ਹਾਲੇਲੂਇਆ। ਹਾਲੇਲੂਇਆ। ਜਾਨੀ ਕਿ 11 ਫੁੱਟ ਦਾ ਬੰਦਾ 5 ਫੁੱਟ ਵਾਲੇ ਦਾ ਮੁਕਾਬਲਾ ਹੈਗਾ। ਅੱਗੇ ਪੜਦੇ ਫਿਰ ਪਤਾ ਲੱਗੇਗਾ। ਤਦ ਇਜ਼ਰਾਈਲ ਦੇ ਲੋਕਾਂ ਨੇ ਆਖਿਆ, ਤੁਸਾਂ ਇਸ ਮਨੁੱਖ ਨੂੰ ਡਿੱਠਾ ਜੋ ਨਿਕਲਿਆ ਹੈ, ਸੱਚਮੁੱਚ ਇਹ ਤਾਂ ਇਜ਼ਰਾਈਲ ਨੂੰ ਲੱਜਾਵਾਨ ਹੀ ਕਰਨ ਆਇਆ ਹੈ। ਅਤੇ ਅਜਿਹਾ ਹੋਵੇਗਾ ਭਾਈ, ਜਿਹੜਾ ਉਸ ਨੂੰ ਮਾਰੇਗਾ ਤਾਂ ਪਾਤਸ਼ਾਹ ਉਹਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਹਨੂੰ ਦੇਵੇਗਾ ਅਤੇ ਉਹਦੇ ਪਿਓ ਦੇ ਟੱਬਰ ਨੂੰ ਇਜ਼ਰਾਈਲ ਵਿੱਚ ਆਜ਼ਾਦ ਕਰੇਗਾ। ਤਾਂ ਦਾਊਦ ਨੇ ਆਪਣੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਿਹੜਾ ਮਨੁੱਖ ਇਸ ਫਿਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਜ਼ਰਾਈਲ ਉੱਤੋਂ ਹਟਾਵੇ ਤਾਂ ਉਹਨੂੰ ਕੀ ਮਿਲੇਗਾ? ਕਿਉਂ ਜੋ ਇਹ ਅਸੁੰਨਤੀ ਫਿਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਰ ਦੇ ਦਲਾਂ ਨੂੰ ਲੱਜਾਵਾਨ ਕਰੇਗਾ? ਬਸ ਹਾਲੇਲੂਇਆ। ਹਾਲੇਲੂਇਆ। ਅੱਜ ਉਹ ਮਸਾ ਆਏਗਾ ਤੁਹਾਡੇ ਜੀਵਨ 'ਚ। ਸ਼ੈਤਾਨ ਨੂੰ ਹਰਾਉਣ ਦਾ ਅੱਜ ਮਸਾ ਤੁਹਾਡੇ ਜੀਵਨ 'ਚ ਆਏਗਾ। ਅੱਜ ਉਹ ਸਾਮਰਥ ਆਏਗੀ। ਕਿਉਂਕਿ 17 ਸਾਲਾਂ ਦਾ ਹੀ ਸੀਗਾ, ਸਾਰਾ ਇਜ਼ਰਾਈਲ ਡਰਿਆ ਪਿਆ ਸੀਗਾ, ਸਾਰਾ ਇਜ਼ਰਾਈਲ ਡਰਿਆ ਪਿਆ ਸੀਗਾ। ਪਰ ਦਾਊਦ ਕਹਿੰਦਾ ਇਹ ਹੈ ਕੀ ਆ ਫਿਲਿਸਤੀ? ਇਹ ਹੈ ਕੀ ਆ? ਇਹ ਹੈ ਕੀ ਆ? ਇਹ ਕੈਂਸਰ ਹੈ, ਬਿਮਾਰੀ ਹੈ, ਸ਼ਰਮਿੰਦਗੀ, ਇਹ ਹੈ ਕੀ ਆ? ਹਾਲੇਲੂਇਆ। ਤੁਹਾਨੂੰ ਅੱਜ ਤੋਂ ਬਾਅਦ ਇਹ ਚੀਜ਼ਾਂ ਨਿੱਕੀਆਂ ਲੱਗਣ ਲੱਗਣੀਆਂ। ਜਦੋਂ ਤੁਸੀਂ ਵਚਨ ਪੂਰਾ ਸੁਣ ਲਿਆ ਨਾ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਨੂੰ ਕੈਂਸਰ, ਸ਼ੂਗਰ, ਕੁਛ ਵੀ ਜਿਹੜੀ ਤੁਹਾਡੀ ਐ ਲੱਗਦਾ ਨਾ ਤੁਹਾਨੂੰ ਇਹ ਪਹਾੜ ਆ, ਇਹ ਨਿੱਕੀਆਂ ਨਿੱਕੀਆਂ ਲੱਗਣਗੀਆਂ ਯਿਸੂ ਮਸੀਹ ਦੇ ਨਾਮ 'ਚ। ਹਾਂ ਪੜ੍ਹੀਏ। ਇਹ ਹੈ ਕੌਣ? ਹਾਂ ਇਹ ਅਸੁੰਨਤੀ ਫਿਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਰ ਦੇ ਦਲਾਂ ਨੂੰ ਲੱਜਾਵਾਨ ਕਰੇਗਾ? ਕਹਿੰਦਾ ਜਿਉਂਦੇ ਪਰਮੇਸ਼ਰ ਨੂੰ, ਜਿਉਂਦੇ ਪਰਮੇਸ਼ਰ ਦੇ ਲੋਕਾਂ ਨੂੰ ਇਹ ਲੱਜਾਵਾਨ ਕਰਦਾ। ਇਹ ਹੈ ਕੀ ਆ? ਕਹਿੰਦਾ ਲੋਕੀ ਆਂਦੇ ਨੇ ਯਾਰ, ਕਿਉਂਕਿ ਐਡਾ ਕੁ ਬੱਚਾ, ਠੀਕ ਹੈ, ਆਂਦੇ ਨੇ ਯਾਰ ਕਰਦਾ ਕੀ, ਸਾਰੇ ਡਰੀ ਜਾਂਦੇ। ਤੇ ਇਹ ਕਹਿੰਦਾ ਯਾਰ ਉਹਨੂੰ ਸਮਝਦਾ ਹੀ ਕੁਛ ਨਹੀਂ ਵੀ ਤੂੰ ਹੈ ਵੀ ਨੇੜੇ।
ਠੀਕ ਹੈ ਮਿਲੇ ਆਂਦੇ ਨੇ ਯਾਰ ਆ ਮੁੰਡਾ ਜਾ ਯਾਰ ਸਾਰਾ ਇਜ਼ਰਾਈਲ ਡਰੀ, ਸਾਰਾ ਦੇਸ਼ ਡਰੀ ਜਾਂਦਾ ਤੇ ਇਹ ਕਹਿੰਦਾ ਤੇ ਹੈ ਕੀ ਇਹ? ਕਾਰਨ ਪਤਾ ਕੀ ਸੀ? ਦਾਊਦ ਦੇ ਸਬੰਧ ਕਿਹਦੇ ਨਾਲ? ਪਰਮੇਸ਼ਰ ਨਾਲ। ਪਰਮੇਸ਼ਰ ਨਾਲ। ਅੱਜ ਤੁਹਾਨੂੰ ਜਿਹੜੀ ਪ੍ਰੋਬਲਮ ਤੁਹਾਡੇ ਜੀਵਨ 'ਚ ਸੀ, ਠੀਕ ਹੈ, ਉਹ ਬਹੁਤ ਵੱਡੀ ਲੱਗਦੀ ਸੀ, ਹਾਲੇਲੂਇਆ, ਪਰ ਸਾਡੇ ਵਾਸਤੇ ਉਹ ਕੁਝ ਵੀ ਨਹੀਂ। ਕਾਰਨ ਪਰਮੇਸ਼ਰ ਸਾਡੇ ਨਾਲ। ਦਾਊਦ ਦੇ ਨਾਲ ਵੀ ਪਰਮੇਸ਼ਰ ਸੀ, ਹਾਲੇਲੂਇਆ। ਕਾਰਨ ਉਹਨੂੰ ਦਲੇਰੀ ਸੀ, ਹਾਲੇਲੂਇਆ। ਉਹਨੂੰ ਪਤਾ ਸੀ ਪਰਮੇਸ਼ਰ ਕੰਮ ਕਰਦਾ, ਕਿਉਂਕਿ ਉਹਨੇ ਗਵਾਹੀ ਲੈ ਕੇ ਪਿੱਛੇ ਨਹੀਂ ਹਟਿਆ, ਪਰਮੇਸ਼ਰ 'ਚ ਵਧਿਆ। ਹਾਂ, ਅੱਗੇ ਪੜੀਏ ਮੁੰਨਾ। ਲੋਕਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ, ਭਾਈ ਜਿਹੜਾ ਉਸ ਨੂੰ ਮਾਰੇ ਉਸ ਮਨੁੱਖ ਨੂੰ ਇਹ ਮਿਲੇਗਾ। ਉਸੇ ਵੇਲੇ ਉਹਦੇ ਵੱਡੇ ਭਰਾ ਅਲੀਆਬ ਨੇ ਉਹਦੀਆਂ ਗੱਲਾਂ ਸੁਣੀਆਂ ਜੋ ਉਹ ਲੋਕਾਂ ਨਾਲ ਕਰ ਰਿਹਾ ਸੀ, ਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਜਾਗਿਆ। ਬਸ ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹਣਾ, ਜਦੋਂ ਉਹਦੇ ਭਰਾਵਾਂ ਨੂੰ ਪਤਾ ਲੱਗਿਆ ਨਾ ਵੀ ਦਾਊਦ ਇੱਥੇ ਸਾਡੇ ਕੋਲ ਸਾਡੇ ਰੋਟੀ ਪਾਣੀ ਲੈ ਕੇ ਆਇਆ, ਤੇ ਉਹਨਾਂ ਨੇ ਕੁਝ ਹੋਰ ਹੀ ਸੋਚ ਲਿਆ, ਕਿਉਂਕਿ ਦਾਊਦ ਫੇਰ ਪਹਿਲਾਂ ਪਿੱਛੇ ਵੀ ਲੋਕਾਂ ਨੂੰ ਕਹਿ ਕੇ ਹਟਿਆ ਸੀ ਵੀ ਇਹ ਹੈ ਕੀ? ਇਹ ਹੈ ਕੀ ਜਿਹਨੂੰ ਤੁਸੀਂ ਬਲਾ ਬਣਾਈ ਬੈਠੇ, ਜਿਹਨੂੰ ਤੁਸੀਂ ਪਹਾੜ ਬਣਾਈ ਬੈਠੇ ਆ? ਕਹਿੰਦਾ ਹੈ ਕੀ ਇਹ? ਕਹਿੰਦਾ ਹੈ ਕੀ ਇਹ ਜਿਹਨੂੰ ਤੁਸੀਂ ਡਰੀ ਜਾਂਦੇ ਆ? ਫੇਰ ਇੱਥੇ ਆ ਕੇ ਲੋਕਾਂ ਨੇ ਜਦੋਂ ਗੱਲ, ਤੇ ਉਹਦੇ ਭਰਾ ਦੀ ਯਾਰ ਬਣਿਆ ਕੀ ਆ? ਅਸੀਂ ਖੁਦ 3 ਭਰਾ, ਵੱਡੇ ਭਰਾ ਸੀਗੇ, ਕਹਿੰਦੇ ਅਸੀਂ ਇੰਨੇ ਚਿਰ ਤੋਂ ਸ਼ੌਲ ਦੇ ਨਾਲ ਲੜਾਈ ਕਰਦੇ, ਯੁੱਧ ਕਰਦੇ ਆ, ਅਸੀਂ ਸਭ ਕੁਝ ਚਲਾਉਣੇ, ਤੇ ਹੈ ਕੀ ਹੈ? ਇਹ ਤਾਂ ਭੇਡਾਂ ਬੱਕਰੀਆਂ ਚਾਰਨ ਵਾਲਾ, ਤੇ ਇੱਥੇ ਲੜਾਈ ਚ ਆ ਕੇ ਤੇ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦਾ। ਹਾਂ, ਅੱਗੇ ਵੀ ਨਾ। ਉਸੇ ਵੇਲੇ ਉਹਦੇ ਵੱਡੇ ਭਰਾ ਅਲੀਆਬ ਨੇ ਉਹਦੀਆਂ ਗੱਲਾਂ ਸੁਣੀਆਂ ਜੋ ਲੋਕਾਂ ਨਾਲ ਕਰ ਰਿਹਾ ਸੀ, ਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਜਾਗਿਆ, ਤੇ ਉਹ ਬੋਲਿਆ, ਤੂੰ ਕਾਹਨੂੰ ਇੱਥੇ ਲੈ ਆਇਆ ਹੈ? ਅਤੇ ਉੱਥੇ ਉਜਾੜ ਵਿੱਚ ਉਹਨਾਂ ਥੋੜੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਗੋਚਰੇ ਛੱਡ ਆਇਆ ਹੈ? ਮੈਂ ਤੇਰੀ ਦੌੜ ਅਤੇ ਤੇਰੇ ਮਨ ਦੀ ਬੁਰਾਈ ਨੂੰ ਜਾਣਦਾ ਹਾਂ, ਤੂੰ ਲੜਾਈ ਦੇ ਵੇਖਣ ਨੂੰ ਹੀ ਲੈ ਆਇਆ ਹੈ। ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ? ਭਲਾ ਕੋਈ ਕਾਰਨ ਨਹੀਂ? ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ। ਬਸ ਹਾਲੇਲੂਇਆ। ਉਹਦੇ ਭਰਾ ਦੇ ਤੋਂ ਲੈਣ ਕੇ ਇੱਥੇ ਆਇਆ। ਪਤਾ ਕੀ ਦੁਸ਼ਟ ਆਤਮਾ ਨੂੰ ਵਰਤ ਰਿਹਾ ਸੀ ਉਹਦੇ ਭਰਾਵਾਂ ਨੂੰ, ਕਾਹਦੇ ਵਾਸਤੇ? ਦਾਊਦ ਨੂੰ ਰੋਕਣ ਵਾਸਤੇ। ਕਈ ਵਾਰੀ ਤੁਸੀਂ ਜਦੋਂ ਅੱਗੇ ਵਧਦੇ ਆ ਨਾ, ਤਾਂ ਤੁਹਾਡੇ ਘਰ ਦੇ ਹੀ ਤੁਹਾਨੂੰ ਕਹਿਣ ਲੱਗ ਪੈਂਦੇ ਆ, ਘਰ ਦੇ ਕਹਿਣ ਲੱਗ ਪੈਂਦੇ, ਓਏ ਤੂੰ ਕਿਹੜੇ ਰਾਹ ਤੁਰ ਪਿਆ? ਉਹੀ ਭਾਈ ਜਸਵੰਤ ਜਿੰਦੀ ਤੁਹਾਨੂੰ ਗੱਲ ਕਰਦਾ ਅੱਜ ਮੈਂ ਦੱਸਿਆ, ਉਹੀ ਭਾਈ ਨਰਮਲ, ਜਦੋਂ ਮੈਂ ਸਟਾਰਟਿੰਗ ਚ ਮਸੀਹ ਚ ਚੱਲਣ ਲੱਗਿਆ ਨਾ, ਰੱਜ ਕੇ ਵਿਰੋਧ ਕੀਤਾ, ਰੱਜ ਕੇ। ਹਾਲੇਲੂਇਆ। ਰੱਜ ਕੇ ਮੇਰਾ ਵਿਰੋਧ ਕੀਤਾ। ਕਾਹਦੇ ਵਾਸਤੇ? ਉਹ ਨਹੀਂ ਕਰ ਰਹੇ ਸੀ, ਦੁਸ਼ਟ ਆਤਮਾ ਕਰ ਰਿਹਾ ਸੀ। ਕਾਹਤੋਂ? ਉਹਨਾਂ ਨੂੰ ਪਤਾ ਸੀਗਾ ਵੀ ਇਹੀ ਛਡਾਉਣ ਦਾ ਕਾਰਨ ਹੋਏਗਾ। ਹਾਲੇਲੂਇਆ। ਕੱਲ ਹੀ ਮੈਨੂੰ ਕਹਿੰਦੇ ਵੀ ਤੁਸੀਂ ਮੇਰੇ ਲਈ ਇਸ ਤਰ੍ਹਾਂ ਕਰਕੇ ਫਾਸਟਿੰਗ ਰੱਖਣੀ ਹੈ, ਵੀ ਅੱਜ ਕੇਸ ਤੋਂ ਜਮਾ, ਮੈਂ ਸਵੇਰੇ ਪ੍ਰਾਰਥਨਾ ਕੀਤੀ, ਕੱਲ ਹੀ ਕੇਸ ਰੱਦ ਹੋ ਗਿਆ ਯੀਸ਼ੂ ਮਸੀਹ ਦੇ ਨਾਮ ਵਿੱਚ। ਹਾਲੇਲੂਇਆ। ਜੇ ਉਦੋਂ ਉਹਨੇ ਉਸੇ ਭਾਈ ਜਸਵੰਤ ਦੀ ਆਖੇ ਲੱਗ ਗਏ ਤੇ ਮਸੀਹ 'ਚ ਨਾ ਵਾਧਾ, ਅੱਜ ਉਹਨੇ ਜੇਲ੍ਹ 'ਚ ਬੈਠਾ ਹੋਣਾ ਸੀ। ਹਾਲੇਲੂਇਆ। ਕਾਰਨ ਕੀ? ਸ਼ੈਤਾਨ ਨੂੰ ਆਉਣ ਵਾਲੇ ਸਮੇਂ ਦਾ ਪਤਾ ਵੀ ਇਹ ਇਕੱਲੇ ਨੇ ਤਾਂ ਨਹੀਂ ਬਚਣਾ, ਇਹ ਪੂਰੇ ਸ਼ਹਿਰ ਨੂੰ, ਪੂਰੇ ਮਹੱਲੇ ਨੂੰ, ਪੂਰੇ ਨਗਰ ਨੂੰ ਬਚਾਏਗਾ, ਪੂਰੇ ਪੰਜਾਬ ਨੂੰ, ਪੂਰੇ ਇੰਡੀਆ ਨੂੰ। ਹਾਲੇਲੂਇਆ। ਪਰ ਕਾਰਨ ਕੀ ਹੈ? ਆਪਾਂ ਲੜਾਈ ਕਰਨੀ, ਫਾਈਟ ਕਰਨੀ, ਕਿਹਦੇ ਨਾਲ? ਸ਼ੈਤਾਨ ਨਾਲ। ਆਪਣੀ ਲੜਾਈ ਇੱਕ, ਫਿਰ ਤੋਂ ਮੈਂ ਤੁਹਾਨੂੰ ਕਹਿੰਦਾ, ਇੱਕ ਦਿਮਾਗ 'ਚ ਗੱਲ ਰੱਖਣੀ ਹੈ ਵੀ ਆਪਾਂ ਇੱਕ ਲੜਾਈ ਚ, ਕਾਹਦੇ 'ਚ? ਲੜਾਈ ਚ। ਆਪਣਾ ਦੁਸ਼ਮਣ ਕੋਈ ਲਹੂ ਮਾਸ ਨਾਲ ਨਹੀਂ, ਆਪਣੀ ਲੜਾਈ ਦੁਸ਼ਟ ਆਤਮਾ ਨਾਲ। ਹਾਲੇਲੂਇਆ। ਤੁਸੀਂ ਉਹ ਸ਼ਰਮਿੰਦਗੀ ਮਿਟਾਉਣੀ ਆ। ਕਿਵੇਂ? ਅੱਗੇ ਹਾਂ ਪੜ੍ਹੋ। ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹ ਗੱਲਾਂ ਫੇਰ ਕੀਤੀਆਂ, ਸੋ ਲੋਕਾਂ ਨੇ ਉਹਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ। ਦਾਊਦ ਨੇ ਫੇਰ ਆਖਿਆ, ਤੀਜੀ ਵਾਰ ਦਾਊਦ ਨੇ ਕਹਿਤਾ, ਕਹਿੰਦਾ ਮੈਂ ਲੜੂੰਗਾ ਯਾਰ, ਮੈਂ ਉਹਨੂੰ ਹਰਾ ਕੇ ਆਉਂਗਾ। ਤੀਜੀ ਵਾਰ ਫੇਰ ਕਹਿਤਾ, ਜਿਹੜਾ ਸਾਰੇ ਪੂਰੇ ਦੇਸ਼ ਨੂੰ ਤਾਂ ਲੱਗਦਾ ਸੀ ਵੀ ਯਾਰ ਇਹ ਤਾਂ ਬਸ ਆਪਾਂ ਨੂੰ ਖਤਮ ਕਰੇਗਾ, ਤੇ ਪਰ ਇੱਕ ਨਿੱਕਾ ਜਿਹਾ ਬੱਚਾ, ਐਡਾ ਕੁ ਬੱਚਾ, ਉਹ ਕਹਿੰਦਾ ਯਾਰ ਮੈਂ ਹਰਾਉਂਗਾ ਇਹਨੂੰ। ਕਾਰਨ ਕੀ ਸੀ? ਪਵਿੱਤਰ ਆਤਮਾ ਨੂੰ ਦਲੇਰੀ ਦੇ ਰਿਹਾ ਸੀ, ਤੂੰ ਹਰਾ ਸਕਦਾ ਉਹਨੂੰ। ਹਾਂ, ਅੱਗੇ
ਸੋ ਲੋਕਾਂ ਨੇ ਉਹਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ ਅਤੇ ਜਾਂ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਉਲ ਕੋਲ ਉਹਨਾਂ ਦੀ ਖਬਰ ਦਿੱਤੀ ਅਤੇ ਉਸ ਨੇ ਉਹਨੂੰ ਸੱਦ ਘੱਲਿਆ। ਤਾਂ ਦਾਊਦ ਨੇ ਸ਼ਾਉਲ ਨੂੰ ਆਖਿਆ, ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਕਾਬਰੇ। ਬਸ ਹਾਲੇਲੂਇਆ। ਫਿਰ ਜਿਹੜਾ ਪਾਤਸ਼ਾਹ ਸੀ ਨਾ, ਇਜ਼ਰਾਈਲ ਦਾ ਰਾਜਾ ਸੀਗਾ, ਇਜ਼ਰਾਈਲ ਦਾ ਰਾਜਾ ਸੀ ਜਿਹੜਾ, ਉਹਨੇ 3 ਵਾਰੀ ਉਹਦੀਆਂ ਗੱਲਾਂ ਸੁਣੀਆਂ ਤੇ ਯਾਰ ਹੈ ਕੌਣ ਹੈ ਇਹ, ਮੇਰੇ ਕੋਲੇ ਲਿਆਓ। ਜਿਹੜਾ ਮੇਨ ਬੰਦਾ ਸੀ ਨਾ, ਪਾਤਸ਼ਾਹ ਸੀਗਾ, ਮੇਨ ਬੰਦਾ ਸੀ ਜਿਹੜਾ ਇਜ਼ਰਾਈਲ ਦਾ, ਸ਼ਾਉਲ। ਕਿਉਂਕਿ ਤੁਸੀਂ ਵਚਨ ਪੜਿਆ ਤਾਂ ਫਿਰ ਸਮਝ ਆ ਜਾਏਗੀ, ਤਾਂ ਜੀ ਤੁਹਾਨੂੰ ਪਾਤਸ਼ਾਹ ਕਹਿੰਦਾ ਮੈਂ, ਠੀਕ ਹੈ। ਮੇਨ ਬੰਦਾ ਸੀ, ਕਹਿੰਦਾ ਯਾਰ ਇਹ ਹੈ ਕਿਹੜਾ, ਮੈਂ 3 ਵਾਰੀ ਇਹਦੀਆਂ ਗੱਲਾਂ ਸੁਣਨੀਆਂ, ਲਿਆਓ ਕੌਣ ਆ, ਕਿਹੜਾ ਇਹਦੇ ਨਾਲ ਲੜਨ ਨੂੰ ਤਿਆਰ ਆ। ਹਾਲੇਲੂਇਆ। ਹਾਂ ਗਿਆਨ ਅੱਗੇ ਬੜੀ ਬੱਤੀਅਤ ਬੜੀ। ਤਾਂ ਦਾਊਦ ਨੇ ਸ਼ਾਉਲ ਨੂੰ ਆਖਿਆ, ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਕਾਬਰੇ, ਤੁਹਾਡਾ ਦਾਸ ਜਾਵੇਗਾ ਤੇ ਉਸ ਫਿਲਿਸਤੀ ਨਾਲ ਲੜੇਗਾ। ਬਸ ਹਾਲੇਲੂਇਆ। ਜਦੋਂ ਫੇਰ ਪਾਤਸ਼ਾਹ ਨੇ ਕੋਲੇ ਸੱਦ ਲਿਆ ਤੇ ਉਹਦੀ ਗੱਲ ਕਹਿੰਦਾ, ਪਾਤਸ਼ਾਹ ਜੀ ਘਬਰਾਉਣ ਦੀ ਲੋੜ ਨਹੀਂਗੀ, ਉਸ ਬੰਦੇ ਕਰਕੇ ਜਿਹੜਾ ਤੁਹਾਨੂੰ ਐ ਲੱਗਦਾ ਨਾ ਵੀ ਬਹੁਤ ਵੱਡਾ, ਬੜਾ ਵੱਡਾ, ਉਹਦੇ ਕਰਕੇ ਕਿਸੇ ਦਾ ਮਨ ਵੀ ਆਂਦਾ ਹੋਣਾ ਯਾਰ ਇਹ ਸ਼ੋਰ ਆ, ਮੈਂ ਬਚਪਨ ਤੋਂ ਹੀ ਯੋਧਾ ਤੇ ਬਚਪਨ ਤੋਂ ਹੀ ਲੜਦਾ ਹੈ, ਤੇ ਗੱਲ ਕੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਤੁਹਾਨੂੰ ਮੈਂ ਫਿਰ ਤੋਂ ਕਹਿੰਦਾ, ਉਹ ਸ਼ਰਮਿੰਦਗੀ ਤੁਹਾਡੇ ਵਾਸਤੇ ਬਹੁਤ ਵੱਡੀ ਲੱਗ ਸਕਦੀ ਹੈ ਵੀ ਇਹ ਬੰਦਾ ਜਿਹੜਾ ਇਹ ਨਹੀਂ ਸੁਧਰਦਾ, ਇਹ ਭੈਣ ਆ, ਇਹ ਭਾਈ, ਇਹ ਬਿਜ਼ਨਸ ਹੈ, ਕਾਰੋਬਾਰ ਹੈ, ਇਹ ਨਹੀਂ ਚੱਲ ਸਕਦਾ। ਪਰ ਜੇ ਯਿਸੂ ਮਸੀਹ ਤੁਹਾਡੇ ਨਾਲ ਆ, ਅੱਜ ਹੀ ਯਿਸੂ ਮਸੀਹ ਦੇ ਨਾਮ 'ਚ ਚੱਲੇਗਾ, ਅੱਜ ਹੀ ਯਿਸੂ ਮਸੀਹ ਦੇ ਨਾਮ 'ਚ ਚੱਲੇਗਾ। ਜੇ ਅੱਜ ਤੁਸੀਂ ਤੋਬਾ ਕਰਕੇ ਜਾਓਗੇ, ਅੱਜ ਤੋਬਾ ਕਰਕੇ ਜਾਓਗੇ, ਸਾਰੇ ਪਾਪਾਂ ਨੂੰ ਛੱਡ ਕੇ ਜਾਓਗੇ, ਅੱਜ ਹੀ ਇਹ ਬਿਜ਼ਨਸ, ਅੱਜ ਹੀ ਇਹ ਬਿਮਾਰੀ ਜਾਏਗੀ, ਅੱਜ ਹੀ ਇਹ ਬਿਜ਼ਨਸ ਚੱਲੇਗਾ, ਅੱਜ ਹੀ ਉਹ ਪਤੀ ਪਤਨੀ ਸੁਧਰ ਜਾਏਗੀ, ਉਹ ਨਸ਼ੇ ਦੀ ਦੁਚਾਤ में निकल जाएगी। यीशु के नाम से फाइट करनी, लड़ाई करनी ताकत इसे वक्त तेरे जीवन च एंटर करे यीशु के नाम से, एंटर करे यीशु के नाम से। दाऊद की तरह करैक्टर तेरे अंदर यीशु के नाम से एंटर करे, और दलेरी एंटर करे यीशु के नाम से। डर निकल जैसे वक्त, डर निकल जैसे वक्त, डर निकल जैसे वक्त यीशु मसीह के नाम से पाप की ताकत टूट गई यीशु के नाम से। हाँ अगे नहीं हो तद हाँ ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਕਾਬਰੇ, ਤੁਹਾਡਾ ਦਾਸ ਜਾਵੇਗਾ ਤੇ ਉਸ ਫਿਲਿਸਤੀ ਨਾਲ ਲੜੇਗਾ। ਤਦ ਸ਼ਾਉਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫਿਲਿਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਯੋਗਾ ਨਹੀਂ ਹੈ, ਕਿਉਂ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣਪੁਣੇ। ਫਿਰ ਉਸ ਪਾਤਸ਼ਾਹ ਕਹਿੰਦਾ, ਤੂੰ ਮੁੰਡਾ ਜਿਹਾ ਨਿੱਕਾ ਜਿਹਾ ਜਵਾਕ ਹੈ, ਤੂੰ ਨਹੀਂ ਉਹਦੇ ਨਾਲ ਲੜ ਸਕਦਾ। ਹਾਂ ਕਿਉਂ ਜੋ ਤੂੰ ਮੁੰਡਾ ਹੀ ਹੈ ਤੇ ਉਹ ਨਿਆਣਪੁਣੇ ਤੋਂ ਹੀ ਯੋਧਾ ਹੈ। ਤਦ ਦਾਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਾਂ ਇੱਕ ਸ਼ੇਰ। 34 ਹਾਂ। ਤਦ ਦਾਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰਿਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ, ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਸ ਨੂੰ ਮਾਰਿਆ ਅਤੇ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ, ਅਤੇ ਜਾਂ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੂੰ ਬਰਾਸ਼ੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋ ਮੁਕਾਇਆ। ਬਸ ਹਾਲੇਲੂਇਆ। ਹੁਣ ਦਾਊਦ ਨੇ ਪਾਤਸ਼ਾਹ ਵੀ ਨਹੀਂ ਆਖੇ ਲੱਗਦਾ, ਕਹਿੰਦਾ ਤੂੰ ਨਿੱਕਾ ਜਿਹਾ ਜਵਾਕ ਆ ਯਾਰ, ਤੂੰ ਨਿੱਕਾ ਜਿਹਾ ਜਵਾਕ ਤੋਂ ਇਹ ਕੰਮ ਨਹੀਂ ਕਰ ਸਕਦਾ। ਕਾਰਨ ਕੀ ਸੀ? ਉਹਨੇ ਇੱਥੇ ਪਤਾ ਕੀ ਗੱਲ ਕੀਤੀ? ਹਾਲੇਲੂਇਆ। ਇਸ ਐਤ ਤੇ ਟਿਕ ਮਾਰ ਕਰ ਲਓ। ਉਹਨੇ ਗਵਾਹੀ ਦਿੱਤੀ, ਕਾਦੀ? ਟੈਸਟਮਨੀ ਦਿੱਤੀ ਆਪਦੀ। ਕਹਿੰਦਾ ਇੱਕ ਵਾਰੀ ਮੇਰੀਆਂ, ਮੈਂ ਕਹਿੰਦਾ ਮੈਂ ਭੇਡਾਂ ਚਾਰਦਾ ਸੀ, ਉਹਦੇ ਉੱਤੇ ਇੱਕ ਰਿਛ ਆ ਗਿਆ, ਉਹਦਾ ਰਿਛ ਨੂੰ ਫੜ ਕੇ ਮੈਂ ਇੰਨਾ ਮਰੋੜਿਆ, ਉਹਨੂੰ ਮਾਰ ਦਿੱਤਾ। ਫਿਰ ਕਹਿੰਦਾ ਇੱਕ ਸ਼ੇਰ ਆ, ਸ਼ੇਰ ਨੂੰ ਫੜ ਕੇ ਮਰੋੜ ਦਿੱਤਾ। ਉਹਨੇ ਕੀ ਦਿੱਤੀ? ਗਵਾਹੀ। ਕੀ ਦਿੱਤੀ? ਗਵਾਹੀ। ਕਿਉਂਕਿ ਸ਼ੇਰ ਨੂੰ ਮਾਰਨਾ ਕੋਈ ਮਾੜੀ ਮੋੜ ਗੱਲ ਨਹੀਂ, ਉਹਦੇ ਮੂੰਹ ਚੋਂ ਉਹਦਾ ਸ਼ਿਕਾਰ ਛਡਾ ਕੇ ਲਿਆਉਣਾ ਇੱਕ ਮਾੜੀ ਮੋਟਾ ਗੱਲ ਹੈ ਨਹੀਂ। ਉਹਨੂੰ ਪਤਾ ਸੀ ਇਹ ਪਰਮੇਸ਼ਰ ਨੇ ਕੀਤਾ। ਤੁਹਾਨੂੰ ਵੀ ਪਤਾ, ਜਿਹੜੀ ਪਹਿਲੀ ਮੁਸੀਬਤ ਸੀ, ਜੇ ਪਰਮੇਸ਼ਰ ਉਹਦੇ ਚੋਂ ਕੱਢ ਸਕਦਾ, ਉਹਦੀ ਗਵਾਹੀ ਦਿਓਗੇ, ਅਗਲੀ ਚੋਂ ਵੀ ਕੱਢੂਗਾ ਯਿਸੂ ਮਸੀਹ, ਅਗਲੀ ਚੋਂ ਵੀ ਕੱਢੂਗਾ। ਜੇ ਤੁਸੀਂ ਉਸ ਚੀਜ਼ ਦੀ ਟੈਸਟਮਨੀ ਦਿੱਤੀ ਨਾ, ਲੋਕਾਂ ਨੂੰ ਦੱਸਿਆ। ਹਾਲੇਲੂਇਆ, ਹਾਲੇਲੂਇਆ। ਉਹਨੇ ਕੀ ਕੀਤਾ? ਟੈਸਟਮਨੀ, ਗਵਾਹੀ ਦਿੱਤੀ ਪਹਿਲਾਂ। ਕਾਦੀ? ਫਿਰ ਤੋਂ ਪੜ੍ਹ ਮੀਨਾ ਜਿਹੜੀ ਸਮਝ ਆਵੇ ਸੇਜ ਦੀ। ਤਾਂ ਮੈਂ ਉਹਦੇ
ਤਦ ਦਾਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਹਾਂ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਹਾਂ। ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ, ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਸ ਨੂੰ ਮਾਰਿਆ ਔਰ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ, ਅਤੇ ਜਾਂ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੂੰ ਬਰਾਸ਼ੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ। ਇਹ ਬਾਦਸ਼ਾਹ ਵੀ ਨਹੀਂ ਉਹਦੇ ਆਖੇ ਲਾਇਆ ਸੀ, ਕਹਿੰਦਾ ਸੀ ਤੂੰ ਨਹੀਂ ਕਰ ਸਕਦਾ ਇਹ, ਕਹਿੰਦਾ ਤੂੰ ਨਹੀਂ ਇਹ ਕੰਮ ਕਰ ਸਕਦਾ। ਫਿਰ ਉਹਨੇ ਪਤਾ ਕੀ ਦਿੱਤੀ? ਗਵਾਹੀ। ਹਾਲੇਲੂਇਆ। ਕੀ ਦਿੱਤੀ? ਇੱਕ ਟੈਸਟਮਨੀ। ਤੁਹਾਡੇ ਤੇ ਮੰਨ ਲਓ ਤੁਸੀਂ ਇੱਕ ਟੈਸਟਮਨੀ ਨੂੰ ਸ਼ੇਅਰ ਕੀਤਾ, ਵੰਡਿਆ ਲੋਕਾਂ 'ਚ, ਪਰਮੇਸ਼ਰ ਅਗਲੀ ਵੀ ਦੇਗਾ। ਪਹਿਲਾਂ ਤੁਹਾਨੂੰ ਹੋ ਸਕਦਾ ਤੁਹਾਡੇ ਤੋਂ ਭਾਲੂ ਮਰਾਵੇ, ਫਿਰ ਸ਼ੇਰ ਮਰਾਵੇ, ਫਿਰ ਗੋਲੀਅਤ ਮਰਾਵੇ। ਜੇ ਤੁਸੀਂ ਕਹਿੰਦੇ ਸਿੱਧਾ ਹੀ ਗੋਲੀਅਤ ਮਾਰਿਆ, ਹਾਲੇਲੂਇਆ, ਫਿਰ ਉਸ ਲੈਵਲ ਦੀ ਤੁਹਾਨੂੰ ਮਿਹਨਤ ਕਰਨੀ ਪਊਗੀ। ਜੇ ਸਿੱਧਾ ਹੀ ਗੋਲੀਅਤ ਮਾਰਨਾ ਨਾ, ਉਸ ਲੈਵਲ ਦੀ ਮਿਹਨਤ। ਪਰ ਪਰਮੇਸ਼ਰ ਤੁਹਾਨੂੰ ਪਹਿਲਾਂ ਉਸ ਚੁਣੌਤੀਆਂ ਚੋਂ, ਨਿੱਕੀਆਂ ਨਿੱਕੀਆਂ ਚੁਣੌਤੀਆਂ ਚੋਂ ਕੱਢ ਕੇ ਇੱਕ ਦਿਨ ਗੋਲੀਅਤ ਮਰਵਾਏਗਾ ਤੁਹਾਡੇ ਤੋਂ। ਅੱਜ ਜੋ ਗ੍ਰੇਸ ਤੁਹਾਡੇ ਜੀਵਨ ਚ ਆਏਗੀ ਯਿਸੂ ਦੇ ਨਾਮ। ਇਹਨੇ ਕੀ ਕੀਤੀ? ਉਸ ਗਵਾਹੀ ਨੂੰ ਆਪਦੇ ਕੋਲ ਨਹੀਂ ਰੱਖਿਆ, ਲੋਕਾਂ 'ਚ ਸ਼ੇਅਰ ਕੀਤਾ, ਲੋਕਾਂ 'ਚ ਵੰਡਿਆ। ਕਹਿੰਦਾ ਜਿਹੜੇ ਪਰਮੇਸ਼ਰ ਨੇ, ਠੀਕ ਹੈ, ਅੱਗੇ ਜਾ ਕੇ ਕਹਿੰਦਾ ਉਹ ਭਾਲੂ ਤੇ ਸ਼ੇਰ ਨੂੰ, ਠੀਕ ਹੈ, ਮੈਂ ਕੁਚਲ ਕੇ ਜਿੰਦੋਂ ਮਾਰ ਦਿੱਤਾ। ਫਿਰ ਪਾਤਸ਼ਾਹ ਕੋ ਕੀ ਕਹਿੰਦਾ? ਹਾਂ, ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਜਿੰਦੋਂ ਮੁਕਾਇਆ, ਸੋ ਇਹ ਅਸੁੰਨਤੀ ਫਿਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ਰ ਦੇ ਦਲਾਂ ਨੂੰ ਲੱਜਾਵਾਨ ਕਰ ਰਿਹਾ ਹੈ। ਫਿਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ, ਉਹ ਹੀ ਮੈਨੂੰ ਉਸ ਫਿਲਿਸਤੀ ਦੇ ਹੱਥੋਂ ਛੁਡਾਵੇਗਾ। ਬਸ। ਹਾਲੇਲੂਇਆ। ਹੁਣ ਜੇ ਤੁਸੀਂ ਪਹਿਲੀ ਗਵਾਹੀ ਆਪਦੀ ਯਾਦ ਰੱਖੋਗੇ ਨਾ, ਪਹਿਲੀ ਗਵਾਹੀ, ਕਿਉਂਕਿ ਦੋ ਦਿਨ ਇੱਥੇ ਪਾਤਸ਼ਾਹ ਕੋਲੇ ਗਵਾਹੀ ਦਿੱਤੀ ਹੈ, ਗਵਾਹੀ ਦਿੱਤੀ ਵੱਡਾ ਵੱਡਾ ਕੰਮ ਕਰਨ ਵਾਸਤੇ, ਵੱਡੀ ਮੁਸੀਬਤ ਨੂੰ ਢਾਉਣ ਵਾਸਤੇ। ਅੱਜ ਜੇ ਤੁਹਾਡੀ ਤੁਸੀਂ ਸਿਰ ਦੁਖਤੇ ਦੀ ਟੈਸਟਮਨੀ ਸ਼ੇਅਰ ਨਹੀਂ ਨਾ ਕੀਤੀ, ਪਰਮੇਸ਼ਰ ਅਗਲੀ ਨਹੀਂ ਦੇਗਾ। ਹਾਲੇਲੂਇਆ। ਕਾਰਨ ਕੀ? ਦੋ ਦਿਨ ਇੱਥੇ ਗਵਾਹੀ ਦਿੱਤੀ ਆਪਦੀ, ਕਹਿੰਦਾ ਪਾਤਸ਼ਾਹ ਮੈਂ ਆਹ ਕੰਮ, ਠੀਕ ਹੈ, ਪਰਮੇਸ਼ਰ ਨੇ ਮੈਨੂੰ ਆਹ ਇਹਨਾਂ ਚੀਜ਼ਾਂ ਤੋਂ ਬਚਾਇਆ। ਹਾਲੇਲੂਇਆ। ਜੇ ਤੁਸੀਂ ਗਵਾਹੀ ਰੱਖ ਕੇ ਘਰੇ ਬੈਠੇ ਹੋ, ਅਗਲੀ ਨਹੀਂ ਮਿਲੇਗੀ। ਹਾਲੇਲੂਇਆ। ਫਿਰ ਪੜ ਮਹੀਨੇ ਹੱਥ ਬੜੀ ਪਿਆਰੀ ਹੈ। ਫਿਰ ਤੁਹਾਡੇ ਦਾਸ ਨੇ ਫਿਰ ਦਾਊਦ ਨੇ ਕਿਹਾ, 37 ਤੋਂ 37। ਫਿਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ, ਉਹ ਹੀ ਮੈਨੂੰ ਉਸ ਫਿਲਿਸਤੀ ਦੇ ਹੱਥੋਂ ਛੁਡਾਵੇਗਾ। ਹਾਲੇਲੂਇਆ। ਜਿਹੜੇ ਪਰਮੇਸ਼ਰ ਨੇ ਤੁਹਾਨੂੰ ਉਸ ਨਿੱਕੀ ਪ੍ਰੋਬਲਮ ਤੋਂ ਛੁਡਾਇਆ, ਅਗਲੀ ਪ੍ਰੋਬਲਮ ਤੋਂ, ਅਗਲੀ ਤੋਂ ਵੀ ਛੁਡਾ ਦੇਗਾ। ਪਰ ਉਸ ਗਵਾਹੀ ਨੂੰ ਸ਼ੇਅਰ ਕਰਨਾ, ਕੀ ਕਰਨਾ? ਲੋਕਾਂ 'ਚ ਵੰਡਣਾ, ਲੋਕਾਂ ਨੂੰ ਦੱਸਣਾ। ਹਾਲੇਲੂਇਆ। ਇੱਥੇ ਇਸ ਬੰਦੇ ਨੇ ਗਵਾਹੀ ਦਿੱਤੀ, ਕਹਿੰਦਾ ਹੁਣ ਅੱਜ ਤੁਹਾਨੂੰ ਉਹੀ ਮੁਸੀਬਤ ਮੰਨ ਲਓ ਲੱਗਦੀ ਹੋਊਗੀ ਵੀ ਇਹ ਪਹਾੜ ਆ, ਵੀ ਇਹ ਪਹਾੜ ਆ, ਪਰ ਇਸ ਬੰਦੇ ਨੇ ਗਵਾਹੀ ਦਿੱਤੀ, ਕਹਿੰਦਾ ਮੈਨੂੰ ਇਸ ਨੇ ਸਿਰ ਦੁਖਦੀ ਦੀ ਬਿਮਾਰੀ ਤੋਂ ਛੁਡਾਇਆ, ਫਿਰ ਕੈਂਸਰ ਤੋਂ ਛੁਡਾਇਆ, ਹੁਣ ਇਸ ਆਫਤ ਤੋਂ ਵੀ। ਹਾਲੇਲੂਇਆ। ਹਾਂ, ਅੱਗੇ ਪੜ੍ਹਦੇ ਜੀ, ਜਲਦੀ ਇਹ ਇਸ ਤੇ ਟਿਕ ਮਾਰ ਕਰ ਲੈਣਾ, ਠੀਕ ਹੈ। ਇਹਨੂੰ ਯਾਦ ਰੱਖਣਾ ਵੀ ਪਰਮੇਸ਼ਰ ਨੇ ਕਿਵੇਂ ਜੇ ਮੈਨੂੰ ਪਹਿਲੀ ਤੋਂ ਛੁਡਾਇਆ, ਇਹਦੇ ਤੋਂ ਵੀ ਛੁਡਾ। ਰਸੌਲੀ ਨਿਕਲ ਗਈ, ਠੀਕ ਹੈ, ਭੈਣ ਕਹਿੰਦੀ ਹੋਰ ਅਗਲੀ ਆਫਤਾ ਉਹਦੇ ਤੋਂ ਵੀ ਕੱਢ ਲਗਾ। ਕਾਰਨ ਕੀ? ਖੜੇ ਰਹਿਣਾ, ਅੜੇ ਰਹਿਣਾ। ਉਹ ਚੰਗਾ ਕਰੇ ਚਾਹੇ ਨਾ ਕਰੇ, ਉਹਦੇ 'ਚ ਬਹੁਤ ਤਾਕਤ ਚੰਗਾ ਕਰਨ ਦੀ, ਪਰ ਉਹ ਬਣਾਉਣਾ ਚਾਹੁੰਦਾ, ਉਹ ਸਿਖਾਉਣਾ ਚਾਹੁੰਦਾ ਵੀ ਮੇਰੇ ਬੱਚੇ ਲੜਨ ਦੇ ਯੋਗ ਹੋਣ। ਹਾਂ, ਅੱਗੇ। ਤਦ ਸ਼ਾਉਲ ਨੇ ਦਾਊਦ ਨੂੰ ਆਖਿਆ, ਜਾ ਫੇਰ ਅਤੇ ਯਹੋਵਾ ਤੇਰੇ ਨਾਲ ਹੋਵੇ। ਜਦੋਂ ਉਹਨੇ ਦੱਸਿਆ ਨਾ ਵੀ ਪਰਮੇਸ਼ਰ ਨੇ ਮੈਨੂੰ ਪਹਿਲਾਂ ਤੋਂ ਦੱਸੀ ਜਾਂਦਾ ਸੀ, ਕਹਿੰਦਾ ਪਰਮੇਸ਼ਰ ਨੇ ਮੈਨੂੰ ਸ਼ੇਰ ਦੇ ਪੰਜੇ ਤੋਂ, ਠੀਕ ਹੈ, ਭਾਲੂ ਦੇ ਪੰਜੇ ਤੋਂ, ਉਹੀ ਪਰਮੇਸ਼ਰ ਕਹਿੰਦਾ ਮੈਨੂੰ ਇਹਦੇ ਤੋਂ, ਇਸ ਆਫਤ ਤੋਂ, ਇਸ ਫਿਲਿਸਤੀ ਤੋਂ ਛੁਡਾਵੇਗਾ। ਜਦੋਂ ਉਹਨੇ ਵੇਖਿਆ ਉਸੇ ਪਾਤਸ਼ਾਹ ਨੇ ਕਹਿੰਦਾ ਹਾਂ ਵੀ ਇਹਦੇ ਨਾਲ ਪਰਮੇਸ਼ਰ ਹੈਗਾ, ਜਦੋਂ ਗਵਾਹੀ ਦਿੱਤੀ। ਹਾਂ, ਅੱਗੇ। ਤਦ ਸ਼ਾਉਲ ਨੇ ਦਾਊਦ ਨੂੰ ਆਖਿਆ, ਜਾ ਫੇਰ ਅਤੇ ਯਹੋਵਾ ਤੇਰੇ ਨਾਲ ਹੋਵੇ। ਤਾਂ ਸ਼ਾਉਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹਨੂੰ ਪਹਿਨਾਈ, ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨੀ ਅਤੇ ਤੁਰਨ ਦਾ ਉਦਮ ਕੀਤਾ, ਕਿਉਂ ਜੋ ਉਹਨੇ ਇਹਨਾਂ ਨੂੰ ਜਾਂਚਿਆ ਨਹੀਂ ਸੀ। ਤਾਂ ਦਾਊਦ ਨੇ ਸ਼ਾਉਲ ਨੂੰ ਆਖਿਆ, ਇਹਨਾਂ ਨਾਲ ਤਾਂ
ਮੈਥੋਂ ਨਹੀਂ ਤੁਰਿਆ ਜਾਂਦਾ, ਕਿਉਂ ਜੋ ਮੈਂ ਉਹਨਾਂ ਨੂੰ ਪਰਖਿਆ ਨਹੀਂ। ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਲਾ ਦਿੱਤੇ ਅਤੇ ਉਹਨੇ ਆਪਣੀ ਬਸ 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 ਹਾਲੇਲੂਇਆ। ਜਿਸ ਤੱਕ ਉਹ ਫਿਲਿਸਤੀ ਦੇ ਸਿਰ ਤੇ ਸਭ ਕੁਝ ਟੋਪ ਪਵਾਇਆ ਸੀ, ਸਾਰਾ ਕੁਝ ਦਾਊਦ ਨੂੰ ਵੀ ਪਵਾਤਾ, ਸਾਰਾ ਕੁਝ ਪਵਾਤਾ। ਕਹਿੰਦਾ ਜਾ ਉਹਨੂੰ ਹਰਾ ਦੇ, ਕਹਿੰਦਾ ਜਾ ਉਹਨੂੰ ਹਰਾ ਦੇ, ਕਿਉਂਕਿ ਉਹ ਸਰੀਰਕ ਹਥਿਆਰ ਸੀਗੇ। ਆਪਣੀ ਲੜਾਈ ਕਾਹਦੇ ਨਾਲ? ਹਾਂ, ਦੁਸ਼ਟ ਆਤਮਾ ਨਾਲ, ਆਤਮਿਕ ਰੀਤੀ ਨਾਲ ਜਿੱਤਿਆ ਜਾ ਸਕਦਾ। ਉਹ ਕਹਿੰਦਾ ਵੀ ਇਹ ਚੀਜ਼ਾਂ ਨਹੀਂ ਮੈਂ ਵਰਤੀਆਂ ਕਦੇ, ਕਹਿੰਦਾ ਇਹ ਚੀਜ਼ਾਂ ਮੈਂ ਨਹੀਂ ਵਰਤੀਆਂ ਕਦੇ। ਸਾਰੇ ਸਰੀਰਕ ਚੀਜ਼ਾਂ ਤੁਹਾਨੂੰ ਲਾ ਦੇਣੀਆਂ ਚਾਹੀਦੀਆਂ, ਕਿਉਂਕਿ ਆਪਣੀ ਲੜਾਈ ਲਹੂ ਅਤੇ ਮਾਸ ਨਾਲ ਹੀ। ਹਾਲੇਲੂਇਆ। ਕਈ ਵਾਰੀ ਪਤੀ ਆਪਾਂ ਨੂੰ ਤੰਗ ਕਰ ਸਕਦਾ, ਕਈ ਵਾਰੀ ਪਤਨੀ ਕੋਈ ਉਲਟ ਪੁਲਟ, ਕਈ ਵਾਰੀ ਬੱਚੇ ਉਲਟ ਪੁਲਟ ਬੋਲ ਸਕਦੇ ਆ, ਕਈ ਵਾਰੀ ਗਵੰਡੀ ਉਲਟ ਪੁਲਟ ਬੋਲ ਸਕਦਾ। ਕਾਰਨ ਕੀ ਆ? ਫਿਰ ਆਪਾਂ ਉਹਦੇ ਨਾਲ ਫਾਈਟ ਕਰਨੀ, ਜਿਹੜਾ ਦੁਸ਼ਟ ਆਤਮਾ ਨੂੰ ਬੁਲਾ ਰਿਹਾ। ਹਾਲੇਲੂਇਆ। ਹਾਂ, ਅੱਗੇ। ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਲਾ ਦਿੱਤੇ ਅਤੇ ਉਹਨੇ ਆਪਣੀ ਡਾਂਗ ਹੱਥ ਵਿੱਚ ਫੜ ਲਈ ਅਤੇ ਉਹਨੇ ਉਸ ਖੱਡ ਤੋਂ 5 ਚੀਕਣੇ ਪੱਥਰ ਚੁਣ ਲਏ ਅਤੇ ਉਹਨਾਂ ਨੂੰ ਆਜੜੀ ਦੇ ਝੋਲੇ ਵਿੱਚ ਜੋ ਉਹਦੇ ਕੋਲ ਦੀ ਅਰਥਾਤ ਗੁਥਲੀ ਵਿੱਚ ਧਰ ਲਿਆ ਅਤੇ ਉਹਦਾ ਗੋਪੀਆ ਉਹਦੇ ਹੱਥ ਵਿੱਚ ਸੀ। ਸੋ ਉਸ ਫਿਲਿਸਤੀ ਦੇ ਨੇੜੇ ਜਾਣ ਲੱਗਾ ਤਾਂ ਫਿਲਿਸਤੀ ਤੁਰਿਆ ਦਾਊਦ ਦੇ ਨੇੜੇ ਆਉਣ ਲੱਗਾ ਔਰ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ। ਜਾਂ ਫਿਲਿਸਤੀ ਨੇ ਆਲੇ ਦੁਆਲੇ ਵੇਖ ਕੇ ਦਾਊਦ ਨੂੰ ਡਿੱਠਾ ਤਾਂ ਉਹਨੂੰ ਤੁੱਛ ਜਾਣਿਆ, ਕਿਉਂ ਜੋ ਉਹ ਮੁੰਡਾ ਹੀ ਸੀ। ਉਹ ਲਾਲ ਰੰਗ ਅਤੇ ਸੋਹਣੇ ਰੂਪ ਦਾ ਸੀ। ਸੋ ਫਿਲਿਸਤੀ ਨੇ ਦਾਊਦ ਨੂੰ ਆਖਿਆ, ਭਲਾ ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈ? ਅਤੇ ਫਿਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ। ਤਦ ਫਿਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪਾਉਣ ਦੇ ਪੰਛੀਆਂ ਤੇ ਜੰਗਲੀ ਦਰਿੰਦਿਆਂ ਨੂੰ ਵੰਡਾਂ। ਬਸ ਹਾਲੇਲੂਇਆ। ਅੱਗੋਂ ਫਿਲਿਸਤੀ ਨੇ ਵੀ ਹੁਣ ਇੱਧਰ ਉੱਧਰ ਝਾਕ ਕੇ ਦੇਖਿਆ, ਠੀਕ ਹੈ ਵੀ ਮੈਂ ਤਾਂ 10 ਫੁੱਟ ਦਾ ਸਾਜਨ ਖੜਾ ਹੋਇਆ। ਹੁਣ ਬੰਦਾ ਕਿੱਡਾ ਹੋਵੇ ਤੇ ਇਸ ਭਾਈ ਨਾਲ ਮੇਲ ਹੋ ਸਕਦਾ ਹੈ? ਹਾਲੇਲੂਇਆ। ਪਰ ਇਹਦੇ ਨਾਲ ਪਰਮੇਸ਼ਰ ਭਲਾ ਸਾਰਾ ਦੇਸ਼ ਤੁਹਾਨੂੰ ਛੱਡ ਜਾਵੇ, ਜੇ ਤੁਹਾਡੇ ਨਾਲ ਪਰਮੇਸ਼ਰ ਤੁਸੀਂ ਜਿੱਤੋਗੇ, ਤੁਸੀਂ ਜਿੱਤੋਗੇ। ਹਾਲੇਲੂਇਆ। ਪਰ ਸਾਰੀ ਦੁਨੀਆ ਦੀਆਂ ਦੁਸ਼ਟ ਆਤਮਾ ਤੁਹਾਡੇ ਖਿਲਾਫ ਹੋ ਜਾਣ, ਪਰ ਜੇ ਤੁਸੀਂ ਯਿਸੂ ਮਸੀਹ ਹੈ ਨਾ ਤੁਹਾਡੇ ਨਾਲ, ਤੁਸੀਂ ਜਿੱਤੋਗੇ। ਯਿਸੂ ਮਸੀਹ ਦੇ ਨਾਮ 'ਚ ਤੁਸੀਂ ਜਿੱਤੋਗੇ। ਹਾਲੇਲੂਇਆ। ਲੋਕ ਕੁਝ ਵੀ ਕਹਿ ਸਕਦੇ ਆ, ਲੋਕ ਕੁਝ ਨਹੀਂ ਦੇ ਸਕਦੇ। ਹਾਲੇਲੂਇਆ। ਲੋਕ ਤੁਹਾਨੂੰ ਕਹਿ ਸਕਦੇ ਉਹ ਨਹੀਂ ਹੋ ਸਕਦਾ, ਪਰ ਤੈਨੂੰ ਪਤਾ ਜੇ ਤੇਰੇ ਨਾਲ ਪਰਮੇਸ਼ਰ ਆ, ਤੁਸੀਂ ਕਰ ਸਕਦੇ ਆ। ਮੈਂ ਤਾਂ ਤੁਹਾਨੂੰ ਕਹਿੰਦਾ ਭਲਾ ਸਾਰੀ ਦੁਨੀਆ ਦੀਆਂ ਦੁਸ਼ਟ ਆਤਮਾ ਤੁਹਾਡੇ ਖਿਲਾਫ ਹੋ ਜਾਣ, ਜੇ ਤੁਹਾਡੇ ਅੰਦਰ ਯਿਸੂ ਮਸੀਹ ਹੈ ਨਾ, ਤੁਸੀਂ ਜਿੱਤੋਗੇ। ਉਹ ਹਾਰੇਗਾ ਯਿਸੂ ਮਸੀਹ ਦੇ ਨਾਮ 'ਚ। ਹਾਂ, ਅੱਗੇ। ਤਦ ਫਿਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪਾਉਣ ਦੇ ਪੰਛੀਆਂ ਤੇ ਜੰਗਲੀ ਦੂਰੀ ਤੋਂ ਪੜਨਾ ਹੈ, 40 ਹੱਥ ਪੜਨਾ। ਤਾਂ ਫਿਲਿਸਤੀ ਤੁਰਿਆ ਔਰ ਦਾਊਦ ਦੇ ਨੇੜੇ ਆਉਣ ਲੱਗਾ ਔਰ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ। ਜਾਂ ਫਿਲਿਸਤੀ ਨੇ ਆਲੇ ਦੁਆਲੇ ਵੇਖ ਕੇ ਦਾਊਦ ਨੂੰ ਡਿੱਠਾ ਤਾਂ ਉਹਨੂੰ ਤੁੱਛ ਜਾਣਿਆ, ਕਿਉਂ ਜੋ ਉਹ ਮੁੰਡਾ ਹੀ ਸੀ। ਉਹ ਲਾਲ ਰੰਗ ਅਤੇ ਸੋਹਣੇ ਰੂਪ ਦਾ ਸੀ। ਸੋ ਫਿਲਿਸਤੀ ਨੇ ਦਾਊਦ ਨੂੰ ਆਖਿਆ, ਭਲਾ ਮੈਂ ਕੋਈ ਕੁੱਤਾ ਹਾਂ ਜੋ ਤੂੰ ਮੈਨੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈ? ਅਤੇ ਫਿਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ। ਤਦ ਫਿਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪਾਉਣ ਦੇ ਪੰਛੀਆਂ ਤੇ ਜੰਗਲੀ ਦਰਿੰਦਿਆਂ ਨੂੰ ਵੰਡਾਂ। ਬਸ ਹਾਲੇਲੂਇਆ। ਹੁਣ ਕਈ ਵਾਰੀ ਆਪਾਂ ਨੂੰ ਬਹੁਤ ਸਾਰੇ ਲੋਕ ਸ਼ਰਾਫ ਦਿੰਦੇ ਆ। ਇਹਨੇ ਵੀ ਪਹਿਲਾਂ ਉਹਦੇ ਦੇਵਤਿਆਂ ਦੇ ਨਾਮ ਲੈ ਕੇ ਸ਼ਰਾਫ ਦਿੱਤਾ, ਜਿਹੜੀ ਕਿ ਹਾਰ ਜੇ, ਜਿਹੜੀ ਕਿ ਵੀ ਦੁਸ਼ਟ ਆਤਮਾ ਦਾ ਨਾਮ ਲੈ ਕੇ ਉਹਨੂੰ ਸ਼ਰਾਫ ਦਿੱਤੇ ਵੀ ਆਤਮਿਕ ਰੀਤੀ ਨਾਲ, ਕਿਉਂਕਿ ਆਤਮਿਕ ਰੀਤੀ ਨਾਲ ਉਹ ਜਿੱਤ ਸਕਦਾ ਸੀ, ਉਵੇਂ ਤਾਂ ਉਹਨੂੰ ਤੁੱਛ ਕਰਤਾ ਉਹਨੇ ਵੀ ਇਹ ਨਿੱਕਾ ਜਿਹਾ ਮੁੰਡਾ, ਕਿਉਂਕਿ ਉਹ ਸਰੀਰ ਸੀ, ਆਤਮਾ ਸੀ। ਹਾਲੇਲੂਇਆ। ਉਹ ਸਰੀਰ ਸੀ, ਆਤਮਾ ਸੀ। ਹਾਲੇਲੂਇਆ। ਕਿਉਂਕਿ ਆਪਣੀ ਲੜਾਈ ਕਿਹਦੇ ਨਾਲ? ਦੁਸ਼ਟ ਆਤਮਾ ਨਾਲ। ਕਿਵੇਂ ਹਰੇਗਾ? ਮੈਂ ਤੁਹਾਨੂੰ ਦੱਸ ਦਿੱਤਾ, ਸਿਰ ਦੁਖਦੇ ਦੀ ਗੋਲੀ ਨਾਲ ਕੈਂਸਰ ਨਹੀਂ ਹਟੇਗਾ, ਤੁਹਾਨੂੰ ਮਿਹਨਤ ਵਧਾਣੀ ਪਏਗੀ। ਆਪਦੇ ਆਪ ਕੁਝ ਨਹੀਂ ਹੋਏਗਾ। ਚੰਗਿਆਈ ਤੁਹਾਨੂੰ ਇੱਕ ਵਾਰੀ ਚਰਚ ਜਾਣ ਨਾ ਪੜਾ, ਤੁਸੀਂ ਇੱਕ ਹਾਲੇਲੂਇਆ ਚਰਚ ਚੋਂ ਮਿਲ ਜੇਗੀ ਚੰਗਿਆਈ, ਸੰਭਾਲਣੀ ਫਿਰ ਤੁਸੀਂ ਆ। ਉਸ ਤੋਂ ਬਾਅਦ ਜੋ ਪਰਮੇਸ਼ਰ ਦੇ ਦਾਸ ਕਹਿੰਦੇ ਆ ਉਹਦੇ ਤੇ ਚੱਲਣਾ, ਜੇ ਗਵਾਹੀ ਸੰਭਾਲ ਕੇ ਰੱਖਣੀ ਆ ਤਾਂ ਨਹੀਂ ਗਵਾਚ ਜੇਗੀ ਉਹ, ਕਿਉਂਕਿ ਸ਼ੈਤਾਨ ਘਾਤ ਕਰਨ, ਚਰਾਉਣ ਔਰ ਨਸ਼ਟ ਕਰਨ ਆਉਂਦਾ।
की शांति, की पैसा, की सब कुछ। हालेलुया। जे अगों लड़े नहीं ना, क्योंकि प्रभु कहता सप्पा ते बिच्छुओं नूं लताड़ो कुचलो, जे तुसी नहीं कुचलोगे वो कुचलेगा। तुसी कुचलना पहले ही मान लो अज जे तुहाडे जीवन च कोई कर्ज चल रहा ना, मान लो भी प्यो दादियां तो कोई शराफ चल रहा, उहनूं तुसी दौड़ना किवें पवित्रता च चल के, किवें पवित्रता च चल के, सामर्थ वध के। कोई भी शुगर कुछ भी है, जो बंदा मसीह च आ जाता, बाइबल च लिखा जो कोई मसीह च नवीं सृष्टि है। जो तुसी मसीह नूं ग्रहण कर लेने, भला प्यो दादे कैंसर शुगर च मर गए, तुसी नहीं मरोगे यीशु मसीह दे नाम च। वो फेल होंदे आए आ, पर तुसी नहीं फेल होगे, क्योंकि तुसी औलाद कीदी है, यीशु मसीह दी औलाद बन चुके। तुसी वो राजा दा राजा ते प्रभुआं दा हालेलुया। पर जे ओदी हुक्म ते चलोगे, जे ओदे हुक्म ते चलोगे, उहने उत्तों आके कुछ नहीं आखना। मैं तुहानूं अगे भी दस्सिया सी भी ओदी इच्छा जानन वास्ते तुहानूं वचन सुनना पेगा, पढ़ना पेगा भी ओदी इच्छा की है। जे ओदी इच्छा ते चलोगे तो बरकत पाओगे, जे ओदी इच्छा ते नहीं चलोगे तो नहीं बरकत पाओगे। मैं तो कहना ओदी इच्छा ते चलो और वड्डी बरकत पाओ। हाँ अगे नहीं है। पर दाऊद ने फिलिस्ती ਨੂੰ ਆਖਿਆ, ਤੂੰ ਤਲਵਾਰ ਅਤੇ ਵਰਸ਼ਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ, ਪਰ ਮੈਂ ਸੈਨਾ ਦੇ ਯਹੋਵਾ ਦੇ ਨਾਮ ਉੱਤੇ ਜੋ ਇਜ਼ਰਾਈਲ ਦੇ ਦਲਾਂ ਦਾ ਪਰਮੇਸ਼ਰ ਹੈ, ਜਿਸ ਨੂੰ ਤੈਂ ਲੱਜਾਵਾਨ ਕੀਤਾ, ਤੇਰੇ ਕੋਲ ਆਉਂਦਾ ਹਾਂ। ਇੱਥੇ ਦੋਤ ਫੇਰ ਕਹਿ ਰਿਹਾ ਹੈ, ਕਹਿੰਦਾ ਮੈਂ ਪਤਾ ਕਿਹੜੀ ਚੀਜ਼ ਨਾਲ ਆ ਰਿਹਾ, ਕਹਿੰਦਾ ਯੀਸ਼ੂ ਮਸੀਹ ਦੇ ਨਾਮ ਚ ਆ ਰਿਹਾ ਮੈਂ ਤੇਰੇ ਕੋਲੇ, ਉਹੀ ਤੈਨੂੰ ਮੇਰੇ ਪੈਰਾਂ ਥੱਲੇ ਕਰੇਗਾ। ਉਹੀ ਅੱਜ ਜਿਹੜੀ ਤੁਹਾਨੂੰ ਬਿਮਾਰੀ ਸ਼ਰਮਿੰਦਗੀ ਪਹਾੜ ਲੱਗਦੀ, ਯੀਸ਼ੂ ਮਸੀਹ ਦੇ ਨਾਮ ਚ ਪੈਰਾਂ ਥੱਲੇ ਹੋਏਗੀ। ਅੱਜ ਹੀ ਯੀਸ਼ੂ ਦੇ ਨਾਮ ਚ, ਅੱਜ ਹੀ ਯੀਸ਼ੂ ਦੇ ਨਾਮ ਚ, ਅੱਜ ਹੀ ਯੀਸ਼ੂ ਦੇ ਨਾਮ ਚ ਤੁਸੀਂ ਕੁਚਲੋਗੇ ਇਸ ਬਿਮਾਰੀ ਨੂੰ, ਤੁਸੀਂ ਹਰਾਓਗੇ ਇਸ ਬਿਮਾਰੀ ਨੂੰ, ਤੁਸੀਂ ਪਹਿਲੇ ਹੋਵੋਗੇ ਜਿਹੜੇ ਉਸ ਬਿਮਾਰੀ ਨੂੰ, ਉਸ ਸ਼ਰਮਿੰਦਗੀ ਨੂੰ, ਉਸ ਗਰੀਬੀ ਨੂੰ, ਉਹਨਾਂ ਸ਼ਰਾਬਾਂ ਨੂੰ ਤੋੜਨ ਵਾਲੇ ਹੋਵੋਗੇ। ਦਾਊਦ ਦੀ ਤਰ੍ਹਾਂ ਤੁਸੀਂ ਪਹਿਲੇ ਹੋਵੋਗੇ ਯੀਸ਼ੂ ਮਸੀਹ ਦੇ ਨਾਮ ਚ, ਯੀਸ਼ੂ ਮਸੀਹ ਦੇ ਨਾਮ ਚ ਤੁਸੀਂ ਪਹਿਲੇ ਹੋਵੋਗੇ ਜਿਹੜੇ ਸ਼ਰਮਿੰਦਗੀ ਨੂੰ, ਉਸ ਗਰੀਬੀ ਨੂੰ, ਉਸ ਸ਼ਰਾਬ ਨੂੰ ਤੋੜਨ ਵਾਲੇ ਯੀਸ਼ੂ ਦੇ ਨਾਮ ਚ। ਹਾਂ ਪ੍ਰਭੂ ਦੇ ਨਾਮ ਚ ਹੋਏਗਾ ਸਭ ਕੁਝ। ਹਾਂ ਅਤੇ ਅੱਜ ਹੀ ਯਹੋਵਾ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੇਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫਿਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣ ਦੇ ਪੰਛੀਆਂ ਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ, ਭਈ ਸਾਰਾ ਸੰਸਾਰ ਜਾਣੇ ਜੋ ਇਜ਼ਰਾਈਲ ਵਿੱਚ ਇੱਕ ਪਰਮੇਸ਼ਰ ਹੈ। ਬਸ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਕਾਹਦੇ ਲਈ ਕਰਨਾ ਚਾਹੁੰਦਾ, ਕਾਹਦੇ ਲਈ ਕਰਨਾ ਚਾਹੁੰਦਾ? ਆਪਦੇ ਨਾਮ ਦੀ ਖਾਤਰ, ਆਪਦੇ ਨਾਮ ਦੀ ਖਾਤਰ ਕੀ ਉੱਚਾ ਕਰਨਾ ਚਾਹੁੰਦਾ। ਵੀ ਦਾਊਦ ਕਹਿੰਦਾ ਅੱਜ ਹੀ ਲੋਕ ਜਾਣ ਲੈਣਗੇ ਕਿ ਜਿਉਂਦਾ ਪਰਮੇਸ਼ਰ ਕੌਣ। ਜੇ ਤੁਸੀਂ ਕੁਛ ਵੀ ਉਹਦੀ ਮਹਿਮਾ ਲਈ ਮੰਗੋਗੇ ਨਾ, ਕੁਛ ਵੀ ਉਹਦੀ ਮਹਿਮਾ ਲਈ, ਬੱਚਾ, ਆਸ਼ੀਸ਼, ਬਰਕਤ, ਕੁਝ ਵੀ ਉਹ ਦੇਗਾ। ਜੇ ਤੁਸੀਂ ਆਪਦੇ ਨਾਮ ਦੀ ਖਾਤਰ ਮੈਂ ਤਾਂ ਬਈ ਪੁੱਛੋ ਨਾ, ਮੈਂ ਤਾਂ ਐ ਕਰ ਦਿੰਦਾ, ਉਹ ਕਰ ਦਿੰਦਾ, ਕੁਝ ਨਹੀਂ ਮਿਲੇਗਾ। ਜੇ ਉਹਦੇ ਨਾਮ ਦੀ ਖਾਤਰ ਪ੍ਰਭੂ ਮੈਂ ਇਸ ਗਵਾਹੀ ਨੂੰ ਬਹੁਤ ਲੋਕਾਂ 'ਚ ਸ਼ੇਅਰ ਕਰਾਂਗਾ। ਮੇਰੇ ਪਤੀ ਨੂੰ, ਮੇਰੀ ਪਤਨੀ ਨੂੰ, ਮੇਰੇ ਬੱਚਿਆਂ ਨੂੰ, ਮੇਰੇ ਕਾਰੋਬਾਰ ਨੂੰ ਚਲਾ ਦੇ ਦੇਗਾ। ਹੰਨਾ ਨੇ ਕਿਹਦੇ ਲਈ ਮੰਗਿਆ ਸੀ? ਹਾਂ ਜਦ ਤੱਕ ਕੁੜਦੀ ਰਹੀ ਉਸ ਨਹੀਂ ਮਿਲਿਆ, ਕੁੜਦੀ ਰਹੀ, ਚਿਲਾਉਂਦੀ ਰਹੀ, ਉਹ ਆਪਦੇ ਪਤੀ ਨਾਲ ਲੜਦੀ ਰਹੀ, ਆਪਦੇ ਪਤੀ ਨਾਲ ਲੜਦੀ ਰਹੀ, ਮੈਨੂੰ ਬੱਚਾ ਦੇ। ਉਹ ਕਹਿੰਦਾ ਮੈਂ ਪਰਮੇਸ਼ਰ ਹਾਂ। ਕਹਿੰਦਾ ਪਰਮੇਸ਼ਰ ਨੇ ਤੇਰੀ ਕੁੱਖ ਬੰਦ ਕੀਤੀ, ਮੈਂ ਕੌਣ? ਜਦੋਂ ਰੋਈ ਚਰਚ 'ਚ ਜਾ ਕੇ ਕਹਿੰਦੀ ਪਰਮੇਸ਼ਰ ਤੂੰ ਦੇਗਾ, ਤੇਰੀ ਮਹਿਮਾ ਲਈ ਦੇ ਦੂੰਗੀ। ਪਰਮੇਸ਼ਰ ਦਾਸ ਕਹਿੰਦਾ ਅਗਲੇ ਸਾਲ ਹੀ ਤੇਰੇ ਬੇਬੀ ਹੋਏਗੀ। ਹਾਲੇਲੂਇਆ। ਕਦੋਂ? ਜਦੋਂ ਪਰਮੇਸ਼ਰ ਦੀ ਮਹਿਮਾ ਲਈ, ਜੇ ਆਪਦੀ ਇੱਛਾ ਲਈ ਕੁਝ ਮੰਗੋਗੇ ਨਹੀਂ ਮਿਲੇਗਾ। ਹਾਲੇਲੂਇਆ। ਜੇ ਪਰਮੇਸ਼ਰ ਦੀ ਮਹਿਮਾ ਲਈ ਮੰਗੋਗੇ ਜ਼ਰੂਰ ਮਿਲੇਗਾ। ਹਾਂ ਅੱਗੇ ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾ ਤਲਵਾਰ ਅਤੇ ਵਰਸ਼ੀ ਨਾਲ ਨਹੀਂ ਬਚਾਉਂਦਾ, ਕਿਉਂ ਜੋ ਯੁੱਧ ਦਾ ਸਵਾਮੀ ਯਹੋਵਾ ਹੈ। ਬਸ ਹਾਲੇਲੂਇਆ। ਕਹਿੰਦਾ ਇਹਨਾਂ ਜਰੇਲੀਆਂ ਨੂੰ ਵੀ ਪਤਾ ਲੱਗ ਜੂਗਾ ਜਿਹੜੇ ਤੇਥੋਂ ਡਰੀ ਜਾਂਦੇ ਨਾ, ਕਹਿੰਦਾ ਇਹਨਾਂ ਨੂੰ ਵੀ ਪਤਾ ਲੱਗ ਜੂਗਾ ਜਿਹੜੇ ਤੇਥੋਂ ਇਸ ਆਫਤ ਤੋਂ, ਇਸ ਮੁਸੀਬਤ ਤੋਂ ਡਰੀ ਜਾਂਦੇ ਨਾ, ਇਹਨਾਂ ਨੂੰ ਵੀ ਹਾਲੇਲੂਇਆ। ਕਹਿੰਦਾ ਇਹਨਾਂ ਨੂੰ ਵੀ ਪਤਾ ਲੱਗ ਜੂਗਾ। ਹਾਲੇਲੂਇਆ। ਗਾਲੀ ਨਹੀਂ ਕਰਨੀ। ਇੱਕ ਬੰਦੇ ਨੂੰ ਮੈਂ ਤੁਹਾਨੂੰ ਦੱਸਦਾ, ਪਾਪਾ ਦੇ ਚਰਚ 'ਚ ਜਾਂਦਾ ਸੀ, ਉਹਨੂੰ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀਗੇ, ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀਗੇ। ਬੰਦਾ ਸੀਗਾ ਉਹ, ਸ਼ਾਇਦ ਤੁਸੀਂ ਵੀ ਗਵਾਹੀ ਸੁਣੀ ਹੋਵੇ। ਦੁਸ਼ਟ ਆਤਮਾ ਦੇ ਅਟੈਕ ਇੰਨੇ ਜ਼ਬਰਦਸਤੀ, ਉਹ ਦਾਰੂ ਪੀਂਦਾ ਸੀ, ਜਦੋਂ ਦਾਰੂ ਪੀ ਲੈਂਦਾ ਸੀ ਨਸ਼ੇ 'ਚ ਹੋ ਕੇ ਨਾ ਤੇ ਉਹ ਨੀਂਦ ਆ ਜਾਂਦੀ ਸੀ, ਨਹੀਂ ਦੁਸ਼ਟ ਆਤਮਾ ਦੇ ਤੇ ਅਟੈਕ ਕਰਦਾ ਸੀ। ਅਟੈਕ ਇਸ ਤੱਕ ਦੇ ਹੁੰਦੇ ਸੀ ਉਹ ਘਰੋਂ ਵੀ ਚਲਾ ਜਾਂਦਾ ਸੀ।
ਹਾਲੇਲੂਇਆ। ਐਡਾ ਤੰਗ ਸੀ ਨਾ ਉਹ, ਕਿਸੇ ਨੇ ਚਰਚ ਬਾਰੇ ਦੱਸਿਆ, ਚਰਚ ਆਉਣਾ ਸਟਾਰਟ ਕੀਤਾ, 1.5 ਸਾਲ ਬਾਅਦ ਉਹਨੂੰ ਚੰਗਿਆਈ ਮਿਲੀ। ਇੱਥੇ ਮੇਰੇ ਕੋਲ ਇੱਕ ਭੈਣ ਭਾਈ ਕਹਿ ਦਿੰਦੇ ਆ, ਵੇਖੋ ਜੀ 3 ਮਹੀਨੇ ਹੋ ਗਏ ਸਾਨੂੰ ਚਰਚ ਆਉਂਦਿਆਂ ਨੂੰ। ਹਾਲੇਲੂਇਆ, ਹਾਲੇਲੂਇਆ। ਵੇਖੋ ਜੀ 3 ਮਹੀਨੇ ਹੋ ਗਏ। ਅੱਛਾ ਜੀ, ਹੁਣ 3 ਮਹੀਨੇ ਹੋ ਗਏ, ਅਸੀਂ ਕੀ ਕਰ ਸਕਦੇ? ਮਿਹਨਤ ਕਰੋ। ਹਾਲੇਲੂਇਆ। ਮੈਂ ਜਿਸ ਤੱਕ ਪਰਮੇਸ਼ਰ ਦੇ ਦਾਸ ਨੇ, ਇੱਕ ਭੈਣ ਸੀ 10 ਸਾਲ ਤੋਂ ਉਹਦੇ ਕੋਲੇ ਆਂਦੀ ਰਹੀ, ਪਹਿਲਾਂ ਡਾਕਟਰਾਂ ਤੋਂ ਵੀ ਰਿਪੋਰਟ ਕਰਾਉਂਦੀ ਰਹੀ, ਠੀਕ ਹੈ। 10 ਸਾਲ ਚਰਚ ਆਉਂਦੀ ਰਹੀ, ਕਹਿੰਦੀ ਮੈਂ ਪ੍ਰਭੂ ਨੂੰ ਨਹੀਂ ਛੱਡਦੀ, ਪਰ ਮੈਨੂੰ ਦੱਸ ਦਿਓ ਵੀ ਮੇਰੇ ਬੱਚਾ ਹੋਊਗਾ ਜਾਂ ਨਹੀਂ। ਲਾਸਟ ਸਟੇਜ ਡਾਕਟਰ ਕਹਿੰਦਾ ਵੀ ਤੇਰੇ ਚ 10% ਚਾਂਸ ਹੈ। ਫਿਰ ਉਹ ਵੀ ਰਿਪੋਰਟ ਕਰਾ ਲਈ, ਡਾਕਟਰ ਕਹਿੰਦਾ ਹੁਣ ਤੇਰੇ ਚ ਕੋਈ ਚਾਂਸ ਨਹੀਂ। ਤੇ ਡਾਕਟਰ ਨੇ ਕਹਿੰਦਾ ਕੋਈ ਚਾਂਸ ਨਹੀਂ। ਫਿਰ ਪਾਸਟਰ ਜੀ ਨੂੰ ਕਹਿੰਦੇ ਆ ਕੇ, ਪਾਸਟਰ ਜੀ ਹੁਣ ਤਾਂ ਡਾਕਟਰ ਨੇ ਵੀ ਕਹਿੰਦਾ ਕੋਈ ਚਾਂਸ ਨਹੀਂ। ਕਹਿੰਦਾ ਹੁਣ ਹੋਊਗਾ, ਕਹਿੰਦਾ ਹੁਣ ਜਦੋਂ ਤੁਸੀਂ ਥੱਕ ਜਾਂਦੇ ਨਾ, ਤੁਸੀਂ ਹਾਰ ਜਾਂਦੇ ਹੋ, ਉੱਥੇ ਪਰਮੇਸ਼ਰ ਕੰਮ ਕਰਦਾ, ਕਿਉਂਕਿ ਸਰੀਰ 'ਚ ਨਹੀਂ ਕਰਦਾ। ਜਦੋਂ ਸਰੀਰ ਮਰ ਜਾਂਦਾ ਨਾ, ਜਿਸ ਤੱਕ ਅਬਰਾਮ ਦਾ ਸਰੀਰ ਮਰ ਗਿਆ, ਉਹਦੀ ਪਤਨੀ ਦਾ ਸਰੀਰ ਮਰ ਗਿਆ, ਉਹਨਾਂ ਨੂੰ ਲੱਗਦਾ ਸਾਡੇ ਬੱਚਾ ਨਹੀਂ ਹੋਣਾ, ਸਾਡੇ ਬੱਚਾ, ਸਾਨੂੰ ਆਸ਼ੀਸ਼, ਸਾਨੂੰ ਬਰਕਤ, ਮੈਂ ਇਸ ਬਿਮਾਰੀ ਤੋਂ, ਇਸ ਮੁਸੀਬਤ ਤੋਂ ਨਹੀਂ ਛੁੱਟ ਸਕਦਾ। ਉੱਥੇ ਪਰਮੇਸ਼ਰ ਕੰਮ ਕਰਦਾ, ਦਿਖਾਉਂਦਾ ਵੀ ਮੈਂ ਕੀਤਾ, ਇਹ ਦਿਖਾਉਂਦਾ ਵੀ ਮੈਂ ਕੀਤਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਲੱਗਦਾ ਵੀ ਆਹ ਤਾਂ ਮੁਸੀਬਤ ਪਹਾੜ ਆ, ਪਰ ਉੱਥੇ ਪਰਮੇਸ਼ਰ ਕੰਮ ਕਰਦਾ। ਇੱਥੇ ਵੀ ਇਜ਼ਰਾਈਲੀ ਲੋਕਾਂ ਨੂੰ ਦਾਊਦ ਕਹਿ ਰਿਹਾ, ਅੱਜ ਤੁਹਾਨੂੰ ਵੀ ਪਤਾ ਲੱਗ ਜੂਗਾ, ਕਹਿੰਦਾ ਵੀ ਇਹ ਮੁਸੀਬਤ ਨਾ ਤਾਂ ਤਲਵਾਰ ਨਾਲ, ਨਾ ਬਰਛੇ ਨਾਲ, ਨਾ ਘੋੜਿਆਂ ਨਾਲ, ਨਾ ਰੱਥਾਂ ਨਾਲ, ਪਰ ਯੀਸ਼ੂ ਮਸੀਹ ਦੇ ਨਾਮ 'ਚ ਅੱਜ ਹੀ ਗੋਲੀਅਤ ਮੇਰੇ ਪੈਰਾਂ 'ਚ ਹੋਏਗਾ। ਅੱਜ ਹੀ ਉਹ ਬਿਮਾਰੀ, ਉਹ ਸ਼ਰਮਿੰਦਗੀ ਤੁਹਾਡੇ ਪੈਰਾਂ 'ਚ ਹੋਏਗੀ, ਯੀਸ਼ੂ ਦੇ ਨਾਮ 'ਚ। ਹਾਂ, ਪੜ੍ਹੀਏ ਜਲਦੀ ਮੈਨੂੰ। ਅਤੇ ਉਹ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ। ਅਤੇ ਅਜਿਹਾ ਹੋਇਆ ਜਦ ਫਿਲਿਸਤੀ ਉੱਠਿਆ ਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਟੁੱਕਾ, ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫਿਲਿਸਤੀ ਨਾਲ ਲੜਨ ਨੂੰ ਨੱਠਾ। ਬਸ ਹੁਣ ਮੰਨ ਲਓ ਸ਼ੈਤਾਨ ਨਾਲ ਲੜਨਾ ਕਿਵੇਂ ਆਪਾਂ, ਕਿ ਡਰ ਕੇ ਪਿੱਛੇ ਹਟ ਕੇ। ਦਾਊਦ ਕਿਵੇਂ ਕਿਹਾ ਸੀ, ਹੁਣ ਮੰਨ ਲਓ ਠੀਕ, ਐਡਾ ਬੰਦਾ ਇਧਰੋਂ, ਹੁਣ ਕਾਸ਼ ਭੱਜ ਕੇ ਜਾਏਗਾ ਕਿ ਛੁਪ ਕੇ ਜਾਏਗਾ? ਹਾਂ, ਹਾਲੇਲੂਇਆ। ਕਿਉਂਕਿ ਮੁਸੀਬਤ ਐ ਲੱਗਦੀ ਬਹੁਤ ਵੱਡੀ ਆ, ਉਹਦਾ ਸਾਹਮਣਾ ਕਿਵੇਂ ਕਰਨਾ? ਹਾਂ, ਛੁਪ ਕੇ ਗਿਆ ਸੀ ਦਾਊਦ। ਹਾਂ, ਸਿੱਧਾ ਭੱਜ ਕੇ ਗਿਆ, ਉਹਦੇ ਕੋਲ ਸਿੱਧਾ ਹੋਇਆ ਉਸ ਮੁਸੀਬਤ ਕਨੀ। ਮੁਸੀਬਤ ਤੋਂ ਨਹੀਂ ਭੱਜਣਾ, ਉਹ ਤੁਹਾਡੇ ਪਿੱਛੇ ਲੱਗੇਗੀ। ਮੁਸੀਬਤ ਦਾ ਸਾਹਮਣਾ ਕਰਨਾ, ਉਸ ਆਫਤ ਦਾ ਸਾਹਮਣਾ ਕਰਨਾ, ਕਿਉਂਕਿ ਆਪਣੀ ਲੜਾਈ ਕੀ ਆ? ਆਤਮਿਕ ਆ। ਹਾਲੇਲੂਇਆ। ਦਾਊਦ ਨੇ 66 ਲੜਾਈਆਂ ਲੜੀਆਂ, ਇੱਕ ਵੀ ਨਹੀਂ ਹਾਰਿਆ। ਕਾਰਨ ਦਾ ਰੀਜਨ ਪਤਾ ਕੀ ਸੀਗਾ? ਪਰਮੇਸ਼ਰ ਉਹਦੇ ਨਾਲ ਸੀ। ਹੋਰ ਰਾਜੇ, ਤੁਸੀਂ ਰਾਜਾ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ, ਹੋਰ ਰਾਜੇ ਅੱਧ 'ਚ ਕੋਈ ਨਹੀਂ ਐਂਡ ਤੱਕ ਗਿਆ, ਦਾਊਦ ਪਰਮੇਸ਼ਰ ਤੋਂ ਹਰ ਗੱਲ ਪੁੱਛ ਕੇ, ਪਰਮੇਸ਼ਰ ਅੱਜ ਮੈਂ ਕੰਮ ਕਰਨ ਜਾਣਾ, ਤੂੰ ਮੇਰੇ ਨਾਲ? ਪਰਮੇਸ਼ਰ ਕਹਿੰਦਾ ਜਾ, ਹਰ ਗੱਲ ਪੁੱਛ ਕੇ। ਅੱਜ ਲੋਕ ਕੋਈ ਨਹੀਂ ਪੁੱਛਦੇ, ਕੁਛ ਵੀ ਨਹੀਂ ਕਰਦੇ, ਠੀਕ ਹੈ। ਉਹ ਅਸੀਂ ਆਹ ਕਰ ਲੱਗੇ, ਪ੍ਰਭੂ ਦਾ ਨਾਮ ਹੀ ਨਹੀਂ ਲਿਆ, ਯਿਸੂ ਮਸੀਹ ਦਾ ਨਾਮ ਹੀ ਨਹੀਂ ਲਿਆ। ਫਿਰ ਜਦੋਂ ਉਹ ਕੰਮ ਫੇਲ ਹੋ ਜਾਂਦਾ, ਫਿਰ ਕਹਿੰਦੇ ਯਾਰ ਇਹ ਤਾਂ ਫੇਲ ਹੋ ਗਿਆ, ਪ੍ਰਭੂ ਨੂੰ ਨਾਲ ਨਹੀਂ ਗਿਆ, ਘਾਟਾ ਪੈ ਗਿਆ। ਹਾਲੇਲੂਇਆ। ਦਾਊਦ ਦੇ ਨਾਲ ਸੀ ਪ੍ਰਭੂ। ਅੱਗੇ ਪੜੀਏ। ਹਾਂ, ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਿਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ। 39 ਆਦੀ ਪੜਦੇ ਨੇ। ਹਾਂਜੀ, 39 ਪੜੀਏ ਨਹੀਂ? ਹਾਂ, ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ। ਹਾਂ, ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਪੱਥਰ ਕੱਢਿਆ ਤੇ ਗੋਪੀਏ ਵਿੱਚ ਧਰ ਕੇ ਫਿਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਭਰਨੇ ਧਰਤੀ ਉੱਤੇ ਡਿੱਗ ਪਿਆ। ਸੋ ਦਾਊਦ ਨੇ ਇੱਕ ਗੋਪੀ ਅਰ ਇੱਕ ਪੱਥਰ ਨਾਲ ਫਿਲਿਸਤੀ ਨੂੰ ਜਿੱਤ ਲਿਆ ਤੇ ਉਸ ਫਿਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਅਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ। ਇਸ ਕਰਕੇ ਦਾਊਦ ਭੱਜ ਕੇ ਫਿਲਿਸਤੀ ਦੇ ਉੱਤੇ ਚੜ੍ਹ ਖਲੋਤਾ ਅਤੇ ਉਸ ਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਜਿੰਦੋਂ ਮਗਾ ਕੇ ਉਸ ਦਾ ਸਿਰ ਉਸ ਨਾਲ ਵੱਢ ਸੁੱਟਿਆ ਅਤੇ ਜਾਂ ਫਿਲਿਸਤੀਆਂ ਨੇ ਆਪਣਾ ਪਹਿਲਵਾਨ ਮੋਇਆ ਪਿਆ ਡਿੱਠਾ ਤਾਂ ਉਹ ਭੱਜ ਗਏ। ਬਸ ਹਾਲੇਲੂਇਆ।
ਭੱਜੂਗਾ ਸ਼ੈਤਾਨ। ਅੱਜ ਤੋਂ ਬਾਅਦ ਯੀਸ਼ੂ ਮਸੀਹ ਦੇ ਨਾਮ ਤੁਹਾਡੇ ਜੀਵਨਾਂ 'ਚ, ਤੁਹਾਡੇ ਜ਼ਿੰਦਗੀਆਂ 'ਚ, ਤੁਹਾਡੇ ਕਾਰੋਬਾਰਾਂ 'ਚ, ਹਰ ਇੱਕ ਚੀਜ਼ 'ਚ ਭੱਜੂਗਾ ਯੀਸ਼ੂ ਮਸੀਹ ਦੇ ਨਾਮ 'ਚ। ਜਿਸ ਤਰ੍ਹਾਂ ਦਾਊਦ ਨੇ ਉਹਦਾ ਸਿਰ ਵੱਢਿਆ, ਤੁਸੀਂ ਉਹਦਾ ਸਿਰ ਕੁਚਲੋਗੇ ਯੀਸ਼ੂ ਮਸੀਹ ਦੇ ਨਾਮ 'ਚ, ਕੁਚਲੋਗੇ ਯੀਸ਼ੂ ਮਸੀਹ ਦੇ ਨਾਮ 'ਚ। ਉਸ ਬਿਮਾਰੀ ਨੂੰ, ਉਸ ਗਰੀਬੀ ਨੂੰ, ਉਸ ਸ਼ਰਮਿੰਦਗੀ ਨੂੰ, ਉਸ ਨਸ਼ੇ ਦੀ ਦੁਸ਼ਟ ਆਤਮਾ ਨੂੰ, ਬੇਵਿਚਾਰ ਦੀ ਦੁਸ਼ਟ ਆਤਮਾ ਨੂੰ ਕੁਚਲੋਗੇ। ਉਹ ਸ਼ਰਾਬ ਜੋ ਦਾਦਾ ਪੜਦਾਦੇ ਤੋਂ ਚੱਲਦੇ ਹੋ, ਅੱਜ ਯੀਸ਼ੂ ਮਸੀਹ ਦੇ ਨਾਮ 'ਚ ਤੁਸੀਂ ਕੁਚਲੋਗੇ। ਯੀਸ਼ੂ ਮਸੀਹ ਦੇ ਨਾਮ 'ਚ ਕੁਚਲੋਗੇ, ਕੁਚਲੋਗੇ ਯੀਸ਼ੂ ਦੇ ਸਾਮਰਥੀ ਨਾਮ 'ਚ। ਹਾਂ, ਫਿਰ ਪੜੀਏ ਗਾਣੇ ਪਿੱਛੇ। ਹਾਂ, 50। ਸੋ ਦਾਊਦ ਨੇ ਇੱਕ ਗੋਪੀ ਅਰ ਇੱਕ ਪੱਥਰ ਨਾਲ ਫਿਲਿਸਤੀ ਨੂੰ ਜਿੱਤ ਲਿਆ ਅਤੇ ਉਸ ਫਿਲਿਸਤੀ ਨੂੰ ਮਾਰਿਆ ਤੇ ਵੱਢ ਸੁੱਟਿਆ। ਬਸ ਦਾਊਦ ਨੇ ਕਿਹੜੀ ਚੀਜ਼ ਨਾਲ ਜਿੱਤ ਲਿਆ? ਇੱਕ ਪੱਥਰ ਨਾਲ। ਤੇ ਬਾਕੀ ਇਜ਼ਰਾਈਲੀ ਲੋਕ ਜਿਨ੍ਹਾਂ ਕੋਲੇ ਪਰਮੇਸ਼ਰ ਹੈ ਨਹੀਂ ਸੀ, ਸਰੀਰਕ ਹਥਿਆਰ ਸੀਗੇ, ਉਹਨਾਂ ਕੋਲੇ ਬਰਛੇ, ਘੋੜੇ, ਠੀਕ ਆ, ਬੜੀਆਂ ਵੱਡੀਆਂ ਚੀਜ਼ਾਂ ਸੀ। ਹਾਲੇਲੂਇਆ। ਪਰਮੇਸ਼ਰ ਨੇ ਜਿੱਤ। ਆਪਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਯਾਰ ਇਹ ਹੋ ਹੀ ਨਹੀਂ ਸਕਦਾ। ਇੱਕ ਪਰਮੇਸ਼ਰ ਦਾ ਦਾਸ ਅਲੀਸ਼ਾ ਸੀਗਾ, ਇੱਕ ਥਾਂ ਤੇ ਪਾਣੀ ਖਾਰਾ ਸੀਗਾ, ਕਿਉਂਕਿ ਪਰਮੇਸ਼ਰ ਦੇ ਦਾਸ ਤੇ ਆਖੇ ਲੱਗਣਾ, ਉਹਦੀ ਮੱਤ ਤੇ ਚੱਲਣਾ, ਉਹਦੀ ਮੱਤ ਨਹੀਂ ਪਰਮੇਸ਼ਰ ਦੀ ਮੱਤ ਆ। ਹਾਲੇਲੂਇਆ। ਇੱਕ ਥਾਂ ਤੇ ਪਾਣੀ ਖਾਰਾ ਸੀ, ਕਹਿੰਦੇ ਪਰਮੇਸ਼ਰ ਦੇ ਦਾਸ ਨੂੰ, ਕਹਿੰਦੇ ਸਾਡੇ ਪਾਣੀ ਦੀ ਪ੍ਰਾਰਥਨਾ ਕਰਦੇ ਇੱਥੋਂ ਬਹੁਤ ਕੌੜਾ ਪਾਣੀ ਨਿਕਲਦਾ। ਉਹ ਕਹਿੰਦਾ ਇਹ ਕਰੋ, ਤੁਸੀਂ ਨੂਣ ਲੈ ਕੇ ਆਓ, ਇੱਕ ਨਵੀਂ ਕੋਲੀ 'ਚ ਨੂਣ ਲੈ ਕੇ ਆਓ। ਪਾਸਟਰ ਜੀ ਪਹਿਲਾਂ ਹੀ ਪਾਣੀ ਖਾਰਾ, ਸਾਡੇ ਉੱਤੋਂ ਨੂਣ ਹੋਰ ਪਵਾਈ ਜਾਂਦੇ ਆ। ਨਹੀਂ ਹੋ ਸਕਦਾ ਨਾ, ਖਾਰੇ ਪਾਣੀ ਨੂੰ ਮਿੱਠਾ ਕਰਨਾ ਹੋਵੇ, ਨੂਣ ਪਾ ਕੇ ਮਿੱਠਾ ਹੋ ਸਕਦਾ? ਤੇ ਪਾਸਟਰ ਨੇ ਕਹਿ ਹੀ ਐਂ ਦਿੱਤਾ। ਪਾਸਟਰ ਕਹਿੰਦਾ ਜਾਓ ਇੱਕ ਨਵੀਂ ਕੋਲੀ 'ਚ, ਠੀਕ ਹੈ, ਨੂਣ ਪਾ ਕੇ ਲਿਆਓ। ਹੁਣ ਪਾਸਟਰ ਨੂੰ ਮੱਤ ਦੇ ਰਿਹਾ, ਠੀਕ ਹੈ। ਪਰਮੇਸ਼ਰ ਜਿਵੇਂ ਆਪਾਂ ਸੋਚਦੇ ਉਵੇਂ ਨਹੀਂ ਕੰਮ ਕਰਦਾ। ਉਹਦਾ ਸੋਚਣਾ ਤੇ ਆਪਣਾ ਸੋਚਣਾ ਜ਼ਮੀਨ ਅਸਮਾਨ ਦਾ ਫਰਕ ਆ। ਹੁਣ ਪਾਸਟਰ ਨੂੰ ਸਮਝਾ ਰਹੇ, ਪਾਸਟਰ ਜੀ ਪਹਿਲਾਂ ਹੀ ਖਾਰਾ, ਪਾਸਟਰ ਜੀ ਪਹਿਲਾਂ ਹੀ ਖਾਰਾ, ਤੁਸੀਂ ਤੋਂ ਲੂਣ ਪਵਾ ਰਹੇ ਹੋ, ਹੋਰ ਖਾਰਾ ਹੋ ਜਾਏਗਾ। ਕਹਿੰਦਾ ਲਿਆਓ, ਜਿੱਥੇ ਖਾਰਾ ਪਾਣੀ ਸੀ ਉੱਥੇ ਲੂਣ ਪਾ ਦਿੱਤਾ, ਠੀਕ ਹੈ, ਪਾ ਦਿੱਤਾ। ਕਹਿੰਦਾ ਹੁਣ ਕੱਢੋ, ਕੱਢਿਆ, ਮਿੱਠਾ ਹੋ ਗਿਆ। ਕਿਉਂਕਿ ਪਰਮੇਸ਼ਰ ਜਿਵੇਂ ਆਪਾਂ ਸੋਚਦੇ ਨਾ ਉਵੇਂ ਨਹੀਂ ਕੰਮ ਕਰਦਾਗਾ। ਉਹਦਾ ਸੋਚਣਾ ਤੇ ਆਪਣਾ ਸੋਚਣਾ ਦਿਨ ਰਾਤ ਦਾ ਫਰਕ ਆ। ਪਰ ਉਹਨੂੰ ਕੋਈ ਸਮਝ ਨਹੀਂ ਸਕਦਾ। ਜਿਹਨੂੰ ਸਮਝ ਹੀ ਲਿਆ ਉਹ ਪਰਮੇਸ਼ਰ ਨਹੀਂ ਗਾ, ਕਿਉਂਕਿ ਪਰਮੇਸ਼ਰ ਨੂੰ ਕੋਈ ਸਮਝ ਨਹੀਂ ਸਕਦਾ। ਉਹਦਾ ਸੋਚਣਾ ਤੇ ਆਪਣਾ ਸੋਚਣਾ ਦਿਨ ਰਾਤ ਦਾ ਫਰਕ ਆ। ਉਹਦੀ ਇੱਛਾ ਕੀ ਹੈ ਉਹ ਜਾਣ ਸਕਦੇ ਆਪਾਂ, ਉਹ ਚਾਹੁੰਦਾ ਕੀ ਆ। ਹਾਲੇਲੂਇਆ। ਉਹਦੀ ਇੱਛਾ ਤੇ ਚੱਲਾਂਗੇ ਤਾਂ ਵੱਡਾ ਫਲ। ਹਾਲੇਲੂਇਆ। ਜਿੱਥੇ ਸਾਰਾ ਇਜ਼ਰਾਇਲ ਨਹੀਂ ਉਹਨੂੰ ਹਰਾ ਸਕਿਆ, ਇੱਕ ਨਿੱਕੇ ਬੱਚੇ ਨੇ, ਕਿਉਂਕਿ ਉਹਦੇ ਰਿਲੇਸ਼ਨ, ਉਹਦੇ ਸੰਬੰਧ ਯੀਸ਼ੂ ਮਸੀਹ ਦੇ ਨਾਲ ਸੀ। ਤੁਹਾਡੇ ਵੀ ਸੰਬੰਧ ਯੀਸ਼ੂ ਮਸੀਹ ਦੇ ਨਾਮ 'ਚ ਅੱਜ ਬਣ ਜਾਣ। ਅੱਜ ਉਹਦੇ ਨਾਲ ਤੁਹਾਡੇ ਸੰਬੰਧ ਬਣ ਜਾਣ। ਅੱਜ ਉਹਦੇ ਤੁਹਾਡੇ ਨਾਮ 'ਚ ਯੀਸ਼ੂ ਰਾਜਾ, ਤੁਹਾਡੇ ਨਾਮ 'ਚ ਤੁਹਾਡੇ ਨਾਲ ਇਹਨਾਂ ਦੇ ਸੰਬੰਧ ਬਣ ਜਾਣ ਯੀਸ਼ੂ ਦੇ ਨਾਮ 'ਚ, ਹੋਰ ਬਣ ਜਾਣ ਯੀਸ਼ੂ ਦੇ ਨਾਮ 'ਚ। ਉਹ ਗ੍ਰੇਸ, ਉਹ ਸਮਰਥ ਅੱਜ ਇਹਨਾਂ ਜੀਵਨਾਂ 'ਚ ਆ ਜਾਏ ਪ੍ਰਭੂ। ਫਾਈਟ ਕਰਨ ਦੀ, ਲੜਨ ਦੀ ਪ੍ਰਭੂ ਤੇਰੇ ਜੀਵਨ ਦੇ ਨਾਮ 'ਚ। ਹਾਂ, ਅੱਗੇ ਬੜੀ ਮੁੰਡੀ। ਅਤੇ ਉਸ ਫਿਲਿਸਤੀ ਨੂੰ ਮਾਰਿਆ ਤੇ ਵੱਢ ਸੁੱਟਿਆ ਅਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ। ਇਸ ਕਰਕੇ ਦਾਊਦ ਭੱਜ ਕੇ ਫਿਲਿਸਤੀ ਦੇ ਉੱਤੇ ਚੜ ਖਲੋਤਾ ਅਤੇ ਉਸ ਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਜਿੰਦੋਂ ਮੁਕਾ ਕੇ ਉਸ ਦਾ ਸਿਰ ਉਸ ਨਾਲ ਵੱਢ ਸੁੱਟਿਆ ਅਤੇ ਜਾਂ ਫਿਲਿਸਤੀਆਂ ਨੇ ਆਪਣਾ ਉਹਦਾ ਸਿਰ ਵੱਢ ਸੁੱਟਿਆ। ਕਿਉਂਕਿ ਦਾਊਦ ਨੇ ਪਹਿਲਾਂ ਹੀ ਸ਼ਬਦ ਬੋਲਦੇ ਸੀਗੇ। ਅੱਜ ਹਾਲਾਤ ਕਿਹੋ ਜਿਹੇ ਵੀ ਹੋਣ, ਕਿਉਂਕਿ ਦਾਊਦ ਨੇ ਪਹਿਲਾਂ ਉਹਦੇ ਮੂੰਹ ਚੋਂ ਸ਼ਬਦ ਕੱਢੇ ਸੀ, ਕਹਿੰਦਾ ਅੱਜ ਹੀ ਤੇਰਾ ਸਿਰ ਮੈਂ ਵੱਢ ਦੂੰਗਾ। ਉਦੋਂ ਦਾਊਦ ਦੇ ਹੱਥ 'ਚ ਤਲਵਾਰ ਹੈ ਨਹੀਂ ਸੀਗੀ, ਉਹਦੇ ਹੱਥ 'ਚ ਇੱਕ ਗੋਪੀਆ ਸੀ, ਇੱਕ ਸੋਟੀ ਸੀ। ਪਰ ਉਹਨੇ ਸ਼ਬਦਾਂ ਨਾਲ, ਆਪਦੇ ਸ਼ਬਦਾਂ ਨਾਲ ਉਹਨੂੰ ਮਾਰਤਾ ਪਹਿਲਾਂ ਹੀ। ਤੇ ਤੁਸੀਂ ਸ਼ਬਦ ਜੇ ਤੁਹਾਨੂੰ ਕੋਈ ਉਲਟ ਦੇਵੇ ਤਾਂ ਤੁਸੀਂ ਰਿਸੀਵ ਕਰ ਲੈਣੀ। ਇਹ ਕੰਮ ਅੱਜ ਤੋਂ ਯੀਸ਼ੂ ਮਸੀਹ ਦੇ ਤੁਹਾਡੀ ਜ਼ਿੰਦਗੀ 'ਚ ਨਾ ਹੋਵੇ। ਹਾਲੇਲੂਇਆ। ਜੇ ਤੁਹਾਨੂੰ ਕੋਈ ਸ਼ਰਾਪ ਦੇਵੇ ਉਹ ਲੈਣੇ ਨਹੀਂ, ਕੋਈ ਵੀ ਸ਼ਰਾਪ ਦੇਵੇ ਉਹ ਲੈਣੇ ਨਹੀਂ। ਹਾਲੇਲੂਇਆ। ਮੇਰੀ ਬੱਚੀ ਨੂੰ, ਰੂਥ ਨੂੰ ਕੋਈ ਕੁਝ ਕਹਿ ਦੇਵੇ ਬਾਹਲੀ ਚਲਾ ਕੇ, ਬਾਹਲੀ ਹੈ, ਮੈਂ ਕਹਿ ਦੇਣਾ ਸਾਰੇ ਸ਼ਰਾਪ ਕੈਂਸਲ ਆ। ਅੱਜ ਤੋਂ ਬਾਅਦ ਇਹ ਕੰਮ ਜੇ ਤੁਸੀਂ ਲੈ ਲਿਆ, ਅੱਗੇ ਜਾ ਕੇ ਤੁਸੀਂ, ਕਿਉਂਕਿ ਮੰਨ ਲਓ ਜਿਹੜਾ ਸੱਪ ਪ੍ਰਕਾਸ਼ ਦੀ ਪੋਥੀ 'ਚ ਸੱਪ ਸੀ, ਹੁਣ ਉਤਪਤੀ 'ਚ ਸੱਪ ਸੀ, ਪ੍ਰਕਾਸ਼ ਦੀ ਪੋਥੀ 'ਚੋਂ ਅਜਗਰ ਬਣ ਗਿਆ।
ਅੱਜ ਨਿੱਕਾ ਜਿਹਾ ਪਾਪ ਆ ਜਿਹੜਾ ਤੁਹਾਡੇ ਜੀਵਨ 'ਚ ਕੋਈ ਵੀ ਹੋ ਸਕਦਾ, ਜਿਹਨੂੰ ਪਾਲੀ ਜਾਓਗੇ ਜਿਵੇਂ ਇੱਕ ਬੂਟਾ ਪਾਲੀ ਜਾਂਦਾ ਉਹ ਦਰਖਤ ਬਣ ਜਾਏਗਾ। ਫਿਰ ਕੱਢਣ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪਊਗੀ। ਕੁਛ ਵੀ ਹੋ ਸਕਦਾ, ਬੇਵਿਚਾਰ ਹੋ ਸਕਦਾ, ਨਸ਼ਾ ਹੋ ਸਕਦਾ, ਪਾਪ, ਗਾਲੀ ਗਲੋਚ, ਕੁਝ ਵੀ ਹੋ ਸਕਦਾ। ਤੁਹਾਨੂੰ ਪਤਾ, ਤੁਸੀਂ ਜਾਣਦੇ ਆ, ਅੱਜ ਕੱਢ ਦਿਓਗੇ ਉਹੀ ਤਾਕਤ, ਉਹੀ ਸਾਮਰਥ ਜਿਹੜੀ ਦਾਊਦ ਦੇ ਜੀਵਨ ਸੀ ਤੁਹਾਡੇ ਜੀਵਨ 'ਚ ਆ ਰਹੀ ਹੈ ਯੀਸ਼ੂ ਦੇ ਸਾਮਰਥ ਦੇ ਨਾਮ। ਯੀਸ਼ੂ ਦੇ ਸਾਮਰਥ ਦੇ ਨਾਮ। ਹਾਂ, ਅੱਗੇ ਪੜ੍ਹ ਦੀजिए। ਤਾਂ ਇਜ਼ਰਾਈਲ ਔਰ ਯਹੂਦਾ ਦੇ ਲੋਕ ਉੱਠੇ ਅਤੇ ਧੂਨ ਤੋੜੀ ਅਤੇ ਅਕਰੋਨ ਦੇ ਫਾਟਕਾਂ ਤੋੜੀ ਵਗਾਰ ਕੇ ਫਿਲਿਸਤੀਆਂ ਦੇ ਮਗਰ ਪਏ, ਅਤੇ ਜਿਹੜੇ ਫਿਲਿਸਤੀਆਂ ਵਿੱਚੋਂ ਫੱਟੇ ਗਏ ਸੋ ਸ਼ਾਰੈਮ ਦੇ ਰਾਹ ਵਿੱਚ ਗੱਥ ਅਤੇ ਅਕਰੋਨ ਤੋੜੀ ਡਿੱਗਦੇ ਗਏ। ਤਾਂ ਤਦ ਇਜ਼ਰਾਈਲੀ ਫਿਲਿਸਤੀਆਂ ਦੇ ਮਗਰੋਂ ਮੋੜ ਆਏ ਅਤੇ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ। ਅਤੇ ਦਾਊਦ ਉਸ ਜਿੰਨਾ ਕੁਝ ਵੀ ਸ਼ੈਤਾਨ ਨੇ ਲੁੱਟਿਆ ਨਾ, ਜੇ ਤੁਸੀਂ ਇਸ ਵਚਨ ਨੂੰ ਮੰਨ ਲਿਆ, ਇਸ ਵਚਨ ਅਨੁਸਾਰ ਚੱਲੇ, ਜਿੰਨਾ ਕੁਝ ਵੀ ਸ਼ੈਤਾਨ ਨੇ ਲੁੱਟਿਆ ਤੁਹਾਡੇ ਜੀਵਨ ਚੋਂ, ਤੁਹਾਡਾ ਪੈਸਾ ਖਾਦਾ, ਤੁਹਾਡਾ ਕੁਝ ਵੀ ਖਾਦਾ, ਤੁਹਾਡੀ ਸ਼ਾਂਤੀ ਖਾਦੀ ਹੈ, ਜੇ ਇਸ ਵਚਨ ਨੂੰ ਮੰਨ ਕੇ ਤੋਬਾ ਕਰਕੇ ਦਾਊਦ ਦੀ ਤਰ੍ਹਾਂ ਜੀਵਨ ਬਤੀਤ ਕੀਤਾ, ਜਿੰਨਾ ਸ਼ੈਤਾਨ ਨੇ ਖੋਇਆ ਅੱਜ ਹੀ ਯਿਸੂ ਮਸੀਹ ਦੇ ਨਾਮ 'ਚ ਤੁਹਾਡੇ ਜੀਵਨ 'ਚ ਆ ਜਾਏਗਾ। ਅੱਜ ਹੀ ਕਿਉਂਕਿ ਇਜ਼ਰਾਈਲੀਆਂ ਨੇ ਵੀ ਫਿਰ ਉਹਨਾਂ ਨੂੰ ਲੁੱਟ ਲਿਆ। ਕਿਹਨੂੰ? ਉਸੇ ਦੁਸ਼ਟ ਆਤਮਾ ਨੂੰ ਜਿਹੜੇ ਕਹਿੰਦੇ ਸੀ ਮੈਂ ਬਾਹਲੀ ਤਗੜੀ ਹੈ, ਉਸੇ ਬਿਮਾਰੀ ਨੂੰ, ਉਸੇ ਆਫਤ ਨੂੰ ਲੁੱਟ ਲਿਆ। ਹਾਂ, ਅੱਗੇ। ਤਦ ਇਜ਼ਰਾਈਲੀ ਫਿਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ, ਅਤੇ ਦਾਊਦ ਉਸ ਫਿਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ, ਪਰ ਉਸ ਦੇ ਸ਼ਸਤਰਾਂ ਨੂੰ ਉਹਨੇ ਆਪਣੇ ਡੇਰੇ ਵਿੱਚ ਰੱਖਿਆ। ਜਿਸ ਵੇਲੇ ਸ਼ਾਉਲ ਨੇ ਦਾਊਦ ਨੂੰ ਫਿਲਿਸਤੀ ਨਾਲ ਲੜਨ ਲਈ ਜਾਂਦਿਆਂ ਡਿੱਠਾ ਤਾਂ ਉਸ ਨੇ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, ਅਬਨੇਰ, ਇਹ ਮੁੰਡਾ ਕਿਹਦਾ ਪੁੱਤਰ ਹੈ? ਅਬਨੇਰ ਬੋਲਿਆ, ਹੇ ਮਹਾਰਾਜ ਤੇਰੀ ਜਿੰਦ ਦੀ ਸੌ, ਮੈਨੂੰ ਤਾਂ ਖਬਰ ਨਹੀਂ। ਤਦ ਬਾਦਸ਼ਾਹ ਨੇ ਆਖਿਆ, ਤੂੰ ਭਾਲ ਕਰ ਜੋ ਮੁੰਡਾ ਕਿਹਦਾ ਪੁੱਤਰ ਹੈ। ਸੋ ਜਾਂ ਦਾਊਦ ਉਸ ਫਿਲਿਸਤੀ ਨੂੰ ਵੱਢ ਕੇ ਮੁੜਿਆ ਤਾਂ ਅਬਨੇਰ ਨੇ ਉਹਨੂੰ ਫੜ ਲਿਆ ਤੇ ਸ਼ਾਉਲ ਕੋਲ ਲੈ ਗਿਆ, ਅਤੇ ਫਿਲਿਸਤੀ ਦਾ ਸਿਰ ਉਹਦੇ ਹੱਥ ਵਿੱਚ ਸੀ। ਬਸ, ਹਾਲੇਲੂਇਆ। ਹੁਣ ਅੱਗੇ ਤੁਸੀਂ ਪੂਰਾ ਚੈਪਟਰ ਘਰੇ ਜਾ ਕੇ ਫਿਰ ਪੜ੍ਹਨਾ ਹੈ, ਠੀਕ ਹੈ? ਪੂਰਾ ਚੈਪਟਰ 17 ਪੂਰਾ ਪੜ੍ਹਨਾ ਫਿਰ ਤੋਂ ਜਾ ਕੇ। ਹਾਲੇਲੂਇਆ, ਹਾਲੇਲੂਇਆ। ਇੱਕ ਪਿੱਛੇ ਹੈ ਤੁਸੀਂ 32 ਪੜ੍ਹੀ। ਤਾਂ ਦਾਊਦ ਨੇ ਸ਼ਾਉਲ ਨੂੰ ਆਖਿਆ, ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰੇ, ਤੁਹਾਡਾ ਦਾਸ ਜਾਵੇਗਾ ਤੇ ਫਿਲਿਸਤੀ ਨਾਲ ਲੜੇਗਾ। ਹਾਲੇਲੂਇਆ। ਹੁਣ ਹੁਸਨਦੀਪ ਕੋਲ ਆ, ਮੈਂ ਤੁਹਾਨੂੰ ਉਹਨਾਂ ਦੀ ਮੈਚਿੰਗ ਵਿਖਾਉਣੀ ਸੀ ਵੀ ਦਾਊਦ ਕਿੱਡਾ ਸੀ ਤੇ ਦੂਜਾ ਗੋਲੀਅਤ ਕਿੱਡਾ ਸੀ। ਕਿਉਂਕਿ ਹੁਣ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗ ਰਿਹਾ। ਆਹ ਸਿਸਟਮ ਸੀ, ਮੰਨ ਲਓ ਜਿਵੇਂ ਆ ਬੋਤਲ ਦੇ ਨਾਲ ਆਸ ਤੱਕ, ਇਹ ਵੀ ਜ਼ਿਆਦਾ ਆ ਸੀਗਾ। ਹਾਲੇਲੂਇਆ। ਪਰ ਉਹਦੇ ਨਾਲ ਪਰਮੇਸ਼ਰ ਸੀ। ਕਾਰਨ ਕੀ ਹੈ? ਹੁਣ ਪਿੱਛੇ ਵੀ ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਬੰਦਾ ਇੱਕ ਪਿੱਗ ਲਾ ਲੈਂਦਾ, ਬੜਾ ਪਤਲਾ ਜਿਹਾ ਹੀ ਹੋਵੇ ਬੰਦਾ, ਉਹ ਕਹਿੰਦਾ ਮੈਂ ਕਰ ਦੂੰਗਾ, ਆਹ ਕਰ ਦੂੰਗਾ, ਕਹਿੰਦਾ ਨਾ, ਸਹਿਮਤ ਨਾ ਮੇਰੇ ਨਾਲ? ਐਂ ਕਹਿੰਦਾ ਨਾ। ਕਾਰਨ ਕੀ ਹੈ? ਇਹੀ ਕੰਮ ਪਰਮੇਸ਼ਰ ਦਾ ਆਤਮਾ ਆਪਣੇ ਜੀਵਨ 'ਚ ਕਰਨਾ ਚਾਹੁੰਦਾ, ਇਹੀ ਕੰਮ। ਕਿਉਂਕਿ ਦਾਊਦ ਦੇ ਅੰਦਰ ਪਰਮੇਸ਼ਰ ਦਾ ਆਤਮਾ ਸੀ, ਤਾਂ ਉਹਨਾਂ ਵਾਸਤੇ ਐਂ ਲੱਗਦਾ ਸੀ ਯਾਰ ਇਹ ਤਾਂ ਪਹਾੜ ਆ। ਤੇ ਜੀ ਮੈਂ ਤੁਹਾਨੂੰ ਫਿਰ ਤੋਂ ਸਮਝਾਉਣਾ, ਇੱਕ ਬੰਦਾ ਜਿਹੜਾ ਪਤਲਾ ਜਿਹਾ ਸੁੱਕਿਆ ਜਾਵੇ, ਉਹਦਾ ਪਿੱਗ ਲੱਗੇ, ਉਹ ਮੈਂ ਕਰ ਦੂੰਗਾ, ਉਹਨਾਂ ਨੂੰ ਕਰਦਾ ਵੀ ਕਚੂਆ ਜਾ ਐਂ ਕਹਿੰਦੇ ਨਾ। ਤੇ ਐਵੇਂ ਜਦੋਂ ਦਾਊਦ ਨੇ ਜਾ ਕੇ ਪਾਤਸ਼ਾਹ ਨੂੰ ਦੱਸਿਆ ਵੀ ਮੈਂ ਇਹਨੂੰ ਹਰਾ ਦੇਵਾਂ, ਆਉਂਦੇ ਨੇ ਵੇਖ ਹੈ ਭੋਰਾ। ਪਰ ਕਾਰਨ ਕੀ ਸੀ? ਪਵਿੱਤਰ ਆਤਮਾ ਸੀ ਉਹਦੇ ਅੰਦਰ, ਪਵਿੱਤਰ ਆਤਮਾ ਸੀ। ਸ਼ਰਾਬ ਦਾ ਨਸ਼ਾ ਤਾਂ ਲੈ ਜਾਂਦਾ, ਪਰ ਜੇ ਤੁਸੀਂ ਯਿਸੂ ਮਸੀਹ ਦਾ ਨਸ਼ਾ ਚੱਕ ਲਿਆ, ਯਿਸੂ ਦੇ ਨਾਮ 'ਚ ਵੱਧਦਾ ਜਾਏਗਾ, ਉਹ ਘਟਦਾ ਨਹੀਂਗਾ। ਕਿਉਂਕਿ ਉਹਨੇ ਆਖਿਆ, ਕਹਿੰਦਾ ਧਰਮੀ ਜਨ ਦਾ ਪ੍ਰਕਾਸ਼ ਵੱਧਦਾ ਹੀ ਜਾਏਗਾ। ਜੇ ਉਹਦੇ ਹੁਕਮਾਂ ਤੇ ਚੱਲੋਗੇ ਉਹ ਪ੍ਰਕਾਸ਼ ਵੱਧ ਜਾਏਗਾ। ਤੁਹਾਡੇ ਘਰੋਂ ਸਾਰੀ ਨਸ਼ੇ ਦੀਆਂ, ਦੁਸ਼ਟ ਆਤਮਾ, ਬੇਵਿਚਾਰ ਦੀਆਂ ਬਿਮਾਰੀਆਂ, ਸ਼ਰਾਬ ਸਾਰੇ ਟੁੱਟ ਜਾਣਗੇ ਜੇ ਦਾਊਦ ਦੀ ਤਰ੍ਹਾਂ ਜੀਵਨ ਬਤੀਤ ਕਰੋਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਂ, ਇੱਕ ਹੈ ਤਾਂ ਪੜ੍ਹ ਦੇਣਾ। अब फिलिपियां 4:31
4 ਦੀ 13 ਅਫਸੀਆਂ 3 ਦੀ 20 ਹਾਲੇਲੂਇਆ ਹਾਲੇਲੂਇਆ ਫਿਰ ਤੋਂ ਫਿਲਿੱਪੀਆਂ 4 ਦੀ 13 ਅਫਸੀਆਂ 3 ਦੀ 20 ਹਾਲੇਲੂਇਆ ਮੈਂ ਜਲਦੀ ਜਲਦੀ ਪੜ੍ਹਦੀ ਜੀ ਪੜ੍ਹਦੀ ਜੀ ਜਿਹਨੂੰ ਮਿਲ ਗਿਆ ਜਿਹੜਾ ਮਰਜ਼ੀ ਪੜ੍ਹ ਦੋ ਜਿਹਨੂੰ ਜਿਹੜਾ ਮਿਲ ਗਿਆ ਹਾਂਜੀ ਜਲਦੀ ਉਸ ਤੋਂ ਬਾਅਦ ਜਿਹੜੀ ਤੁਸੀਂ ਮੁਸੀਬਤ ਚ ਆਏ ਆ ਉਹ ਜਾਣ ਵਾਲੀ ਅੱਜ ਯੀਸ਼ੂ ਦੇ ਨਾਮ ਵਿੱਚ ਕਿ ਜਿਹੜਾ ਗੋਲੀਅਤ ਤੁਹਾਨੂੰ ਲੱਗਦਾ ਨਾ ਅੱਜ ਢਹਿ ਚੁੱਕਿਆ ਹੋ ਕਿਉਂਕਿ ਵਚਨ ਨਾਲ ਹਾਰ ਚੁੱਕਿਆ ਹੋ ਅਫਸੀਆਂ 3 ਦੀ ਹੁਣ ਉਹਦੀ ਜਿਹੜਾ ਅਜਿਹਾ ਸਾਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਅੱਤ ਵਧੇਕ ਕਰ ਸਕਦਾ ਹੈ ਹਾਲੇਲੂਇਆ ਜੋ ਕੁਝ ਆਪਾਂ ਮੰਗਦੇ ਆ ਨਾ ਫਿਰ ਤੋਂ ਹੌਲੀ ਪੜ੍ਹਨਾ ਪੈਂਦਾ ਹੁਣ ਉਹਦੀ ਜਿਹੜਾ ਅਜਿਹਾ ਸਮਰਥ ਹੈ ਹੁਣ ਉਹਦੀ ਜਿਹੜਾ ਇੰਨੀ ਸਮਰਥ ਰੱਖਦਾ ਧਰਤੀ ਕਾਸ਼ ਨੂੰ ਹਿਲਾ ਸਕਦਾ ਧਰਤੀ ਕਾਸ਼ ਨੂੰ ਪਲਟ ਸਕਦਾ ਬਣਾ ਸਕਦਾ ਹਾਂ ਕਿ ਜੋ ਕੁਝ ਅਸੀਂ ਮੰਗਦੇ ਜਾਂ ਅਤੇ ਸੋਚਦੇ ਜੋ ਕੁਝ ਵੀ ਅਸੀਂ ਮੰਗਦੇ ਆ ਤੇ ਸੋਚਦੇ ਆ ਉਸ ਨਾਲੋਂ ਅੱਤ ਵਧੇਕ ਕਰ ਸਕਦਾ ਹੈ ਅੱਤ ਕਿਹਨੂੰ ਪਤਾ ਕੀ ਕਹਿੰਦੇ ਆ ਅੱਤ ਵਧੇਕ ਕਰ ਸਕਦਾ ਆਪਣੇ ਮੰਗਣ ਤੋਂ ਠੀਕ ਹੈ ਜੋ ਕੁਝ ਮੰਗਦੇ ਉਹਦੇ ਨਾਲੋਂ ਅੱਤ ਵਧੇਕ ਮੰਗਣ ਤੋਂ ਵੀ ਜ਼ਿਆਦਾ ਦੇ ਸਕਦਾ ਕਦੋਂ ਜਦੋਂ ਦੇ ਹੁਕਮਾਂ ਤੇ ਚੱਲਦੇ ਜਦੋਂ ਉਹਦੀਆਂ ਵਿਧੀਆਂ ਤੇ ਚੱਲਦੇ ਆ ਹਾਂ ਅੱਗੇ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪਹੁੰਚਦੀ ਹੈ ਉਹ ਸਮਰਥ ਆਪਣੇ ਵਿੱਚ ਪਾਉਂਦਾ ਉਹ ਕਾਦੇ ਵਾਸਤੇ ਵੀ ਮੰਗਣ ਤੇ ਮੈਂ ਦੇਵਾਂ ਅਗਲੀ ਆਇਤ ਪੜ੍ਹ ਦਿਓ ਜਲਦੀ ਜਲਦੀ ਸਮਾਪਤ ਕਰਾਂਗੇ ਸਰ ਫਿਲਿੱਪੀਆਂ 4 ਦੀ 13 ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਹੁਣ ਉੱਥੇ ਦਾਊਦ ਦਾ ਬਲ ਸੀ ਕਿ ਆਪਦਾ ਬਲ ਸੀਗਾ ਸੌਰੀ ਪਰਮੇਸ਼ਰ ਦਾ ਬਲ ਸੀਗੇ ਦਾਊਦ ਦਾ ਹੁਣ ਜਿਹੜਾ ਪਰਮੇਸ਼ਰ ਆਪਾਂ ਨੂੰ ਬਲ ਦੇ ਸਕਦਾ ਉਹਦੇ ਚ ਆਪਾਂ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਮੈਂ ਤੁਹਾਨੂੰ ਬਹੁਤ ਵਾਰੀ ਇੱਕ ਟੈਸਟਮਨੀ ਦਿੱਤੀ ਇੱਕ ਭਾਈ ਦੀ ਇੱਕ ਭਾਈ ਨੌਕਰੀ ਕਰਦਾ ਸੀਗਾ ਇੱਕ ਭਾਈ ਨੌਕਰੀ ਕਰਦਾ ਸੀਗਾ ਉਸ ਦੇਸ਼ 'ਚ ਇੰਨੇ ਗੰਦੇ ਕੰਮ ਹੁੰਦੇ ਸੀ ਠੇਕੇ ਸੀ ਵਿਭਾਚਾਰ ਦੇ ਅੱਡੇ ਸੀਗੇ ਵਿਭਾਚਾਰ ਦੇ ਅੱਡੇ ਸੀ ਨਸ਼ੇ ਦੇ ਅੱਡੇ ਸੀ ਇੰਨਾ ਗੰਦ ਸੀ ਉਸ ਦੇਸ਼ 'ਚ ਬਹੁਤ ਜ਼ਿਆਦਾ ਉਹਨੇ ਕੀ ਕੀਤਾ ਉਹਨੂੰ ਬੁਰਾ ਲੱਗਿਆ ਇਸ ਚੀਜ਼ ਦਾ ਉਹਨੇ ਪ੍ਰਾਰਥਨਾ ਕਰਨੀ ਸਟਾਰਟ ਕੀਤੀ ਅੱਧਾ ਘੰਟਾ ਕੀਤੀ ਕਰਦਾ ਘੰਟੇ ਤੇ ਲੈ ਗਿਆ 2 ਘੰਟੇ ਤੇ 4 ਘੰਟੇ ਤੇ ਪ੍ਰਾਰਥਨਾ ਵਧਾਉਂਦੇ ਰਹੇ ਉਹਨੇ ਖੀਰੀ ਨੌਕਰੀ ਛੱਡਤੀ ਫਿਰ ਦੇਸ਼ ਨੇ ਉਸ ਸਰਕਾਰ ਨੇ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਉਹਨੇ ਸਾਰੇ ਬੇਬੀਚਾਰ ਦੇ ਅੱਡੇ ਨਸ਼ੇ ਦੇ ਸਾਰੇ ਅੱਡੇ ਚੱਕਤੇ ਉਹਨੂੰ ਪੁੱਛੇ ਯਾਰ ਉਹਦੇ ਦੋਸਤ ਪੁੱਛਦੇ ਕਹਿੰਦੇ ਤੂੰ ਕੀ ਕੀਤਾ ਇਹੋ ਜਿਹਾ ਕਹਿੰਦਾ ਆ ਜਾਓ ਮੈਂ ਤੁਹਾਨੂੰ ਦਿਖਾਉਣਾ ਉਹ ਗਿਆ ਜਿਸ ਤੇ ਲੱਕੜ ਦਾ ਸੀ ਉਹ ਜਿਹਦੇ ਤੇ ਗੋਡੇ ਮੂਧੇ ਮਾਰ ਕੇ ਉਹਦੇ ਚ ਵਾਢੇ ਪਏ ਖੜੇ ਸੀਗੇ ਕਹਿੰਦਾ ਮੇਰਾ ਮੁੱਲ ਆਹਾ ਤੁਸੀਂ ਦੇਸ਼ ਬਦਲ ਸਕਦੇ ਆ ਇੱਕ ਨਹੀਂ ਹਜ਼ਾਰਾਂ ਦੇਸ਼ ਬਦਲ ਸਕਦੇ ਤੁਸੀਂ ਹਾਲੇਲੂਇਆ ਕਾਹਦੇ ਨਾਲ ਹੋਰ ਕਿਸੇ ਕੋਲ ਵੀ ਹਥਿਆਰ ਹੈ ਯੀਸ਼ੂ ਮਸੀਹ ਨੇ ਖੁਦ ਦਿੱਤਾ ਕਹਿੰਦਾ ਮੰਗੋ ਕੀ ਮੰਗਣਾ ਪਿੰਡ ਦਾ ਭਲਾ ਆਪਦਾ ਭਲਾ ਬਦਲ ਸਕਦੇ ਤੁਸੀਂ ਲੋਕ ਆਪਦੇ ਵਾਸਤੇ ਨਹੀਂ ਪ੍ਰਾਰਥਨਾ ਕਰਦੇ ਆਪਦੇ ਵਾਸਤੇ ਆਪਦੇ ਪਤੀ ਵਾਸਤੇ ਪਤਨੀ ਵਾਸਤੇ ਕਾਰੋਬਾਰ ਵਾਸਤੇ ਤੇ ਗਵਾਂਢ ਵਾਸਤੇ ਤਾਂ ਮੰਗਣੇ ਕੀ ਹੈ ਹਾਲੇਲੂਇਆ ਹਾਲੇਲੂਇਆ ਇੱਕ ਭੈਣ ਆਪਦੇ ਵਾਸਤੇ ਨਹੀਂ ਪ੍ਰਾਰਥਨਾ ਕਰਦੀ ਹਾਲੇਲੂਇਆ ਤੇ ਗਵਾਂਢੀ ਵਾਸਤੇ ਤਾਂ ਬਾਈਬਲ ਚ ਲਿਖਿਆ ਪਹਿਲਾਂ ਤੂੰ ਬਚ ਤੇ ਫਿਰ ਤੇਰਾ ਘਰਾਨਾ ਆਂਢ ਗੁਆਂਢ ਬਚਾਇਆ ਗਿਆ ਕਿ ਨਹੀਂ ਹਾਲੇਲੂਇਆ ਹਾਲੇਲੂਇਆ ਪਹਿਲਾਂ ਮੈਂ ਗੰਦਾ ਸੀਗਾ ਯੀਸ਼ੂ ਮਸੀਹ ਨੂੰ ਪਾਪ ਚੋਂ ਗੰਦਗੀ ਚੋਂ ਕੱਢ ਕੇ ਅੱਜ ਦੇਖੋ ਹਲੇ ਤਾਂ ਸ਼ੁਰੂਆਤ ਹੈ ਇਹ ਜਿਵੇਂ ਫਿਲਮ ਦੇ ਟਾਈਟਲ ਚੱਲਦਾ ਹੁੰਦਾ ਨਾ ਫਿਲਮ ਦਾ ਇੱਕ ਟਾਈਟਲ ਇੱਕ ਮਸ਼ਹੂਰੀ ਇਹ ਤਾਂ ਇੱਕ ਮਸ਼ਹੂਰੀ ਆ ਹਲੇ ਅੱਗੇ ਦੇਖੋ ਜੇ ਪਰਮੇਸ਼ਰ ਕੀ ਕੁਝ ਕਰ ਸਕਦਾ ਪਰ ਖੜੇ ਰਹਿਣਾ ਅੜੇ ਰਹਿਣਾ ਹਾਲੇਲੂਇਆ ਲੈਣ ਲੱਗਿਆ ਕਰੇਗੀ ਇੱਥੇ ਟੈਸਟਮਨੀਆਂ ਦੀ ਲੈਣ ਬਪਤਿਸਮਾ ਦੀ ਵੀ ਲੈਣ ਲੱਗਿਆ ਕਰੇਗੀ ਹਾਲੇਲੂਇਆ ਸਾਲਵੇਸ਼ਨ ਮੁਕਤੀ ਦੀਆਂ ਨਦੀਆਂ ਵਹਿਣਗੀਆਂ ਇੱਥੇ ਹਾਲੇਲੂਇਆ ਇਹ ਤਾਂ ਹਲੇ ਇੱਕ ਛੋਟੀ ਜਿਹੀ ਸ਼ੁਰੂਆਤ ਆ
ਛੋਟੀ ਜਿਹੀ ਇੱਕ ਸ਼ੁਰੂਆਤ ਆ। ਮੈਂ ਨਹੀਂ ਕੁਝ ਕਰ ਸਕਦਾ, ਪਰ ਜੋ ਮੇਰੇ ਅੰਦਰ ਆ, ਜੋ ਮੇਰੇ ਅੰਦਰ ਪਵਿੱਤਰ ਆਤਮਾ ਜਿਸ ਤੱਕ ਦੌੜ ਦੇ ਅੰਦਰ ਸੀ, ਉਹ ਹੀ ਸਭ ਕੁਝ ਕਰੇਗਾ। ਪਰ ਉਹਦੇ ਨਾਲ ਵਫਾਦਾਰ ਰਹਿਣਾ, ਜੋ ਕਹਿੰਦਾ ਉਹਦੇ ਨਾਲ ਚੱਲਣਾ। ਹਾਲੇਲੂਇਆ। ਹਾਂ, ਦੋਵੇਂ ਤਾਂ ਪੜ੍ਹਦੇ ਆ। ਬਲ ਕੌਣ ਦਿੰਦਾ? ਇੱਕ ਹੱਥ ਪੜੀ ਨਹੀਂ ਨਾ, ਇਹਨੂੰ ਚੱਕੀ ਵੱਡੀ ਭਾਰੀ ਆ ਦੇ ਦੇ, ਇੱਥੋਂ ਪੜਨੀ। ਹਾਲੇਲੂਇਆ। ਹਾਂਜੀ, ਦਾਊਦ ਨੇ ਆਪਣੇ ਆਪ ਉੱਤੇ ਭਰੋਸਾ ਨਹੀਂ ਕੀਤਾ। ਦਾਊਦ ਨੇ ਆਪਦੇ ਤੇ ਨਹੀਂ ਭਰੋਸਾ ਕੀਤਾ। ਹਾਂ, ਪਰ ਫਿਲਿਸਤੀਆਂ ਤੇ ਗੋਲੀਅਤ ਦੇ ਉੱਤੇ ਜਿੱਤ ਪਾਉਣ ਦੇ ਲਈ ਪਰਮੇਸ਼ਰ ਦੇ ਉੱਤੇ ਭਰੋਸਾ ਕੀਤਾ। ਫਿਲਿਸਤੀਆਂ ਤੇ ਗੋਲੀਅਤ ਦੇ ਉੱਤੇ, ਸ਼ੈਤਾਨ ਦੇ ਉੱਤੇ ਜਿੱਤ ਪਾਉਣ ਵਾਸਤੇ ਆਪਾਂ ਨੂੰ ਕਿਹਦੇ ਤੇ ਭਰੋਸਾ ਕਰਨਾ ਚਾਹੀਦਾ? ਗਵਾਂਢੀ ਤੇ, ਰਿਸ਼ਤੇਦਾਰ ਤੇ, ਜੋ ਮੈਨੂੰ ਪੈਸਾ ਦੇ ਦੇਗਾ ਤੇ ਆਫਤ ਚੋਂ, ਇਸ ਬਿਮਾਰੀ ਚੋਂ, ਸ਼ਰਮਿੰਦਗੀ ਚੋਂ ਕੱਢ ਲੇਗਾ। ਹਾਲੇਲੂਇਆ। ਰਿਸ਼ਤੇਦਾਰ, ਕੋਈ ਆਂਢ ਗੁਆਂਢ ਇਹ ਕਹਿ ਸਕਦਾ ਵੀ ਬਹੁਤ ਬੁਰਾ ਆਇਆ ਤੇ ਬਹੁਤ ਮਾੜਾ ਹੋਇਆ, ਇੰਨਾ ਕਹਿ ਸਕਦਾ। ਉਹ ਪੈਸਾ ਦੇ ਸਕਦਾ, ਪਰ ਤੁਹਾਨੂੰ ਆਫਤ ਚੋਂ, ਉਸ ਚੀਜ਼ ਚੋਂ ਛੁਡਾ ਨਹੀਂ ਸਕਦਾ। ਪਰਮੇਸ਼ਰ ਛੁਡਾ ਸਕਦਾ, ਪਰਮੇਸ਼ਰ ਸਭ ਕੁਝ ਕਰ ਸਕਦਾ। ਹਾਂ, ਅੱਗੇ। ਪਰਮੇਸ਼ਰ ਦਾ ਆਤਮਾ ਅਦਭੁਤ ਸ਼ਕਤੀ ਦੇ ਨਾਲ ਦਾਊਦ ਦੇ ਉੱਤੇ ਆਇਆ। ਜਦੋਂ ਵੀ ਪਰਮੇਸ਼ਰ ਦੇ ਬੱਚੇ ਇਸ ਤਰ੍ਹਾਂ ਦੀਆਂ ਅਸੰਭਵ ਸਮੱਸਿਆਵਾਂ ਜਾਂ ਹਾਲਾਤਾਂ ਦਾ ਸਾਹਮਣਾ ਕਰਦੇ ਹਨ ਜੋ ਦੈਂਤ ਦੇ ਵਾਂਗੂ ਲੱਗਦੀਆਂ ਹਨ। ਦੈਂਤ ਸੀ ਉਹ, ਦੈਂਤ। ਉਹ ਬੰਦਾ ਦੈਂਤ ਪਤਾ ਕੌਣ ਸੀ? ਉਹਨਾਂ ਦੇ ਕੱਦ ਤੁਹਾਨੂੰ ਕੀ ਦੱਸਾਂ, ਰੁੱਖਾਂ ਵਾਂਗੂ ਕੱਦ ਸੀ, ਰੁੱਖਾਂ ਵਾਂਗੂ। ਕਿਉਂਕਿ ਹੁਣ ਮੈਂ ਉਦਾਹਰਨ ਨਹੀਂ ਦੇ ਪਾਇਆ ਤੁਹਾਨੂੰ ਉਸ ਚੀਜ਼ ਦੀ। ਰੁੱਖਾਂ ਜਿੱਡੇ ਕੱਦ। ਹਾਲੇਲੂਇਆ। ਜਦੋਂ ਯਹੋਸ਼ੂਆ ਤੇ ਕਾਲਬ ਉਸ ਦੇਸ਼ ਦਾ ਖੋਜ ਕੱਢਣ ਗਏ ਸੀ, ਉਹ ਕਹਿੰਦੇ ਉਹਨਾਂ ਦੇ ਤਾਂ ਕੱਦ ਹੀ, ਅਸੀਂ ਤੇ ਉਹਨਾਂ ਦੇ ਸਾਹਮਣੇ ਐ ਲੱਗਦੇ ਸੀ ਨਿੱਕੀਆਂ ਟਿੱਡੀਆਂ। ਕਹਿੰਦੇ ਅਸੀਂ ਆਪਾਂ ਨੂੰ ਜਿੱਤ ਨਹੀਂ ਸਕਦੇ। ਪਰਮੇਸ਼ਰ ਕਹਿੰਦਾ ਲੜਾਈ ਮੇਰੀ ਆ। ਤਾਂ ਜੇ ਮੈਂ ਤੁਹਾਨੂੰ ਕਹਿੰਦਾ, ਪਰ ਸਾਰੀ ਦੁਨੀਆ ਦੀਆਂ ਦੁਸ਼ਟ ਆਤਮਾ ਤੁਹਾਡੇ ਖਿਲਾਫ ਹੋ ਜਾਣ, ਪਰ ਤੁਸੀਂ, ਯਿਸੂ ਮਸੀਹ ਤੁਹਾਡੇ ਨਾਲ ਆ, ਤੁਹਾਡੇ ਅੰਦਰ ਆ। ਯਿਸੂ ਮਸੀਹ ਪੈਰ ਮਾਰ ਦੇਗਾ ਉਹਦੇ, ਐਂ ਪੈਰ ਮਾਰ ਕੇ ਤੁਸੀਂ ਅੱਗੇ ਲੰਘ ਜਾਓਗੇ ਯਿਸੂ ਦੇ ਨਾਲ ਸਾਰੀਆਂ ਨੂੰ। ਹਾਲੇਲੂਇਆ। ਹਾਂ, ਉਹਨਾਂ ਨੂੰ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ, ਜੇਕਰ ਅਸੀਂ ਦਾਊਦ ਦੇ ਵਰਗਾ ਵਿਸ਼ਵਾਸ ਰੱਖਦੇ ਹਾਂ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਉੱਤੇ ਭਰੋਸਾ ਰੱਖਦੇ ਹਾਂ, ਤਾਂ ਦੈਂਤਾਂ ਦੇ ਉੱਤੇ ਵੀ ਜਿੱਤ ਪਾਈ ਜਾ ਸਕਦੀ ਹੈ। ਬਸ, ਹਾਲੇਲੂਇਆ। ਜੇ ਦਾਊਦ ਵਰਗਾ ਤੁਹਾਡਾ ਵਿਸ਼ਵਾਸ ਹੈ ਨਾ, ਦਾਊਦ ਵਰਗਾ ਤੁਹਾਡਾ ਵਿਸ਼ਵਾਸ ਹੈ, ਦਾਊਦ ਵਰਗਾ, ਠੀਕ ਹੈ, ਪਵਿੱਤਰ ਆਤਮਾ ਤੇ ਤੁਸੀਂ ਭਰੋਸਾ ਕਰਦੇ ਆ, ਤੁਸੀਂ ਦੈਂਤ ਛੱਡ ਕੇ ਕੁਛ ਵੀ ਕੈਂਸਰ ਤੇ, ਕੁਛ ਵੀ ਅੱਜ ਕੈਂਸਰ ਹੋਊਗਾ ਨਾ ਲੋਕਾਂ ਵਾਸਤੇ, ਉਹਦੇ ਤੇ ਪੈਰ ਰੱਖ ਕੇ ਲੰਘ ਸਕਦੇ ਆ। ਹਾਲੇਲੂਇਆ। ਉਹ ਪੈਰ ਪਹੁੰਚੀ ਨਹੀਂ, ਮੈਂ ਉਹਦਾ ਕੈਂਸਰ ਡੈਡ ਹੁੰਦਾ ਤੁਹਾਨੂੰ ਵਿਖਾ ਦਿੰਦਾ ਮੈਂ। ਉਹ ਕਹਿੰਦੇ ਰਿਸ਼ਤੇਦਾਰ ਸੀ ਪੈਰ। ਹਾਲੇਲੂਇਆ। 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 ਬਹੁਤ ਕੈਂਸਰ ਦੀਆਂ ਮੈਂ ਟੈਸਟਿੰਗ ਆਤਮਾ ਚ ਦੇਖ ਚੁੱਕਿਆ, ਹੋ ਚੁੱਕੀਆਂ, ਹੋਣਗੀਆਂ ਵੀ, ਸਰੀਰ ਚ ਵੀ ਹੋਣਗੀਆਂ, ਕਿਉਂਕਿ ਬਹੁਤ ਸਾਰੀਆਂ ਟੈਸਟ ਬਣੀਆਂ ਹੋਣਗੀਆਂ ਯਿਸੂ ਦੇ ਨਾਮ ਵਿੱਚ। ਹਾਂ, ਅੱਗੇ ਵੀ ਨਾ ਜਲਦੀ। ਇਹਨਾਂ ਸਾਰਿਆਂ ਢੰਗਾਂ ਦੇ ਨਾਲ ਹਰੇਕ ਪੀੜ੍ਹੀ ਦੇ ਲੋਕਾਂ ਨੂੰ ਦਾਊਦ ਦੀ ਧਰਮ ਵਾਲੀ ਉਦਾਹਰਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਧਰਮ ਦੇ ਕੰਮ ਕਰਨੇ। ਦਾਊਦ ਧਰਮ, ਜਿਵੇਂ ਪਰਮੇਸ਼ਰ ਦੀ ਇੱਛਾ ਸੀ ਉਵੇਂ ਜਿੰਦਾ ਸੀ, ਉਵੇਂ ਕਰਦਾ ਸੀ। ਤਾਂ ਹੀ ਉਹਨੇ ਉਸ ਸ਼ਰਮਿੰਦਗੀ ਨੂੰ, ਉਸ ਪਾਪ ਨੂੰ, ਉਸ ਗੰਦਗੀ ਨੂੰ ਹਰਾਇਆ ਜਿਹੜਾ ਸਾਰੇ ਲੋਕਾਂ ਵਾਸਤੇ ਹੋਊਗਾ ਸੀ। ਹਾਂਜੀ, ਪ੍ਰਭੂ ਕਹਿੰਦਾ ਤੇਰੇ ਇੱਧਰ ਉੱਧਰ 10,000 ਡਿੱਗ ਸਕਦੇ, ਪਰ ਉਹ ਤੇਰੇ ਨੇੜੇ ਨਹੀਂ ਆਵੇਗਾ। ਹਾਲੇਲੂਇਆ। ਲੋਕੀ ਉਸੇ ਬਿਮਾਰੀ ਨਾਲ ਜਾ ਸਕਦੇ ਆ, ਪਰ ਤੂੰ ਤੁਹਾਨੂੰ ਟੱਚ ਵੀ ਨਾ ਕਰੇਗੀ, ਬਾਈਬਲ 'ਚ ਲਿਖਿਆ। ਹਾਂ, ਅੱਗੇ। ਜੇਕਰ ਇਹ ਇਸ ਤਰ੍ਹਾਂ ਕਰਦੇ ਹਨ ਤਾਂ ਉਹਨਾਂ ਦੇ ਜੀਵਨ ਪਰਮੇਸ਼ਰ ਦੇ ਜਨੂਨ, ਸਮਰੱਥ ਤੇ ਹਜ਼ੂਰੀ ਦੇ ਨਾਲ ਭਰਪੂਰ ਹੋ ਸਕਦੇ ਹਨ। ਜੇ ਉਹਦੇ ਤੱਕ ਚੱਲਾਂਗੇ, ਪਰਮੇਸ਼ਰ ਦੇ ਜਨੂਨ 'ਚ ਚੱਲਾਂਗੇ, ਪਰਮੇਸ਼ਰ ਦੀ ਇੱਛਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ। ਪਰਮੇਸ਼ਰ ਦੀ ਇੱਛਾ ਪਤਾ ਕੀ ਹੈ? ਕੱਲੀ ਚੰਗਿਆਈ ਦੇਣਾ ਨਹੀਂ, ਉਹ ਸਵਰਗ ਤੱਕ ਜਾਣਾ ਚਾਹੁੰਦਾ ਤੁਹਾਨੂੰ। ਤੁਸੀਂ ਕੱਲੀ ਚੰਗਿਆਈ ਲੈਣ ਆਏ, ਪਰ ਉਹਦੀ ਟਿਕਟ ਕੀ ਆ? ਉਹ ਕਹਿੰਦਾ ਸਵਰਗ ਜਾਓ। ਉਹਦੀ ਇੱਛਾ ਇਹ ਆ, ਪਤਾ ਕਿਵੇਂ ਲੱਗੇਗੀ? ਵਚਨ ਤੋਂ। ਹਾਂ, ਅੱਗੇ ਜਲਦੀ ਬਸ। ਹਾਲੇਲੂਇਆ। 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 ਦਾਊਦ ਨੂੰ ਧਰਮ ਦੇ ਕੰਮ ਕਰਨੇ ਆ, ਠੀਕ ਹੈ, ਫਿਰ ਤੁਹਾਨੂੰ ਉਹ ਟਿੱਡੀ ਲੱਗੇਗੀ। ਹਾਲੇਲੂਇਆ। ਹੁਣ ਮੰਨ ਲਓ ਜਿਵੇਂ ਮੈਂ ਕਹਿ ਦਿੰਦਾ, ਕੋਈ ਵੀ ਕੇਸ ਚੱਕ ਲਿਓ, ਕੋਈ ਵੀ ਕੇਸ, ਕੈਂਸਰ ਦਾ ਪਿਓ ਵਾਲਾ ਕਿਉਂ ਨਹੀਂ, ਚੱਕ ਲਿਓ,
ਹਾਲੇਲੂਇਆ। ਹੁਣ ਕਹਿ ਕੌਣ ਰਿਹਾ, ਮੇਰੇ 'ਚ ਤਾਂ ਕੋਈ ਤਾਕਤ ਹੈ ਨਹੀਂ ਕਿ ਕੈਂਸਰ ਖਤਮ ਕਰਨ ਦੀ। ਪਵਿੱਤਰ ਆਤਮਾ ਉਹੀ ਉਸ ਦੀਆਂ ਜੜ੍ਹਾਂ ਖਤਮ ਕਰੇਗਾ। ਪਰ ਪਾੜੇ ਔਰ ਖੜੇ ਰਹਿਣਾ, ਉਹ ਪਰਮੇਸ਼ਰ ਚੰਗਾ ਕਰੇ ਚਾਹੇ ਨਾ ਕਰੇ, ਤੂੰ ਹੀ ਮੇਰਾ ਪਰਮੇਸ਼ਰ ਆ। ਜੇ ਇਸ ਰੀਤੀ ਨਾਲ ਚੱਲੋਗੇ, ਉਹਨੂੰ ਪਤਾ ਵੀ ਮੈਂ ਇਹਨੂੰ ਆਸ਼ੀਸ਼ ਨਹੀਂ ਦਿੱਤੀ, ਤਾਂ ਵੀ ਇਹ ਖੜਿਆ ਦੇਖੇਗਾ, ਜ਼ਰੂਰ ਦੇਗਾ, ਕਿਉਂਕਿ ਉਸੇ ਨੇ ਵਾਅਦਾ ਕੀਤਾ। ਹੁਣ ਐਡੇ ਐਡੇ ਵਾਅਦੇ ਪਤਾ ਹੋਰ ਕਿਸੇ ਕੌਮ ਨਾਲ ਨਹੀਂ ਕੀਤੇ, ਆਪਦੇ ਲੋਕਾਂ ਨਾਲ ਕੀਤੇ ਆ। ਕਹਿੰਦਾ ਜਿਹੜਾ ਮੇਰੇ ਕੋਲੇ ਆਏਗਾ ਉਹ ਲੱਜਾਵਾਨ, ਪਤਾ ਹੋਰ ਕਿਸੇ, ਤੁਸੀਂ ਹੋਰ ਕਿਸੇ ਇਤਿਹਾਸ 'ਚ ਦੇਖ ਲਓ, ਕਿਤੇ ਨਹੀਂ ਵਾਅਦੇ ਵੀ ਮੈਂ ਤੈਨੂੰ ਆਹ ਦੇਊਂਗਾ, ਜੇ ਤੂੰ ਆਹ ਕਰੇਗਾ ਤੈਨੂੰ ਆਹ ਦੇਊਂਗਾ, ਜੇ ਤੂੰ ਆਹ ਕਰੇਗਾ ਤੈਨੂੰ ਆਹ ਦੇਊਂਗਾ। ਹੋਰ ਕਿਤੇ ਵਾਅਦੇ ਦੇਖਿਆ? ਉਹ ਕਹਿੰਦਾ ਮੈਂ ਤੈਨੂੰ ਸਿਰ ਬਣਾਵਾਂਗਾ। ਸਿਰ ਉੱਤੇ ਹੁੰਦਾ ਕਿ ਨੀਚੇ? ਹਾਂ, ਕਹਿੰਦਾ ਉੱਤੇ ਰਹੇਗਾ ਤੂੰ ਕਰਜ਼ਾ ਦੇਣ ਵਾਲਾ ਹੋਏਗਾ, ਲੈਣ ਵਾਲਾ ਨਹੀਂ। ਕਰਜ਼ਾ ਲੈਂਦੇ ਪਤਾ ਕਦੋਂ ਆਪਾਂ? ਜਦੋਂ ਹੁਕਮ ਤੇ। ਕਈ ਵਾਰੀ ਕੋਈ ਇਹੋ ਜਿਹੀ ਬਿਮਾਰੀ ਹੁੰਦੀ ਹੈ, ਜੇ ਅੜ ਜੇ ਨਾ, ਉਹ ਕੁਝ ਸਿਖਾਉਣ ਵਾਸਤੇ ਆ, ਉਹ ਬਣਾਉਣ ਵਾਸਤੇ ਆ। ਮੰਨ ਲਓ ਜੇ ਬਿਮਾਰੀ ਨਹੀਂ ਜਾ ਰਹੀ ਨਾ, ਇਹਦੇ ਪਿੱਛੇ ਇੱਕ ਪਰਮੇਸ਼ਰ ਦੀ ਬਹੁਤ ਵੱਡੀ ਯੋਜਨਾ। ਪਾਸਟਰ ਅੰਕਲ ਨੂੰ ਉਹਨਾਂ ਨੂੰ ਪਤਾ ਕਿੰਨਾ ਚਿਰ ਹੋ ਗਿਆ ਸੀਗਾ? 6-7 ਸਾਲ, 10 ਸਾਲ ਹੋ ਗਏ ਸੀ। ਉਹੀ ਲੋਕਾਂ ਨੂੰ ਪ੍ਰੀਚ ਕਰਦਾ ਰਿਹਾ, ਉਹੀ ਲੋਕਾਂ ਤੇ ਹੱਥ ਰੱਖਦਾ ਸੀਗਾ। ਉਹ ਉਸੇ ਬਿਮਾਰੀ ਤੋਂ ਲੋਕ ਚੰਗੇ ਹੋ ਜਾਂਦੇ ਸੀ। ਤੇ ਅੰਦਰ ਕਮਰੇ 'ਚ ਜਾ ਕੇ ਕਹਿੰਦੇ ਸੀ, ਪਰਮੇਸ਼ਰ ਮੈਂ ਦੱਸੋ ਕੀ ਗੱਲ ਆ? ਲੋਕਾਂ ਨੂੰ ਉਹੀ ਬਿਮਾਰੀਆਂ ਕਹਿੰਦਾ ਉਹ ਜਾਈ ਜਾਂਦੀਆਂ, ਤੇ ਮੈਨੂੰ ਉਹ ਸੇਮ ਪ੍ਰੋਬਲਮ ਇਹ ਨਹੀਂ ਜਾਂਦੀ। ਪਰਮੇਸ਼ਰ ਦਾ ਕੋਈ ਜਵਾਬ ਨਹੀਂ। ਚੁੱਪ। ਦੁਨੀਆ ਤੇ ਉਹਦਾ ਕੋਈ ਇਲਾਜ ਨਹੀਂ ਸੀ। ਚੁੱਪ। ਪਰਮੇਸ਼ਰ ਕੁਛ ਨਹੀਂ ਹੋ ਰਿਹਾ। ਤਾਂ ਹੀ ਤੁਹਾਨੂੰ ਕਹਿੰਦਾ, ਜੇ ਕਈ ਵਾਰੀ ਕੋਈ ਪ੍ਰੋਬਲਮ ਅੜ ਗਈ ਨਾ, ਉਹਦੇ ਲਈ ਫਾਈਟ ਕਰਨੀ, ਲੜਨਾ। ਪਰਮੇਸ਼ਰ ਬਣਾਉਣਾ ਚਾਹੁੰਦਾ। ਪਰਮੇਸ਼ਰ ਦਾ ਕੋਈ ਪੁੱਛਿਆ ਕਰੇ, ਪ੍ਰਭੂ ਜੀ ਮੈਂ ਸੇਮ ਹੀ ਪ੍ਰੋਬਲਮ, ਕਹਿੰਦਾ ਇਹ ਇਸ ਭਾਈ ਨੂੰ ਇਹ ਚੰਗਾ ਹੋ ਗਿਆ ਤੇ ਮੇਰੇ ਹੱਥ ਨਾਲ ਚੰਗਾ ਹੋਇਆ, ਕਹਿੰਦਾ ਮੈਂ ਉਹੀ ਆ। ਕੋਈ ਜਵਾਬ ਨਹੀਂ ਪਰਮੇਸ਼ਰ। ਇੱਕ ਦਿਨ ਪਰਮੇਸ਼ਰ ਕਹਿੰਦਾ ਸੌਂਗ ਲਾ ਲਾ ਅੰਦਰ, ਵਰਸ਼ਿਪ ਕਰ। ਵਰਸ਼ਿਪ ਕੀਤੀ। ਰਾਤ ਨੂੰ ਪਰਮੇਸ਼ਰ ਦਾ ਦੂਤ ਆਇਆ, ਸੰਗਤ। ਹਾਲੇਲੂਇਆ। ਜਿਵੇਂ ਆਪਾਂ ਸੋਚਦੇ ਨਾ, ਇਹ ਅੱਛਾ ਪਾਸਟਰ ਸਿਰ ਤੇ ਹੱਥ ਰੱਖੇਗਾ ਤਾਂ ਹੀ ਚੰਗਾ ਹੋਣਾ। ਹੁੰਦੇ ਆ ਚੰਗੇ, ਕਿਉਂਕਿ ਪ੍ਰਭੂ ਕਹਿੰਦਾ ਤੁਸੀਂ ਲੇ ਹੈਂਡ ਕਰੋਗੇ ਲੋਕ ਚੰਗੇ ਹੋਣਗੇ। ਇਹ ਪ੍ਰਭੂ ਦੀ ਹੁਕਮ ਆ। ਪਰ ਉਹਦਾ ਸੋਚਣਾ ਤੇ ਆਪਣਾ ਸੋਚਣਾ ਦਿਨ ਰਾਤ ਦਾ ਫਰਕ ਆ। ਉਹਨੂੰ ਪਰਖੋ ਨਾ, ਉਹਦੀ ਯੋਜਨਾ ਤੇ ਉਹਦੀ ਇੱਛਾ ਤੇ ਚੱਲੋ। ਉਸੇ ਨਹੀਂ ਆਖਿਆ ਕਹਿੰਦਾ ਮੈਂ ਤੈਨੂੰ ਛਡਾਵਾਂਗਾ। ਕਿਹੜੀ ਚੀਜ਼ ਤੋਂ? ਗਰੀਬੀ ਤੋਂ, ਬਿਮਾਰੀ ਤੋਂ, ਸ਼ਰਮਿੰਦਗੀ ਤੋਂ। ਪਰ ਬਣੇ ਰਹਿਣਾ, ਖੜੇ ਰਹਿਣਾ। ਹਾਲੇਲੂਇਆ। ਹਾਲੇਲੂਇਆ। ਹੱਥਾਂ ਨੂੰ ਉਠਾਓ, ਬੋਲੇ ਪ੍ਰਭੂ ਜੀ ਅੱਜ ਤੋਂ ਮੈਂ ਆਪਦੇ ਆਪ ਨੂੰ ਜ਼ੀਰੋ ਕਰਦਾ, ਤੂੰ ਵੱਧ ਮੇਰੇ 'ਚ। ਮੇਰੀਆਂ ਸਾਰੀਆਂ ਇੱਛਾ ਮਰ ਜਾਣਾ, ਤੇਰੀ ਇੱਛਾ ਮੇਰੇ ਜੀਵਨ 'ਚ ਪੂਰੀ ਹੋ ਜਾਏ, ਕਿਉਂਕਿ ਤੇਰੀ ਇੱਛਾ ਤੇ ਚੱਲਣ ਨਾਲ ਵੱਡਾ ਫਲ ਆ। ਇਹ ਤਾਂ ਮੈਂ ਵੱਡਾ ਫਲ ਪਾ ਲਵਾਂ, ਵੱਡਾ ਫਲ ਪਾ ਲਵਾਂ। ਸਾਰੀ ਸ਼ਰਮਿੰਦਗੀ ਅੱਜ ਜਿਸ ਤੱਕ ਦਾਊਦ ਨੇ ਉਸ ਗੋਲੀਅਤ ਨੂੰ, ਉਸ ਕਲੰਕ ਨੂੰ ਇਜ਼ਰਾਈਲ ਤੋਂ ਹਟਾ ਦਿੱਤਾ, ਪਰਮੇਸ਼ਰ ਅੱਜ ਮੇਰਾ ਕਲੰਕ ਮੇਰੇ ਸਰੀਰ 'ਚ, ਮੇਰੇ ਬੱਚਿਆਂ 'ਚ, ਮੇਰੇ ਬਿਜ਼ਨਸ 'ਚ, ਮੇਰੇ ਘਰ 'ਚ ਕਦੋਂ ਤੋਂ ਵੀ ਚੱਲਦਾ ਆ ਰਿਹਾ। ਅੱਜ ਉਹ ਸਮਰਥ, ਅੱਜ ਉਹ ਫਾਇਰ, ਉਹ ਅੱਗ ਮੇਰੇ ਜੀਵਨ 'ਚ ਆਏ। बोलिए मैं कुचलती हूँ, कुचलता उस दुष्ट आत्मा ਨੂੰ, उस गलीयत ਨੂੰ मैं कुचलती हूँ। ਉਹ ਨਸ਼ੇ ਦੀ ਦੁਸ਼ਟ ਆਤਮਾ ਨੂੰ, ਵਿਚਾਰ ਦੀ ਦੁਸ਼ਟ ਆਤਮਾ ਨੂੰ ਕੁਚਲਦੀ ਹੈ, ਕੁਚਲਦਾ ਹੈ। ਸ਼ਰਮਿੰਦਗੀ ਦੀ ਦੁਸ਼ਟ ਆਤਮਾ, ਹੈ ਗਲੀਅਤ, ਫਾਇਰ ਨੂੰ, ਅੱਗ ਨੂੰ ਕੈਚ ਕਰ। ਬੋਲਿਏ ਹੋਲੀ ਗੋਸਟ, ਹੋਲੀ ਗੋਸਟ, ਹੋਲੀ ਗੋਸਟ, ਫਾਇਰ, ਕੈਚ ਫਾਇਰ। ਨਿਕਲ ਜਾ ਸ਼ਰਮਿੰਦਗੀ ਯਿਸੂ ਦੇ ਨਾਮ, ਯਿਸੂ ਦੇ ਨਾਮ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ। ਪਿਤਾ ਜੋ ਕੁਝ ਸੁਣਿਆ 100 ਗੁਣਾ ਫਲ ਲੈ ਕੇ ਆਉਣਾ। ਇਹਦੇ ਤੇ ਚੱਲਾਂਗਾ, ਫਾਈਟ ਕਰਾਂਗਾ, ਸ਼ੈਤਾਨ ਨਾਲ ਲੜਾਂਗਾ, ਜਿੱਤਾਂਗਾ, ਕਿਉਂਕਿ ਮੈਂ ਜਿੱਤਿਆ,
क्योंकि मैं जीत चुका यीशु के नाम से, क्योंकि मैं जीत चुका, शैतान हार चुका, हार चुका। शारीरिक रीति ने गोलियत नूं दौत ने हरा दिता, दौत ने गोलियत नूं शारीरिक रीति ने हरा दिता। दौत ने गोलियत नूं शारीरिक रीति ने हरा दिता। आत्मिक रीति ने यीशु मसीह ने क्रूस ते शैतान दा खुले खुले तमाशा बना दिता। ਅਸੀਂ ਕੁਚਲਦੇ ਹਾਂ ਉਸ ਦੁਸ਼ਟ ਆਤਮਾ ਨੂੰ, ਬਿਮਾਰੀ ਦੀ ਨੂੰ, ਸ਼ਰਮਿੰਦਗੀ ਦੀ ਨੂੰ ਕੁਚਲਦੇ ਹਾਂ ਯਿਸੂ ਦੇ ਨਾਮ। ਅੱਜ ਹਾਰ ਚੁੱਕੀ ਆ। ਜੋ ਕੁਝ ਵੀ ਸੁਣਿਆ ਮੈਂ ਇਸ ਦੇ ਅਨੁਸਾਰ ਫਾਈਟ ਕਰਾਂਗਾ, ਲੜਾਂਗਾ ਔਰ ਜਿੱਤਾਂਗਾ ਯਿਸੂ ਦੇ ਨਾਮ, ਔਰ ਜਿੱਤਾਂਗਾ ਯਿਸੂ ਦੇ ਨਾਮ। ਮੈਂ ਜਿੱਤ ਚੁੱਕੇ ਯਿਸੂ ਦੇ ਸਮਰਥ ਨਾਲ। ਥੈਂਕ ਯੂ ਜੀਸਸ। ਸਾਰੀ ਬੇਨਤੀ ਪ੍ਰਾਰਥਨਾ ਯਿਸੂ ਦੇ ਨਾਮ 'ਚ। आमीन। बड़ा आशीष में भक्ति होगी, वंदोगे तुसी आशीष, वंदोगे यीशु ने समर्थ। थैंक यू।